ਅਸੀਂ ਖਾਲਿਸਤਾਨ ਦੇ ਉਸ ਦੇ ਵਿਰੋਧੀ ਹਾਂ ਜਿਹੜਾ ਤਲਵਾਰ ਨਾਲ ਬਣਾਇਆ ਜਾਂਦਾ। ਠੀਕ ਹੈ, ਜਿਹੜਾ ਵਿਚਾਰ ਨਾਲ ਖਾਲਸਾ ਰਾਜ ਦੀ ਗੱਲ ਕਰਦਾ ਸੀ ਉਹਦੇ ਹਮੈਤੀ ਆ। ਅਮਰਤਪਾਲ ਸਿੰਘ ਤਾਂ ਇਹ ਕਹਿੰਦੇ ਕਿ ਹਥਿਆਰਾਂ ਬਿਨਾ ਤਾਂ ਗੱਲ ਹੀ ਨਹੀਂ ਬਾਰਨੀ, ਕਹਿੰਦੇ ਵੀ ਸਿਰ ਦਿੱਤੇ ਬਿਨਾ ਤਾਂ ਰਾਜ ਆਉਣਾ ਹੀ ਨਹੀਂ। ਕਹਿੰਦੇ ਭਗਤ ਸਿੰਘ ਨੇ ਕਿਹਾ ਬੰਬ ਬੰਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰ ਦੀ ਸ਼ਾਨ ਤੇ ਤੇਜ਼ ਹੁੰਦੀ ਹੈ। ਸਾਡੀ ਕੌਮ ਕਿਤੇ ਨਾ ਕਿਤੇ ਰਿਜਿਡ ਹੋ ਚੁੱਕੀ ਹੈ, ਜਿਹੜੀ ਕੱਟੜਵਾਦ ਦੀ ਸ਼ਿਕਾਰ ਹੋ ਚੁੱਕੀ ਆ, ਤੇ ਕੱਟੜਤਾ ਸਭ ਤੋਂ ਖਤਰਨਾਕ ਹੁੰਦੀ ਹੈ। ਹੁਣ ਪ੍ਰਧਾਨ ਮੰਤਰੀ ਬਾਜੇਗੇ ਨਾਲ ਕਈ ਬੰਦੇ ਸਿੰਪਥੀ ਕਰ ਰਹੇ ਨੇ, ਪਰ ਮੈਂ ਕਹਿੰਦਾ ਵੀ ਜਿਹੜੀ ਉਹਨੇ ਸ਼ਬਦਾਵਲੀ ਬਾਈ ਗੁਰਵਿੰਦਰ ਸਿੰਘ ਦੇ ਖਿਲਾਫ ਵਰਤੀ ਆ, ਮੇਰੇ ਖਿਲਾਫ ਵਰਤੀ ਆ, ਬਹੁਤਾਂ ਦੇ ਖਿਲਾਫ ਵਰਤੀ, ਬਹੁਤ ਦੇ ਖਿਲਾਫ ਵਰਤਦੇ ਆ। ਹੁਣ ਉਹਨਾਂ ਲੋਕਾਂ ਦਾ ਕੀ ਕਰੈਕਟਰ ਨਹੀਂ ਹੈ। ਪੰਥ ਨੂੰ ਵੋਟ ਪਾ ਕੇ ਮੈਂ 4 ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਦੇਖ ਲਿਆ, ਤਾਂ ਕੀ ਉਹ ਖਾਲਸਾ ਰਾਜ ਨਹੀਂ ਸੀ? ਪਰ ਰੌਲਾ ਚਲਾਉਣ ਵਾਲੇ ਲੋਕ ਮਾੜੇ ਸੀ। ਅਜਨਾਲੇ ਵਾਲੀ ਘਟਨਾ ਹੁੰਦੀ ਆ ਤਾਂ ਅਸੀਂ ਇੱਕ ਗੱਲ ਸਪਸ਼ਟ ਕੀਤੀ ਸੀ ਕਿ ਅਸੀਂ ਇਸ ਗੱਲ ਦੇ ਹਮਾਇਤੀ ਨਹੀਂ ਹਾਂ। ਕੀ ਤੁਸੀਂ ਕਾਮਰੇਡ ਹੋ? ਮੈਂ ਕਹਿਣਾ ਜੀ, ਜੇਕਰ ਕਾਮਰੇਡ ਕੋਈ ਸਿੱਖ ਮੁੱਦੇ ਨੂੰ ਲੈ ਕੇ ਜੇ ਕੋਈ ਲੜਨ ਵਾਲੇ ਬੰਦੇ ਨੂੰ ਕਾਮਰੇਡ ਕਹਿੰਦਾ ਤਾਂ ਹਾਂ, ਮੈਂ ਕਾਮਰੇਡ ਹਾਂ। ਇੰਨਾ ਚੱਕਰ 'ਚ ਪੈਣ ਦੀ ਕੀ ਲੋੜ ਸੀ ਜੇ ਸਿਰ ਦੇਣ ਵਾਲਾ ਬੰਦਾ ਹੁਣ ਗ੍ਰਿਫਤਾਰੀ ਤੋਂ ਡਰੀ ਜਾਂਦਾ? ਸਿਰ ਦੇਣ ਦੀ ਲੋੜ ਤਾਂ ਪਹਿਲਾਂ ਵੀ ਕਹਿ ਦੇਣਾ, ਸਿਰ ਦੇਣ ਦੀ ਨਹੀਂ, ਸਿਰ ਵਰਤਣ ਦੀ ਲੋੜ ਆ। ਉਹ ਕਹਿੰਦੇ ਆ ਨਾ ਕਿ ਬਾਕੀ ਪਹਿਲਾਂ ਇਤਿਹਾਸ ਕਹਿੰਦਾ ਕਿ ਜੰਗਾਂ ਯੁੱਧਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਸਰੂਪ ਨੂੰ। ਸਾਡਾ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਅੰਗ ਸੰਗ ਸਹਾਈ ਹੈ ਕਹਿੰਦੇ। ਬਾਈ ਜੀ, ਅਸੀਂ ਮੰਨਦੇ ਹਾਂ, ਪਰ ਮੁੱਖ ਗੱਲ ਇਹ ਅਸੀਂ ਜੰਗਾਂ ਯੁੱਧਾਂ ਦੀ ਗੱਲ ਕਰਦੇ। ਜੰਗਾਂ ਯੁੱਧਾਂ ਦੇ ਵਿੱਚ ਹੀ ਮਹਾਰਾਜ ਸਰੂਪ ਜਿੱਥੇ ਪੜਾਅ ਫੌਜ ਦਾ ਹੁੰਦਾ ਸੀ ਉੱਥੇ ਮਹਾਰਾਜ ਸਰੂਪ ਰੱਖਿਆ ਜਾਂਦਾ ਸੀ। ਉੱਥੋਂ ਅਰਦਾਸ ਕਰਕੇ ਜਾ ਕੇ ਫੌਜਾਂ ਜੰਗ ਲੜਦੀਆਂ ਸੀ, ਕੋਈ ਜੰਗ ਦੇ ਮੈਦਾਨ 'ਚ ਨਹੀਂ ਲੈ ਕੇ ਜਾਂਦੇ ਸੀ। ਇਹ ਪਹਿਲਾਂ ਫਿਰ ਸਰਕਾਰ ਸੁੱਤੀ ਪਈ ਸੀ, ਪਹਿਲਾਂ ਇੰਟੈਲੀਜੈਂਸੀ ਕਿੱਥੇ ਸੀ ਕਿ ਭਾਈ ਹਵਾਰਾ ਜੀ ਨੇ ਮੋਰਚਾ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਨਹੀਂ ਕਿਹਾ ਲਾਉਣ। ਸਾਨੂੰ ਕੌਮ ਨੂੰ ਜੇ ਇਨਸਾਫ ਮਿਲ ਜਾਂਦਾ ਤਾਂ ਤੁਹਾਨੂੰ NSA ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਮੁੱਖ ਮੰਤਰੀ ਨੂੰ ਦੇਖਣਾ ਚਾਹੀਦਾ ਕਿ ਜਿਹੜੀਆਂ ਸੈਂਟਰਲ ਫੋਰਸਿਸ ਆ ਗਈਆਂ ਉਹ ਸਾਡੇ ਬੰਦਿਆਂ ਨਾਲ ਧੱਕਾ ਤਾਂ ਨਹੀਂ ਨਾ ਕਰ ਰਹੀਆਂ। ਜਿਹੜੇ ਬਾਹਰੋਂ ਟੁਕੜੀਆਂ ਮੰਗਾਈਆਂ ਜਾ ਰਹੀਆਂ ਨੇ, ਇਹ ਕਿਤੇ ਨਾ ਕਿਤੇ ਸਟੇਟ ਸਰਕਾਰ ਦੇ ਮੱਥੇ ਤੇ ਵੀ ਕਲੰਕ ਆ ਵੀ ਤੁਹਾਡੇ ਕੋਲ ਇੰਨੀ ਨਫਰੀ ਹੋਣ ਦੇ ਬਾਵਜੂਦ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਹੁਣ ਅਸੀਂ ਪਹਿਲਾਂ ਵੀ ਗੱਲ ਕਰਦੇ ਆ ਵੀ ਜੇ ਖਾਲਿਸਤਾਨ ਤੇ ਹਿੰਦੁਸਤਾਨ ਦੀ ਜੰਗ ਦਾ ਨੈਰੇਟਿਵ ਬਣਾਇਆ ਜਾਊ ਤਾਂ ਉਹਦਾ ਫਾਇਦਾ ਕਿਹਨੂੰ ਹੋਣਾ? ਸੈਂਟਰ ਨੂੰ। ਸਤਿ ਸ਼੍ਰੀ ਅਕਾਲ ਜੀ, ਲੋਕ ਆਵਾਜ਼ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਪੰਜਾਬ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਉਹਦੇ ਬਾਰੇ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ, ਪਰ ਪੰਜਾਬ ਦੇ ਵਿੱਚ ਇਹ ਮਾਹੌਲ ਬਣਨ ਪਿੱਛੇ ਕੀ ਕਾਰਨ ਹੈ? ਕੌਮੀ ਇਨਸਾਫ ਮੋਰਚਾ, ਕਿਉਂਕਿ ਇਹਦੇ ਨਾਲ ਹੀ ਜੇ ਕਹੀਏ ਕਿ ਇਸ ਨਾਲ ਵੀ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਜੋ ਪੰਜਾਬ 'ਚ ਹੁਣ ਚੱਲ ਰਿਹਾ, ਅਤੇ ਨਾਲ ਹੀ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਮੁਹਾਲੀ ਵਿਖੇ, ਉਹ ਵੀ ਸਿੱਖ ਭਾਵਨਾਵਾਂ ਉਹਦੇ ਨਾਲ ਵੀ ਬਹੁਤ ਵੱਡੇ ਪੱਧਰ 'ਤੇ ਜੁੜੀਆਂ। ਪੰਜਾਬ ਦੇ ਸਾਰੇ ਇਨਸਾਫ ਪੰਜਾਬ ਪਸੰਦ ਲੋਕ ਚਾਹੁੰਦੇ ਆ ਕਿ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹ ਜਿੱਤ ਵਾਲੇ ਪਾਸੇ ਨੂੰ ਵਧੇ। ਪਰ ਉਸ 'ਤੇ ਚੱਲਦਿਆਂ ਉਸ ਵਿੱਚ ਵੀ ਕਈ ਤਰ੍ਹਾਂ ਦੇ ਪੜਾਅ ਆਉਂਦੇ ਆ। ਕਦੇ ਲੜਾਈ ਹੋ ਜਾਂਦੀ ਹੈ ਪੁਲਿਸ ਨਾਲ, ਉਹਦੇ ਬਾਰੇ ਵੀ ਲੋਕਾਂ ਨੂੰ ਪਤਾ ਲੱਗਦਾ ਕਿ ਕੀ ਵਾਪਰ ਰਿਹਾ। ਕਦੇ ਉਹਨਾਂ ਦੇ ਆਗੂਆਂ ਦੇ ਉੱਪਰ ਹੀ ਇਲਜ਼ਾਮ ਲੱਗ ਜਾਂਦੇ ਆ ਕਿ ਭਾਈ ਇਹ ਤਾਂ ਕਾਮਰੇਡ ਹੈ, ਕਿਉਂਕਿ ਆਗੂ ਅਮਰਤਪਾਲ ਸਿੰਘ ਦੇ ਉੱਤੇ ਸਵਾਲ ਉਠਾਉਂਦੇ ਆ ਤਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਜਾਂਦੇ ਆ ਕਿ ਦੇਖੋ ਮੋਰਚੇ ਦੀ ਅਗਵਾਈ ਹੁਣ ਕਾਮਰੇਡ ਕਰਨਗੇ, ਸਿੱਖਾਂ ਦੀ ਅਗਵਾਈ ਹੁਣ ਕਾਮਰੇਡ ਕਰਨਗੇ। ਕਾਮਰੇਡ ਕਿਹਾ ਕਿਹਨਾਂ ਨੂੰ ਗਿਆ? ਕਾਮਰੇਡ ਕਿਹਾ ਗਿਆ ਬਲਵਿੰਦਰ ਸਿੰਘ, ਰੁਪਿੰਦਰ ਸਿੰਘ ਜੋ ਕਿ ਲੋਕ ਅਧਿਕਾਰ ਲਹਿਰ ਦੇ ਆਗੂ ਨੇ, ਉਹਨਾਂ ਨੂੰ ਕਮਿਊਨਿਸਟ ਕਿਹਾ ਗਿਆ, ਉਹਨਾਂ ਨੂੰ ਕਾਮਰੇਡ ਕਿਹਾ ਗਿਆ। ਇਹਦੇ ਪਿੱਛੇ ਕੀ ਕਾਰਨ ਹੈ? ਕੀ ਉਹ ਹੁਣ ਮੋਰਚੇ ਤੋਂ ਪਿੱਛੇ ਹਟ ਚੁੱਕੇ ਹੈ? ਅਮਰਤਪਾਲ ਸਿੰਘ ਵਾਲੀ ਸਥਿਤੀ ਕਿਹੜੇ ਪਾਸੇ ਨੂੰ ਜਾਵੇਗੀ? ਸਾਰਿਆਂ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਲੋਕ ਅਧਿਕਾਰ ਲਹਿਰ ਦੇ ਆਗੂ, ਕੌਮੀ ਇਨਸਾਫ ਮੋਰਚੇ ਦੇ ਵੀ ਆਗੂ ਰੁਪਿੰਦਰ ਜੀ ਨੇ। ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਰੁਪਿੰਦਰ ਜੀ, ਸਭ ਤੋਂ ਪਹਿਲਾਂ ਤੁਹਾਡੇ 'ਤੇ ਗੱਲ ਕਰ ਲਈਏ। ਤੁਹਾਡੇ ਦੇ ਉੱਪਰ ਇੱਕ ਇਲਜ਼ਾਮ ਲਾਇਆ, ਇਲਜ਼ਾਮ ਕਹਿ ਲਓ ਭਾਵੇਂ ਸਿੱਧਾ ਕਹਿ ਲਓ, ਇਹਨੂੰ ਇਲਜ਼ਾਮ ਹੀ ਮੰਨ ਲੈਂਦੇ ਹੁਣ ਵੀ ਕਾਮਰੇਡ, ਕਿ ਦੇਖੋ ਜੀ ਇਹ ਤਾਂ ਕਾਮਰੇਡ ਅਮਰਤਪਾਲ ਸਿੰਘ ਨੂੰ ਤੁਸੀਂ ਅਜਨਾਲਾ ਵਾਲੀ ਘਟਨਾ ਨੂੰ ਕਿਹਾ ਕਿ ਗਲਤ ਹੈ। ਉਸ ਤੋਂ ਬਾਅਦ ਇਲਜ਼ਾਮ ਲੱਗਿਆ ਕਿ ਭਾਈ ਦੇਖੋ ਇਹ ਤਾਂ ਕਾਮਰੇਡ ਅੱਗੇ ਲਾਏ ਹੋਏ ਆ, ਇਹਨਾਂ ਨੂੰ ਪਾਸੇ ਕਰੋ। ਕੀ ਤੁਸੀਂ ਕਾਮਰੇਡ ਹੋ? ਮੈਂ ਕਹਿਣਾ ਜੀ, ਜੇਕਰ ਕਾਮਰੇਡ ਕੋਈ ਸਿੱਖ ਮੁੱਦੇ ਨੂੰ ਲੈ ਕੇ ਜੇ ਕੋਈ ਲੜਨ ਵਾਲੇ ਬੰਦੇ ਨੂੰ ਕਾਮਰੇਡ ਕਹਿੰਦਾ ਤਾਂ ਹਾਂ, ਮੈਂ ਕਾਮਰੇਡ ਹਾਂ। ਦੂਸਰਾ, ਭਗਤ ਸਿੰਘ ਨੂੰ ਜੇ ਕੋਈ ਬੰਦਾ ਫੋਲੋ ਕਰਨ ਵਾਲੇ ਬੰਦੇ ਨੂੰ ਜਾਂ ਉਹਨੂੰ ਦਰਸ਼ ਮੰਨਣ ਵਾਲੇ ਬੰਦੇ ਨੂੰ ਕੋਈ ਕਾਮਰੇਡ ਕਹਿੰਦਾ ਤਾਂ ਹਾਂ, ਮੈਂ ਕਾਮਰੇਡ ਹਾਂ। ਤੇ ਤੀਸਰਾ, ਜੇ ਹੱਕ ਸੱਚ ਦੇ ਵਾਸਤੇ ਆਪਣਾ ਓਪੀਨੀਅਨ ਕੀ ਆ ਡਟ ਕੇ ਰੱਖਣ ਵਾਲੇ ਬੰਦੇ ਨੂੰ ਕਾਮਰੇਡ ਕਿਹਾ ਜਾਂਦਾ ਤਾਂ ਹਾਂ, ਅਸੀਂ ਕਾਮਰੇਡ ਹਾਂ। ਪਰ ਸਾਨੂੰ ਖੁਦ ਨੂੰ 26 ਜਨਵਰੀ ਤੋਂ ਬਾਅਦ ਪਤਾ ਲੱਗਿਆ ਕਿ ਅਸੀਂ ਕਾਮਰੇਡ ਹਾਂ। ਮੈਂ ਥੋੜ੍ਹੀ ਜਿਹੀ ਇਹਦੀ ਡੈਪਥ ਦੇ ਵਿੱਚ ਜਾ ਕੇ ਤੁਹਾਨੂੰ ਮੈਂ ਗੱਲ ਦੱਸਦਾ ਕਿ 26 ਜਨਵਰੀ ਤੋਂ ਪਹਿਲਾਂ ਅਸੀਂ ਦੇਖੀਏ ਤਾਂ ਕੌਮੀ ਇਨਸਾਫ ਮੋਰਚੇ ਬਾਰੇ ਕਿਸੇ ਵੀ ਫੇਸਬੁੱਕ ਪੇਜ ਤੋਂ ਜਾਂ YouTube ਚੈਨਲ ਤੋਂ ਕਿਸੇ ਨੇ ਕੋਈ ਗੱਲ ਨਹੀਂ ਰੱਖੀ। 7 ਜਨਵਰੀ ਤੋਂ ਪਹਿਲਾਂ ਵੀ 6 ਮਹੀਨੇ ਇੱਕ ਵਰਕ ਹੋਇਆ ਉਸ ਕਨਸੈਪਟ ਦੇ ਉੱਤੇ। ਭਾਈ ਜਥੇਦਾਰ ਹਵਾਰਾ ਜੀ ਦੀ ਇੱਕ ਚਿੱਠੀ ਆਉਂਦੀ ਹੈ ਜਿਹਨੂੰ ਲੈ ਕੇ ਉਹਨਾਂ ਨੇ ਸੰਦੇਸ਼ ਦਿੰਦੇ ਆ ਕਿ ਤੁਸੀਂ ਹਰ ਇੱਕ ਸਿੱਖ ਆਗੂ ਕੋਲੇ ਜਾਓ। ਅਸੀਂ ਹਰ ਕੋਲੇ ਜਾਂਦੇ ਹਾਂ, ਉਹਨਾਂ ਤੋਂ ਜਾ ਕੇ ਕੀ ਆ ਨਾਲ ਸਾਥ ਦੇਣ ਵਾਸਤੇ ਮੋਰਚੇ ਵਾਸਤੇ ਤਿਆਰ ਕਰਦੇ ਹਾਂ, ਤੇ ਸਾਨੂੰ ਕੋਈ ਬਹੁਤਾ ਸਾਥ ਵੀ ਨਹੀਂ ਮਿਲਦਾ ਉਹਦੇ ਵਿੱਚ। ਤਾਂ ਫਿਰ ਸਾਨੂੰ ਭਾਈ ਸਾਹਿਬ ਵੱਲੋਂ ਆਦੇਸ਼ ਮਿਲਦਾ ਕਿ ਤੁਸੀਂ 7 ਜਨਵਰੀ ਨੂੰ ਇੱਕ ਮੋਰਚਾ ਸ਼ੁਰੂ ਕਰ ਦਿਓ।
ਤੇ ਮੋਰਚਾ ਸ਼ੁਰੂ ਕਰਨ ਤੇ ਜਗ੍ਹਾ ਡਿਸਾਈਡ ਹੁੰਦੀ ਆ ਮੋਹਾਲੀ ਤੇ ਚੰਡੀਗੜ੍ਹ ਦਾ ਬਾਰਡਰ, ਕਿਉਂਕਿ ਸਾਡੇ ਜਿਹੜੇ ਮਸਲੇ ਨੇ ਕੌਮ ਦੇ ਉਹ ਸੈਂਟਰ ਤੇ ਸਟੇਟ ਦੋਨਾਂ ਨਾਲ ਸੰਬੰਧਿਤ ਨੇ, ਪੰਜਾਬ ਸਰਕਾਰ ਨਾਲ ਵੀ ਤੇ ਸੈਂਟਰ ਸਰਕਾਰ ਨਾਲ ਵੀ। ਤਾਂ ਉਹਦਾ ਜਿਹੜਾ ਅਸਲ ਮਾ ਕੇ ਪੁਲ ਆ ਉਹ ਬਾਈਪੀਐਸ ਚੌਕ ਬਣਦਾ ਜੇਕਰ ਦੇਖੀਏ, ਕਿਉਂਕਿ ਇੱਕ ਪਾਸੇ ਯੂਟੀ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਤੇ ਇੱਧਰ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕੰਮ ਕਰਨਾ। ਤਾਂ ਉਹ ਮੋਰਚਾ ਲੱਗ ਜਾਂਦਾ, ਤਾਂ ਉਹ ਮੋਰਚਾ 7 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਮੋਹਾਲੀ ਦੇ ਵਾਸੀ ਜਾਣਦੇ ਨੇ ਕਿਸ ਤਰ੍ਹਾਂ ਅਸੀਂ ਘਰਾਂ 'ਚ ਜਾ ਕੇ ਉਹਨਾਂ ਨੂੰ ਪ੍ਰੇਰ ਕੇ ਮੈਂ ਕਿ ਉੱਥੇ ਲੈ ਕੇ ਆਏ ਆ, ਕਿਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਨੂੰ ਆਵਾਜ਼ਾਂ ਮਾਰੀਆਂ। 26 ਜਨਵਰੀ ਨੂੰ ਜਦੋਂ 1.5 ਲੱਖ ਦਾ ਇਕੱਠ ਹੋ ਜਾਂਦਾ ਤਾਂ ਪੰਜਾਬ ਦੇ ਕੁਝ ਜਿਹੜੇ ਕੀ ਆ ਆਪਣੇ ਆਪ ਨੂੰ ਸਿੱਖ ਆਗੂ ਕਹਾਉਂਦੇ ਆ, ਜਿਹੜੇ ਪਹਿਲਾਂ ਕਿਸੇ ਤਰੀਕੇ ਨਾਲ ਇਸ ਮੋਰਚੇ 'ਚ ਕੀ ਆ ਕੋਈ ਸਾਥ ਨਹੀਂ ਦੇ ਰਹੇ ਸੀ, ਉਹ 26 ਜਨਵਰੀ ਤੋਂ ਬਾਅਦ ਫਿਰ ਉਹਦੇ ਵਿੱਚ ਆਮਦ ਸ਼ੁਰੂ ਹੁੰਦੀ ਆ, ਕਿਉਂਕਿ ਹੋਰ ਵੱਖ-ਵੱਖ ਕਾਲਜ ਦਿੱਤੀਆਂ ਜਾਂਦੀਆਂ 26 ਜਨਵਰੀ ਨੂੰ, ਪਰ ਸਾਰੀਆਂ ਫਲॉप ਹੋ ਕੇ ਪੂਰੀ ਕੌਮ ਜੁਟਦੀ ਕਿੱਥੇ ਆ, ਉਸ ਜਥੇਦਾਰ ਦੇ ਸਨੇਹੇ ਤੇ ਜਗਤਾਰ ਸਿੰਘ ਹਵਾਰੇ ਦੇ ਸਨੇਹੇ ਤੇ ਇਕੱਠੀ ਹੁੰਦੀ ਆ ਕੌਮ ਚੰਡੀਗੜ੍ਹ ਦੇ ਵਿੱਚ, ਮੋਹਾਲੀ ਦੇ ਵਿੱਚ ਇੱਕ ਮਾਰਚ ਨਿਕਲਦਾ। ਤਾਂ ਉਸ ਤੋਂ ਬਾਅਦ ਜਿਵੇਂ ਮੈਂ ਕਿ ਹੋਰ ਉਸ ਤੋਂ ਬਾਅਦ ਸਾਥ ਦੇਣਾ ਸ਼ੁਰੂ ਕਰਦੇ ਆ 26 ਤੋਂ ਬਾਅਦ ਵੀ ਹਾਂ ਮੋਰਚਾ ਜੰਮ ਗਿਆ। ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਲੋਕਾਂ ਦਾ ਵਹਾਅ ਸ਼ੁਰੂ ਹੁੰਦਾ ਤੇ ਉਸ ਤਰੀਕੇ ਨਾਲ ਸਾਨੂੰ ਉੱਥੋਂ ਫਿਰ ਅਲੰਕਾਰ ਜਿਹੜੇ ਤੁਸੀਂ ਵਰਤੇ ਆ, ਕਾਮਰੇਡ ਸ਼ਬਦ ਸਾਡੇ ਵਾਸਤੇ ਵਰਤਿਆ, ਹਾਲਾਂਕਿ ਅਸੀਂ ਕੋਈ ਸੀਪੀਆਈ ਜਾਂ ਸੀਪੀਆਈਐਮ ਜਿਹੜੀ ਕਾਮਰੇਡ ਪਾਰਟੀਆਂ ਨੇ, ਜੋ ਕਮਿਊਨਿਸਟ ਪਾਰਟੀਆਂ ਨੇ, ਸਾਡਾ ਨਾਲ ਦੂਰ ਦੂਰ ਤੱਕ ਦਾ ਕੋਈ ਸੰਬੰਧ ਨਹੀਂ, ਤਾਂ ਸਾਨੂੰ ਕਾਮਰੇਡ ਦਾ ਟੈਗ ਦਿੱਤਾ ਗਿਆ। ਮੈਂ ਭਗਤ ਸਿੰਘ ਦਾ ਉਪਾਸ਼ਕ ਹਾਂ ਤੇ ਅੱਜ ਤੋਂ ਨਹੀਂ ਮੁੱਢ ਤੋਂ ਉਪਾਸ਼ਕ ਹਾਂ, ਤੇ ਭਗਤ ਸਿੰਘ ਦੀ ਆਈਡੀਓਲੋਜੀ ਜਿਹੜੀ ਹੈਗੀ ਆ ਉਹਨੇ ਇੱਕ ਸਟੇਜ ਤੱਕ ਕੀ ਆ ਮੈਨੂੰ ਲੈ ਕੇ ਆਂਦਾ। ਪਰ ਅਸੀਂ ਜਿਵੇਂ ਭਗਤ ਸਿੰਘ ਦੀ ਅਸੀਂ ਗੱਲ ਕਰੀਏ ਤਾਂ ਭਗਤ ਸਿੰਘ ਨੇ ਸਾਨੂੰ ਇੱਕ ਸਟੇਜ ਤੇ ਜਾ ਕੇ ਛੱਡ ਗਿਆ, ਜਿਵੇਂ ਕਿਹਾ ਜਾਂਦਾ ਕਿ ਇੱਕ ਕਿਤਾਬ ਪੜ੍ਹਦਾ ਅਧੂਰੀ ਛੱਡ ਗਿਆ ਕਿ ਮੈਥੋਂ ਅਗਲੀ ਜਨਰੇਸ਼ਨ ਨੂੰ ਤੂੰ ਅੱਗੇ ਦੀ ਗੱਲ ਕਰੂ। ਤਾਂ ਉਦੋਂ ਤੱਕ ਜਾਣ ਕੇ ਅਸੀਂ ਅੱਗੇ ਦੀ ਗੱਲ ਕਰਨੀ ਸ਼ੁਰੂ ਕੀਤੀ, ਤਾਂ ਉਹ ਗੱਲ ਕਈਆਂ ਦੇ ਹਜਮ ਨਹੀਂ ਆਈ। ਹੁਣ 23 ਸਾਲ ਦੇ ਨੌਜਵਾਨ ਨੂੰ ਕਾਮਰੇਡ ਕਹਿ ਕੇ ਸਿੱਖ ਮਾ ਕੇ ਕੁਝ ਆਗੂਆਂ ਵੱਲੋਂ ਭੰਡਿਆ ਜਾਂਦਾ ਸੀ, ਉਹਨਾਂ ਨੂੰ ਵੀ ਕੰਡੈਮ ਕੀਤਾ ਸੀ, ਕਿਉਂਕਿ ਭਗਤ ਸਿੰਘ ਨੂੰ ਲੋਕ ਜਾਣਦੇ ਨਹੀਂ, ਸਿਰਫ ਪਛਾਣਦੇ ਆ। ਮੇਰੇ ਵਰਗਾ ਪੱਗ ਬੰਨ੍ਹ ਕੇ ਬਸੰਤੀ ਰੰਗ ਦੀ ਜਦੋਂ ਕੀ ਹੈ ਵਿਚਰਦਾ ਤਾਂ ਅਗਲਾ ਕਹਿੰਦਾ ਭਗਤ ਸਿੰਘ ਦਾ ਸਵਾਂਗ ਧਾਰਿਆ ਹੋਇਆ, ਭਗਤ ਸਿੰਘ ਦੀ ਮਾਂ ਕੇ ਰੀਸ ਕਰ ਰਿਹਾ। ਪਰ ਭਗਤ ਸਿੰਘ ਦਾ ਕੀ ਅਸਲ 'ਚ ਭਗਤ ਸਿੰਘ ਨੂੰ ਜਾਣਨਾ ਜ਼ਰੂਰੀ ਆ। ਉਹ ਜਾਣਨ ਦੀ ਮੈਂ ਸਾਂਝ ਵੀ ਦਰਸ਼ਕਾਂ ਨਾਲ ਪਵਾਉਣੀ ਚਾਹੂੰਗਾ, ਕਿਉਂਕਿ ਜਨਮ ਦਿਹਾੜੇ ਦੇ ਉੱਤੇ ਉਹਨਾਂ ਦੇ ਆਪਣਾ ਸ਼ਹੀਦੀ ਦਿਹਾੜੇ ਦੇ ਉੱਤੇ ਮਾਫੀ ਚਾਹਣਾ ਕਿ ਉਹਨਾਂ ਦੀ ਗੱਲ ਕਰਨੀ ਬਣਦੀ ਆ। ਤਾਂ ਇਸੇ ਕਰਕੇ ਤੁਸੀਂ ਕਾਮਰੇਡ ਦੀ ਗੱਲ ਕੀਤੀ ਆ, ਸਾਨੂੰ ਅੱਜ ਤੋਂ ਨਹੀਂ ਕਈ ਵਾਰੀ ਪਹਿਲਾਂ ਵੀ ਜਦੋਂ ਭਗਤ ਸਿੰਘ ਦੀ ਗੱਲ ਕਰਦੇ ਆ ਤਾਂ ਸਾਨੂੰ ਕਾਮਰੇਡ ਕਿਹਾ ਜਾਂਦਾ। ਕਾਮਰੇਡ ਸ਼ਬਦ ਇੱਕ ਦੋਸਤੀ ਦਾ ਮਾ ਕੇ ਫਲਸਫੇ ਨੂੰ ਮਾ ਕੇ ਪੇਸ਼ ਕਰਦਾ, ਤੇ ਕਾਮਰੇਡਾਂ ਨੂੰ ਖੱਬੇ ਪੱਖੀ ਵੀ ਕਹਿ ਦਿੱਤਾ ਜਾਂਦਾ। ਖੱਬੇ ਪੱਖੀ ਦਾ ਮਤਲਬ ਹੁੰਦਾ ਜਿਹੜਾ ਕਮਜ਼ੋਰ ਨਾਲ ਖੜਦਾ, ਖੱਬੇ ਪੱਖ ਦਾ ਮਤਲਬ ਇਹ ਹੁੰਦਾ ਵੀ ਕਮਜ਼ੋਰ, ਕਿਉਂਕਿ ਖੱਬਾ ਹੱਥ ਕਮਜ਼ੋਰ ਹੁੰਦਾ। ਤਾਂ ਭਗਤ ਸਿੰਘ ਨੇ ਕੀ ਹੈ ਕਮਜ਼ੋਰਾਂ ਦੀ ਗੱਲ ਕੀਤੀ ਆ, ਮਤਲਬ ਕਿ ਉਹਨੇ ਮਜ਼ਦੂਰਾਂ ਨੂੰ ਮਾ ਕੇ ਦੱਸਿਆ ਕਿ ਕਿਸ ਤਰੀਕੇ ਨਾਲ ਲੜਾਈ ਲੜਨੀ ਆ, ਦਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਆ। ਹੁਣ ਜਿਹੜੇ ਲੋਕ ਅੱਜ ਭਗਤ ਸਿੰਘ ਨੂੰ ਕੀ ਹੈ ਸਿੱਖੀ ਦੇ ਫਲਸਫੇ ਵਿੱਚ ਦੀ ਦੇਖਣ ਦੀ ਕੋਸ਼ਿਸ਼ ਕਰਦੇ ਆ, ਅਸਲ ਭਗਤ ਸਿੰਘ ਉਸ ਫਲਸਫੇ ਤੱਕ ਅਜੇ ਨਹੀਂ ਪਹੁੰਚਿਆ ਸੀ। 23 ਸਾਲ ਦੀ ਉਮਰ ਦੇ ਵਿੱਚ ਬੰਦਾ ਫਾਂਸੀ ਦੇ ਰੱਸੇ ਤੇ ਚੜ੍ਹ ਜਾਂਦਾ। ਉਹ ਆਪਦੇ ਸਮੇਂ ਦੇ ਦੌਰ ਦੇ ਵਿੱਚ ਜਿਹੜੇ ਚੋਂ ਗੁਜ਼ਰ ਰਿਹਾ ਉਸ ਸਮੇਂ ਦਾ ਕੀ ਆ ਸਮਝਣ ਦੀ ਕੋਸ਼ਿਸ਼ ਕਰਦਾ, ਉਸ ਸਮੇਂ ਦੀਆਂ ਰੈਵੋਲੂਸ਼ਨ ਪੜ੍ਹਦਾ, ਉਹਨੇ ਵਰਡ ਦੀਆਂ ਰੈਵੋਲੂਸ਼ਨ ਪੜ੍ਹੀਆਂ ਨੇ। ਉਹ ਅਜੇ ਤੱਕ ਤਾਂ ਬਾਬੇ ਨਾਨਕ ਦੇ ਫਲਸਫੇ ਤੇ ਪਹੁੰਚੇ ਨਹੀਂ ਸੀ। ਬਾਬੇ ਨਾਨਕ ਦਾ ਫਲਸਫਾ ਜਿਹੜੇ ਕਮਿਊਨਿਸਟ ਕਰਦੇ ਆ ਨਾ, ਸਾਡੇ ਕੋਲੇ ਫਲਸਫਾ ਕਾਰਲ ਮਾਰਕਸ ਦਾ ਫਲਸਫਾ, ਉਦੋਂ ਐਡਵਾਂਸ ਫਲਸਫਾ ਸਾਡੇ ਬਾਬੇ ਨਾਨਕ ਦਾ ਸੀ। ਹੁਣ ਬਾਬੇ ਨਾਨਕ ਨੇ 3 ਗੱਲਾਂ ਕਹੀਆਂ ਜੀ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਤੇ ਸਿਰਫ ਜਿਹੜੇ ਅਸੀਂ ਕਮਿਊਨਿਸਟ ਮਾ ਕੇ ਜਿਹੜਾ ਫਲਸਫਾ ਹੈਗਾ, ਜਿਹੜੇ ਸਮਾਜਵਾਦੀ ਦੇਸ਼ ਨੇ, ਉਹ ਸਿਰਫ 2 ਇਹਨਾਂ ਦੇ ਐਂਗਲ ਲੈ ਕੇ ਚੱਲਦੇ ਆ ਬਾਬੇ ਦੇ ਫਲਸਫੇ ਦੇ। ਉਹ ਕਿਹੜੇ ਆ? ਕਿਰਤ ਕਰੋ ਤੇ ਵੰਡ ਕੇ ਛਕੋ। ਉਹ ਸਭ 'ਚ ਬਰਾਬਰਤਾ ਭਾਲਦੇ ਆ। ਪਰ ਸਾਡੇ ਬਾਬੇ ਨਾਨਕ ਨੇ ਅਧਿਆਤਮਵਾਦ ਦਾ ਫਲਸਫਾ ਉਦੋਂ ਪਹਿਲਾਂ ਅਟੈਚ ਕੀਤਾ ਸੀ, ਨਾਮ ਜਪੋ। ਉਹਦੇ ਤੱਕ ਭਗਤ ਸਿੰਘ ਅਜੇ ਨਹੀਂ ਪਹੁੰਚਿਆ ਸੀ। ਉਹ ਇੱਕ ਸਟੇਜ ਨਾਸਤਿਕਤਾ ਦੀ ਸਟੇਜ ਤੱਕ ਪਹੁੰਚਿਆ ਸੀ। ਮੇਰਾ ਮੰਨਣਾ ਇਹ ਹੈ ਕਿ ਜਦੋਂ ਤੱਕ ਬੰਦਾ ਬਾਈ ਜੀ ਨਾਸਤਿਕ ਨਹੀਂ ਨਾ ਬਣਦਾ, ਮਤਲਬ ਕੀ ਹੈ ਨਾਸਤਿਕ ਦਾ ਮਤਲਬ ਕੀ ਹੈ, ਉਹ ਹਰ ਚੀਜ਼ ਨੂੰ ਨਕਾਰ ਦਿੰਦਾ। ਕਿਸੇ ਭਾਂਡੇ ਦੇ ਭਰਨ ਵਾਸਤੇ ਉਹਨੂੰ ਖਾਲੀ ਹੋਣਾ ਬਹੁਤ ਜ਼ਰੂਰੀ ਆ। ਤਾਂ ਭਗਤ ਸਿੰਘ ਨੇ ਸਭ ਤੋਂ ਪਹਿਲਾਂ ਨਾਸਤਿਕ ਹੋਣ ਬਾਰੇ ਆਪਣਾ ਓਪਨਲੀ ਕਿਹਾ ਕਿ ਮੈਂ ਨਾਸਤਿਕ ਹਾਂ, ਕਿਉਂਕਿ ਉਸ ਸਮੇਂ ਸਿੱਖ ਧਰਮ ਦੇ ਵਿੱਚ ਵੀ ਬੜੀਆਂ ਊਣਤਾਈਆਂ ਸੀ। ਜੇ ਅਸੀਂ ਗੱਲ ਕਰੀਏ SGPC, ਠੀਕ ਹੈ, ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਤਾਂ ਉਹ ਸਿੱਖੀ ਦੇ ਵਿੱਚ ਜਿਹੜੀ ਗਿਰਾਵਟ ਆ ਚੁੱਕੀ ਸੀ ਨਾ, ਉਹਦੇ ਖਿਲਾਫ ਜਿਹੜੇ ਮਸੰਦ ਕਾਬਜ ਹੋ ਚੁੱਕੇ ਸੀ, ਉਹਦੇ ਖਿਲਾਫ ਬਣੀ ਆ ਜੀ। ਉਸ ਤੋਂ ਪਹਿਲਾਂ ਹਿੰਦੂ ਧਰਮ ਦੇ ਵਿੱਚ ਆਰੀਆ ਸਮਾਜੀ ਨੂੰ ਕਿਹਾ ਜਾਂਦਾ, ਉਹਦਾ ਪਰਿਵਾਰ ਆਰੀਆ ਸਮਾਜ ਨਾਲ ਵੀ ਜੁੜਿਆ ਸੀ। ਤਾਂ ਉਹ ਕਹਿੰਦਾ ਵੀ ਕਿ ਮੈਂ ਮੰਨਦਾ, ਕਹਿੰਦਾ ਵੀ ਕਿ ਮੈਂ ਹਿੰਦੂ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ ਨਾਲ ਅਟੈਚ ਰਿਹਾ, ਕਿਉਂਕਿ ਪਰਿਵਾਰ ਉਹਦੇ ਨਾਲ ਜੁੜਿਆ ਹੋਇਆ ਸੀ, ਆਰੀਆ ਸਮਾਜ ਨਾਲ ਜੁੜਿਆ ਹੋਇਆ ਸੀ। ਪਰ ਉਹ ਸਾਰਿਆਂ ਤੋਂ ਨਖੇੜਾ ਕਰ ਚੁੱਕਿਆ ਸੀ। ਉਹ ਇੱਕ ਸਟੇਜ ਤੇ ਪਹੁੰਚਿਆ ਸੀ, ਨਾਸਤਿਕਤਾ ਦੀ ਸਟੇਜ ਤੇ। ਮੈਂ ਕਹਿੰਦਾ ਬੰਦੇ ਨੂੰ ਸਹੀ ਧਾਰਮਿਕ ਬਣਨ ਵਾਸਤੇ ਪਹਿਲਾਂ ਨਾਸਤਿਕਤਾ ਦੀ ਅਵਸਥਾ ਚੋਂ ਗੁਜ਼ਰਨਾ ਪੈਣਾ। ਸਾਡਾ ਬਾਬਾ ਨਾਨਕ ਵੀ ਉਸ ਫਲਸਫੇ ਦੇ ਵਿੱਚ ਤੋਂ ਲੰਘਿਆ। ਨਾਸਤਿਕ ਦਾ ਫਲਸਫੇ ਦੀ ਕਿਉਂ ਮੈਂ ਗੱਲ ਕਹਿਣਾ, ਕਿਉਂਕਿ ਬਾਬੇ ਨਾਨਕ ਨੇ ਸਾਡੇ ਨੇ ਉਹ ਵੀ ਕੀ ਹੈ, ਅਸੀਂ ਇਹ ਗੱਲ ਨੂੰ ਨਕਾਰ ਨਹੀਂ ਸਕਦੇ ਕਿ ਬਾਬਾ ਨਾਨਕ ਹਿੰਦੂ ਪਰਿਵਾਰ 'ਚ ਪੈਦਾ ਹੋਏ। ਤਾਂ ਉਹਨਾਂ ਨੇ ਹਿੰਦੂ ਮਾ ਕੇ ਜਿਹੜੀਆਂ ਰੋਹ ਰੀਤਾਂ ਸੀ ਸਭ ਨੂੰ ਨਕਾਰਿਆ, ਜਨੇਊ ਪਹਿਨ ਤੋਂ ਮਨਾ ਕਰਦੇ ਆ। ਤਾਂ ਇੱਕ ਕੀ ਆ ਨਾਸਤਿਕ ਬਣੇ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਫਲਸਫਾ ਦਿੱਤਾ, ਅਸਲ 'ਚ ਅਸੀਂ ਸਿੱਖੀ ਨੂੰ ਇੱਕ ਧਰਮ ਦੇ ਤੌਰ ਤੇ ਕੀ ਹੈ ਲੈ ਕੇ ਚੱਲਦੇ ਆ, ਪਰ ਸਿੱਖੀ ਇੱਕ ਜੀਵਨ ਜਾਂਚ ਆ, ਦੁਨੀਆ ਦੀ ਸਭ ਤੋਂ ਸ੍ਰੇਸ਼ਟ ਜੀਵਨ ਜਾਂਚ ਆ। ਅਸੀਂ ਉਹ ਜੀਵਨ ਜਾਂਚ ਹੀ ਨਹੀਂ ਸਮਝ ਸਕੇ। ਤੇ ਜੇ ਅਸੀਂ ਉਹ ਜੀਵਨ ਜਾਂਚ ਸਮਝ ਜਾਈਏ, ਮੈਂ ਕਹਿੰਦਾ ਵੀ ਅੱਜ ਰੌਲਾ ਪਾਇਆ ਜਾਂਦਾ ਇੱਕ ਖਿੱਤੇ ਨੂੰ ਲੈ ਕੇ, ਮੈਂ ਕਹਿੰਦਾ ਵੀ ਸਾਰਾ ਦੁਨੀਆ ਹੀ ਸਾਡੀ ਆ, ਕਿਉਂਕਿ ਸਾਡੇ ਫਲਸਫੇ ਤੋਂ ਵੱਡਾ ਕਿਸੇ ਕੋਲੇ ਫਲਸਫਾ ਹੀ ਹੈ ਨਹੀਂ।
ਉਹ ਫਲਸਫੇ ਨੂੰ ਪ੍ਰਚਾਰਨ ਦੀ ਥਾਂ ਤੇ ਅਸੀਂ ਕੀ ਆ ਡਿਮਾਂਡ ਲੈ ਕੇ ਬੈਠੇ। ਹੁਣ ਕਈ ਕਹਿੰਦੇ ਵੀ ਸਾਨੂੰ ਸਿੱਖਾਂ ਨੂੰ ਅੱਡ ਖਿੱਤਾ ਚਾਹੀਦਾ। ਮੈਂ ਕਹਿੰਦਾ ਜੇ ਸਿੱਖੀ ਫਲਸਫਾ ਦੁਨੀਆ ਦੇ ਵਿੱਚ ਸਹੀ ਢੰਗ ਨਾਲ ਪ੍ਰਵੇਲ ਕਰ ਜਾਵੇ ਤਾਂ ਸਾਰੀ ਦੁਨੀਆ ਹੀ ਸਿੱਖ ਬਣ ਜੇ, ਕਿਉਂਕਿ ਇਦੋਂ ਐਡਵਾਂਸ ਕਿਸੇ ਕੋਲੇ ਥਿਉਰੀ ਹੈ ਨਹੀਂ, ਇਦੋਂ ਐਡਵਾਂਸ ਕਿਸੇ ਕੋਲੇ ਸੋਚ ਹੈ ਨਹੀਂ। ਤਾਂ ਰੌਲਾ ਤੇ ਵੀ ਸਾਡੇ ਬਾਬੇ ਨਾਨਕ ਨੇ ਜਾਂ ਕਿਸੇ ਵੀ ਗੁਰੂ ਨੇ ਕਿਸੇ ਖਿੱਤੇ ਦੇ ਕਾਬਜ ਹੋਣ ਦੀ ਗੱਲ ਨਹੀਂ ਕੀਤੀ। ਉਹਨਾਂ ਨੇ ਮਨੁੱਖਤਾ ਦੀਆਂ ਲੜਾਈਆਂ ਲੜੀਆਂ, ਮਨੁੱਖਤਾ ਖਾਤਰ ਲੜਾਈਆਂ ਲੜੀਆਂ। ਸਾਡਾ ਬਾਬਾ ਨਾਨਕ ਕੀ ਆ ਕੰਧਾਰ ਤੱਕ ਕਿੱਥੋਂ ਤੱਕ ਪਹੁੰਚਿਆ, ਕਿੰਨੇ ਮੁਲਕਾਂ ਦੇ ਵਿੱਚ ਗਏ ਨੇ, ਉੱਥੇ ਜਾ ਕੇ ਉਹਨਾਂ ਨੇ ਕੰਡੈਮ ਕਿਹਨਾਂ ਨੂੰ ਕੀਤਾ। ਪਰ ਇੱਕ ਮੈਂ ਕਹਿੰਦਾ ਬਾਬੇ ਨਾਨਕ ਦੇ ਸਾਡੇ 'ਚ ਕੀ ਆ ਜਜ਼ਬਾ ਸੀ, ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਸੀ, ਗਲਤ ਨੂੰ ਗਲਤ ਮੂੰਹ ਤੇ ਕਹਿੰਦੇ ਸੀ। ਪਰ ਸਾਡੇ ਅੱਜ ਲੋਕ ਗਲਤ ਨੂੰ ਗਲਤ ਕਹਿਣ ਤੋਂ ਵੀ ਚੱਲਦੇ ਆ। ਹੁਣ ਤੁਸੀਂ ਗੱਲ ਕੀਤੀ ਆ ਕਿ ਅਸੀਂ ਅੰਮ੍ਰਿਤਪਾਲ ਦੇ ਕੋਈ ਵਿਰੋਧੀ ਨਹੀਂ ਹਾਂ, ਅਸੀਂ ਅੰਮ੍ਰਿਤਪਾਲ ਦੀ ਕੀ ਆ, ਦੇਖੋ ਮੈਂ ਵੀ ਗਲਤੀਆਂ ਕਰਦਾ, ਗਲਤੀ ਮੰਨਣੀ ਵੀ ਪੈਂਦੀ ਆ। ਮੈਨੂੰ ਇੱਕ ਗੱਲ ਤੇ ਆ ਕੇ ਅਸੀਂ ਡਿਫਰ ਕਰਦੇ ਸੀ। ਦੇਖੋ ਕਹਿੰਦੇ ਉਹ ਨਸ਼ਾ ਛਡਾਉਂਦਾ ਸੀ, ਕਹਿੰਦੇ ਚੰਗਾ ਕੰਮ ਆ, ਉਹ ਗੁਰਬਾਣੀ ਨਾਲ ਲੜ ਲਾਉਂਦੇ ਅੰਮ੍ਰਿਤ ਛਕਾਉਂਦੇ ਚੰਗਾ ਕੰਮ ਆ। ਪਰ ਜਦੋਂ ਗੱਲ ਕਰਦੇ ਆ ਉਹ ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਆ, ਠੀਕ ਹੈ, ਅਜਨਾਲੇ ਵਾਲੀ ਘਟਨਾ ਹੁੰਦੀ ਆ। ਤਾਂ ਅਸੀਂ ਇੱਕ ਗੱਲ ਸਪਸ਼ਟ ਕੀਤੀ ਸੀ ਕਿ ਅਸੀਂ ਇਸ ਗੱਲ ਦੇ ਹਮਾਇਤੀ ਨਹੀਂ ਹਾਂ, ਕਿਉਂਕਿ ਅਸੀਂ ਬੇਅਦਬੀ ਦੇ ਖਿਲਾਫ ਹੈ ਜੀ, ਕੌਮੀ ਇਨਸਾਫ ਮੋਰਚਾ ਲਾਇਆ ਹੋਇਆ, ਠੀਕ ਹੈ। ਤੇ ਅਸੀਂ ਮੈਂ ਕਹਿੰਦਾ ਵੀ ਉਸ ਚੀਜ਼ ਦੇ ਵਿੱਚ ਬੇਅਦਬੀ ਹੋਣ ਦੇ ਜਿੱਥੇ ਚਾਂਸ ਨੇ ਤਾਂ ਉੱਥੇ ਅਸੀਂ ਇਹਦੇ ਭਾਗੀਦਾਰ ਹੋਣ ਤੋਂ ਅਸੀਂ ਪਹਿਲਾਂ ਆਪ ਵੀ ਸਾਡੇ ਮੋਰਚੇ 'ਚ ਦੇਖੋ 26 ਜਨਵਰੀ ਨੂੰ 1.5 ਲੱਖ ਦਾ ਇਕੱਠ ਹੁੰਦਾ ਜੀ। ਸਾਡੇ ਨੌਜਵਾਨ ਕਹਿੰਦੇ ਕਿ ਮਹਾਰਾਜ ਦਾ ਸਰੂਪ ਨਾਲ ਲੈ ਕੇ ਜਾਣਾ, ਅਸੀਂ ਮੂਹਰੇ ਲੈ ਕੇ ਚੱਲਾਂਗੇ। ਤਾਂ ਸਾਰਿਆਂ ਨੇ ਰਾਤ ਨੂੰ ਵਿਚਾਰ ਕੀਤੀ, 2 ਦਿਨ ਪਹਿਲਾਂ ਵਿਚਾਰ ਹੋਈ ਕਿ ਉੱਥੇ ਕਿਉਂਕਿ ਬਣ ਦੀ ਲੱਕੜੀ ਕੱਟੀ ਹੋਈ ਸੀ ਬਾਈ ਜੀ, ਅਜੇ ਸਾਂਝ ਕੋਈ ਨਹੀਂ ਸੀਗੀ। ਤਾਂ ਅਸੀਂ ਇੱਕੋ ਗੱਲ ਕਹੀ ਸੀ ਕਿ ਜੇ ਕੋਈ ਉਨੀਕੀ ਹੁੰਦੀ ਆ ਤਾਂ ਮਹਾਰਾਜ ਦੇ ਸਰੂਪ ਨੂੰ ਜੇ ਕੋਈ ਬੇਅਦਬੀ ਨਾ ਹੋ ਜੇ ਤਾਂ ਅਸੀਂ ਮਹਾਰਾਜ ਦੇ ਸਰੂਪ ਨੂੰ ਨਹੀਂ ਲੈ ਕੇ ਜਾਣਾ, ਅਸੀਂ 5 ਪਿਆਰਿਆਂ ਦੀ ਅਗਵਾਈ 'ਚ ਲੈ ਕੇ ਜਾਵਾਂਗੇ। ਠੀਕ ਹੈ। 7 ਜਨਵਰੀ ਨੂੰ ਮੋਰਚਾ ਲੱਗਦਾ, ਤਾਂ ਮੋਰਚਾ ਲੱਗਣ ਤੋਂ ਪਹਿਲਾਂ ਬਾਈ ਜੀ ਮੈਂ ਕਹਿਣਾ ਕਈ ਬੰਦਿਆਂ ਨੇ ਕਿਹਾ ਕਿ ਆਪਾਂ ਮਹਾਰਾਜ ਦਾ ਸਰੂਪ ਲੈ ਕੇ ਚੱਲੀਏ ਨਾਲ। ਟਕਰਾਅ ਹੋਣ ਦੀ ਸਥਿਤੀ ਸੀ ਉਸ ਦਿਨ, ਟਕਰਾਅ ਉੱਥੇ ਹੋਣ ਲੱਗਿਆ ਸੀ, ਉੱਥੇ ਵੀ ਅਸੀਂ ਮੂਹਰੇ ਹੋ ਕੇ ਉੱਥੇ ਭਿੜੇ ਆ। ਤਾਂ ਅਸੀਂ ਇਹੀ ਕਿਹਾ ਸੀ ਕਿ ਮਹਾਰਾਜ ਦਾ ਸਰੂਪ ਨਹੀਂ ਲੈ ਕੇ ਜਾਣਾ ਜਿੰਨਾ ਚਿਰ ਸਾਡਾ ਮੋਰਚਾ ਸਟੇਬਲ ਨਹੀਂ ਹੁੰਦਾ। 12ਵੇਂ ਦਿਨ ਬਾਈ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਉੱਥੇ। ਤਾਂ 12ਵੇਂ ਦਿਨ ਪ੍ਰਕਾਸ਼ ਕਰਕੇ ਜਿੰਨਾ ਚਿਰ ਮੋਰਚਾ ਸਟੇਬਲ ਨਹੀਂ ਹੋਇਆ ਸੀ ਮਹਾਰਾਜ ਦਾ ਸਰੂਪ ਨਹੀਂ ਲੈ ਕੇ ਗਏ। ਸਾਡਾ ਕਲੈਸ਼ ਹੁੰਦਾ ਮੋਹਾਲੀ ਦੇ ਵਿੱਚ, ਉੱਥੇ ਵੀ ਉਹ ਵੀ 3 ਚੌਂਕ ਅੱਗੇ ਜਾ ਕੇ ਜਿੱਥੇ ਮੋਰਚਾ ਲੱਗਿਆ ਉੱਥੇ 31 ਮੈਂਬਰੀ ਜਥਾ ਜਾਂਦਾ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉੱਥੇ ਇਕੱਠੇ ਹੁੰਦੇ ਸੀ। ਮਾ ਕੇ ਪੁਲਿਸ ਮੁਲਾਜ਼ਮ ਉੱਤੇ ਇਕੱਠੇ ਹੁੰਦੇ ਸੀ, 31 ਦਾ ਜਥਾ ਹੁੰਦਾ ਸੀ। ਅਸੀਂ ਉਸ ਦਿਨ ਵੀ ਉੱਥੇ ਜਾ ਕੇ ਕਿਹਾ ਸੀ, ਜਿਸ ਦਿਨ ਟਕਰਾਅ ਹੁੰਦਾ ਮੈਂ ਉੱਥੇ ਪਹਿਲਾਂ ਮੌਜੂਦ ਸੀ, ਮੈਂ ਉੱਥੇ ਕਿਹਾ ਸੀ ਕਿ ਸਾਨੂੰ ਗ੍ਰਿਫਤਾਰ ਕਰੋ ਜਾਂ ਸਾਡੇ ਬੰਦੀ ਸਿੰਘ ਬਾਹਰ ਕੱਢੋ। ਪਰ ਉੱਥੇ ਉਹਨਾਂ ਨੇ ਡਿਨਾਈ ਕਰਤਾ, ਜਵਾਬ ਦਿੱਤਾ ਸਾਨੂੰ ਗ੍ਰਿਫਤਾਰ ਕਰਨ ਤੋਂ। ਤਾਂ ਉਹਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ 31 ਮੈਂਬਰੀ ਜਥਾ ਕੋਈ ਮਹਾਰਾਜ ਦਾ ਸਰੂਪ ਨਾਲ ਲੈ ਕੇ ਨਹੀਂ ਜਾ ਕੇ ਲੜਦਾ ਸੀ ਉੱਥੇ ਜਾਂ ਕਲੈਸ਼ 'ਚ। ਉਹ ਵੀ ਅਸੀਂ ਮਹਾਰਾਜ ਅੱਗੇ ਅਰਦਾਸ ਕਰਦੇ ਸੀ ਮੋਰਚੇ ਦੇ ਵਿੱਚ, ਤੇ ਫਿਰ ਜਾ ਕੇ ਅਸੀਂ ਅੱਗੇ ਜਾ ਕੇ ਬੈਠਦੇ ਸੀ ਉੱਥੇ। ਕਹਿੰਦੇ ਆ ਨਾ ਕਿ ਬਾਕੀ ਪਹਿਲਾਂ ਇਤਿਹਾਸ ਕਹਿੰਦਾ ਕਿ ਜੰਗਾਂ ਯੁੱਧਾਂ ਦੇ ਵਿੱਚ ਲੈ ਕੇ ਜਾਂਦੇ ਰਹੇ ਸਰੂਪ ਨੂੰ। ਸਾਡਾ ਜਿਹੜੇ ਗੁਰੂ ਗ੍ਰੰਥ ਸਾਹਿਬ ਹੈ ਸਾਡੇ ਅੰਗ ਸੰਗ ਸਹਾਈ ਹੈ ਕਹਿੰਦੇ। ਬਾਈ ਜੀ ਅਸੀਂ ਮੰਨਦੇ ਹਾਂ ਗੁਰੂ ਸਾਹਿਬ ਸਾਡੇ ਅੰਗ ਸੰਗ ਸਹਾਈ ਆ, ਸਾਡੇ ਅੰਦਰ ਬਾਣੀ ਦਾ ਪ੍ਰਵਾਹ ਹੋਣਾ ਚਾਹੀਦਾ, ਸਾਨੂੰ ਫਲਸਫੇ ਦੀ ਜਾਂਚ ਹੋਣੀ ਚਾਹੀਦੀ ਆ। ਪਰ ਮੁੱਖ ਗੱਲ ਇਹ ਅਸੀਂ ਜੰਗਾਂ ਯੁੱਧਾਂ ਦੀ ਗੱਲ ਕਰਦੇ, ਜੰਗਾਂ ਯੁੱਧਾਂ ਦੇ ਵਿੱਚ ਮਹਾਰਾਜ ਸਰੂਪ ਜਿੱਥੇ ਪੜਾਅ ਫੌਜ ਦਾ ਹੁੰਦਾ ਸੀ ਉੱਥੇ ਮਹਾਰਾਜ ਸਰੂਪ ਰੱਖਿਆ ਜਾਂਦਾ ਸੀ। ਉੱਥੋਂ ਅਰਦਾਸ ਕਰਕੇ ਜਾ ਕੇ ਫੌਜਾਂ ਜੰਗ ਲੜਦੀਆਂ ਸੀ, ਕੋਈ ਜੰਗ ਦੇ ਮੈਦਾਨ 'ਚ ਨਹੀਂ ਲੈ ਕੇ ਜਾਂਦੇ ਸੀ। ਅਸੀਂ ਕੋਪਰ ਹੀੜੇ ਦੇ ਵਿੱਚ ਮੈਂ ਕਹਿਣਾ ਵੀ ਜਿੰਨੇ ਘੱਲੂ ਘਾਰੇ ਹੋਏ ਆ ਉਹਨਾਂ 'ਚ ਵੀ ਮਹਾਰਾਜ ਦੇ ਸਰੂਪ ਨੂੰ ਸੇਫ ਰੱਖਣ ਵਾਸਤੇ ਪਹਿਲਾਂ ਔਰਤਾਂ ਦੇ ਬੱਚਿਆਂ ਦਾ ਘੇਰਾ ਬਣਾਇਆ ਜਾਂਦਾ ਉਹਦੇ ਪਾਸਿਆਂ ਤੇ ਸਿੰਘ ਪਾਸਿਆਂ ਦੇ ਕੀ ਆ ਘੇਰਾ ਬਣਾ ਕੇ ਜੰਗ ਲੜਦੇ ਰਹੇ, ਉਹਨੂੰ ਸੇਫ ਰੱਖਿਆ ਜਾਂਦਾ ਸੀ। ਤਾਂ ਮੈਂ ਕਹਿਣਾ ਵੀ ਉਹ ਚੀਜ਼ ਨੂੰ ਲੈ ਕੇ ਦੇਖੋ ਪੱਤਰਕਾਰ ਨੇ ਸਾਨੂੰ ਇੱਕ ਸਵਾਲ ਕੀਤਾ, ਅਸੀਂ ਕੋਈ ਵਿਵਾਦ ਦੇ ਵਿੱਚ ਪੈਣ ਦੀ ਗੱਲ ਨਹੀਂ ਸੀ। ਪੱਤਰਕਾਰ ਵੀਰ ਨੇ ਸਵਾਲ ਕੀਤਾ ਵੀ ਤੁਹਾਡੇ ਤੇ ਉਹਦੇ 'ਚ ਫਰਕ ਕੀ ਆ, ਤੁਸੀਂ ਵੀ ਮਹਾਰਾਜ ਸਰੂਪ ਕੌਮੀ ਇਨਸਾਫ ਮੋਰਚੇ 'ਚ ਮਾ ਕੇ ਕੀ ਇੱਥੇ ਸੁਸ਼ੋਭਤ ਆ ਤੇ ਉੱਥੇ ਵੀ ਲੈ ਕੇ ਗਏ, ਫਰਕ ਕੀ ਆ? ਤਾਂ ਅਸੀਂ ਸਿਰਫ ਬਾਈ ਬਲਵਿੰਦਰ ਸਿੰਘ ਨੇ ਫਰਕ ਦੱਸਿਆ ਸੀ ਤੇ ਮੈਂ ਸਪੋਕਸਮੈਨ ਤੇ ਵੀਰ ਸੁਰਖਾਬ ਨੇ ਗੱਲ ਕੀਤੀ, ਮੈਂ ਉਹਦੇ ਨਾਲ ਵੀ ਇਹੀ ਗੱਲ ਕੀਤੀ ਸੀ। ਤਾਂ ਸਾਨੂੰ ਉੱਥੇ ਨਾਲ ਦੀ ਨਾਲ ਉਹਨਾਂ ਨੇ ਮੋਰਚੇ ਦੇ ਵਿੱਚ ਇਹੀ ਪ੍ਰਧਾਨ ਮੰਤਰੀ ਬਾਜੀ ਕੇ ਤੇ ਹੋਰ ਜਿਹੜੇ ਮੈਂ ਕਿ ਕੁਝ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਸੀਗੀ ਉਹਨਾਂ ਨੇ ਸਾਡਾ ਉੱਥੇ ਵਿਰੋਧ ਵੀ ਕੀਤਾ ਸੀ। ਉਹਨਾਂ ਨੇ ਬਕਾਇਦਾ ਬਾਪੂ ਜੀ ਦੇ ਗੱਲ ਵੀ ਪਏ। ਬਾਪੂ ਜੀ ਨੇ ਕਿਹਾ ਕਿ ਭਾਈ ਇੰਡੀਵਿਜੂਅਲ ਬਿਆਨ ਆ ਉਹਨਾਂ ਦਾ, ਨਹੀਂ ਜੀ ਕਹਿੰਦੇ ਉਹਨਾਂ ਤੋਂ ਮਾਫੀ ਮੰਗੋ। ਪਰ ਅਸੀਂ ਉਹ ਸਟੈਂਡ ਤੇ ਕਾਇਮ ਰਹੇ। ਅਸੀਂ ਉਸ ਤੋਂ ਬਾਅਦ ਮੋਰਚੇ ਤੋਂ ਪਾਸੇ ਰਹਿ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦੇਖੋ ਅਸੀਂ ਸਿਰ ਦੇਣ ਨੂੰ ਜਿਵੇਂ ਗੱਲ ਕੀਤੀ ਜਾਂਦੀ ਹੈ ਨਾ, ਜਿੱਥੇ ਸਿਰ ਦੀ ਲੋੜ ਸੀ ਬਾਈ ਜੀ ਉੱਥੇ ਖੜੇ ਸੀ। ਬਾਈ ਬਲਵਿੰਦਰ ਸਿੰਘ ਜਿਸ ਦਿਨ ਪੁਲਿਸ ਨਾਲ ਟਕਰਾਅ ਹੁੰਦਾ ਮਗਰ ਕਿਰਪਾਨਾਂ ਵਾਲੇ ਸਾਡੇ ਆਪਦੇ ਭਰਾ ਸਾਡੇ ਉੱਤੇ ਚੜੇ, ਦੂਜੇ ਪਾਸੇ ਪੁਲਿਸ ਦੀ ਗੋਲੀ ਵੱਜ ਸਕਦੀ ਪਰ ਵਿਚਕਾਰ ਬਾਈ ਬਲਵਿੰਦਰ ਸਿੰਘ ਆਪਦੀ ਪੱਗ ਲਹਾ ਕੇ ਪੁਲਿਸ ਵਾਲੇ ਨੂੰ ਬਚਾ ਰਿਹਾ ਸੀ। ਉੱਥੇ ਦੋਨਾਂ ਪਾਸੇ ਡਰ ਵੀ ਸੀ, ਦੋਨਾਂ ਪਾਸੇ ਮਾ ਕੇ ਅਟੈਕ ਹੋ ਰਿਹਾ ਸੀ, ਤਾਂ ਉੱਥੇ ਖੜੇ ਸੀ। ਪਰ ਹੁਣ ਜਦੋਂ ਉੱਥੇ ਖੜ ਕੇ ਉਹਨਾਂ ਨੇ ਇਹੀ ਮਾ ਕੇ ਕਈ ਬੰਦਿਆਂ ਨੇ ਬਦਤਮੀਜ਼ੀ ਨਾਲ ਕਿਹਾ ਕਿ ਮੋਰਚੇ 'ਚ ਬੜੂ ਬਲਵਿੰਦਰ ਸਿੰਘ ਜਾਂ ਸਾਡਾ ਮਾ ਕੇ ਕਹਿੰਦੇ ਸੀ, ਉਹ ਕਹਿੰਦੇ ਜਦੋਂ ਬਣਨਗੇ ਲੱਤਾਂ ਤੋੜਾਂਗੇ ਅਸੀਂ ਐਂ ਕਰਾਂਗੇ। ਤਾਂ ਅਸੀਂ ਬਾਪੂ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਪੂ ਜੀ ਅਸੀਂ ਮੋਰਚੇ ਦੇ ਨਾਲ ਆ, ਪਰ ਜੇਕਰ ਇਹ ਬੰਦੇ ਮੋਰਚੇ ਦੇ ਵਿੱਚ ਮਾ ਕੇ ਹੈਗਾ ਤਾਂ ਅਸੀਂ ਸਾਈਡ ਲਾਈਨ ਹੋ ਕੇ ਅਸੀਂ ਪਿੰਡਾਂ ਦੇ ਵਿੱਚ ਕੰਮ ਕਰ ਲੈਂਦੇ ਆ, ਕਿਉਂਕਿ ਮੋਰਚੇ ਦੀ ਮਜ਼ਬੂਤੀ ਕੀ ਹੈ, ਇਕੱਲੇ ਮੋਰਚੇ 'ਚ ਰਹਿ ਕੇ ਨਹੀਂ, ਅਸੀਂ ਪਾਸੇ ਰਹਿ ਕੇ ਵੀ ਕਰ ਸਕਦੇ ਹਾਂ। ਜਿੰਨਾ ਚਿਰ ਇਹ ਬੰਦੇ ਇੱਥੇ ਹੈਗੇ ਆ ਤਾਂ ਇਹੋ ਜਿਹੇ ਬੰਦਿਆਂ ਤੋਂ ਜਾਂ ਤਾਂ ਸਾਨੂੰ ਲਾਂਭੇ ਕਰਨਾ ਪਊ, ਨਹੀਂ ਜੇਕਰ ਇਹ ਵਿੱਚ ਰੱਖਣੇ ਆ ਤੁਸੀਂ ਤਾਂ ਅਸੀਂ ਸਾਈਡ ਤੇ ਹੋ ਕੇ ਕੰਮ ਕਰ ਲੈਣਾ। ਕਿਉਂਕਿ ਦੇਖੋ ਸਾਡੇ ਨਾਲੋਂ ਮੋਰਚਾ ਸਾਡੀ ਈਗੋ ਨਾਲੋਂ ਵੱਡਾ, ਅਸੀਂ ਮੋਰਚੇ ਦੇ ਨਾਲ ਖੜੇ ਆ, ਕੌਮ ਦਾ ਮਸਲਾ, ਤੇ ਉਸ ਮੋਰਚੇ ਨੂੰ ਮਜ਼ਬੂਤ ਕਰਨ ਵਾਸਤੇ ਅਸੀਂ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਜਿੱਤ ਪ੍ਰਾਪਤ ਨਹੀਂ ਹੁੰਦੀ। ਪਹਿਲੇ ਦਿਨੋਂ ਕਹਿ ਕੇ ਤੁਰੇ ਆ
ਤੇ ਦੇਖੋ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਬਾਈ ਜੀ ਕਹਾਂਗੇ। ਤੁਹਾਨੂੰ ਇਹ ਲੱਗਦਾ ਹੈ ਵੀ ਜਿਵੇਂ ਅੰਮ੍ਰਿਤਪਾਲ ਸਿੰਘ ਦੇ ਸਾਥੀ ਜਾਂ ਅੰਮ੍ਰਿਤਪਾਲ ਸਿੰਘ ਦੇ ਕਈ ਬਿਆਨ ਆਉਂਦੇ ਸੀ, ਉਹਦੇ ਨਾਲ ਜਿਹੜਾ ਕੌਮੀ ਇਨਸਾਫ ਮੋਰਚੇ ਦੇ ਵਿੱਚ ਆਮ ਜਨ ਸਮੂਹ ਨੇ ਜਾਣਾ ਸੀ, ਜਿਵੇਂ ਕਈ ਲੋਕ ਚਾਹੇ ਕਿਸਾਨ ਜਥੇਬੰਦੀਆਂ ਵੀ ਹੈ, ਚਾਹੇ ਉਹ ਮਜ਼ਦੂਰ ਜਥੇਬੰਦੀਆਂ, ਚਾਹੇ ਉਹ ਮੁਲਾਜ਼ਮ ਜਥੇਬੰਦੀਆਂ, ਜਿਹੜੀਆਂ ਕਿਸਾਨੀ ਅੰਦੋਲਨ ਦੇ ਦੌਰਾਨ ਜਾਂਦੀਆਂ ਰਹੀਆਂ ਲਗਾਤਾਰ, ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਵੀ ਸੀ ਉਹ ਨਿਰੋਲ ਕਿਸਾਨਾਂ ਦਾ ਨਹੀਂ ਸੀ, ਉਹਦੇ 'ਚ ਬਾਕੀ ਲੋਕ ਵੀ ਸੀਗੇ। ਤਾਂ ਇਹ ਵੀ ਨਿਰੋਲ ਸਿੱਖਾਂ ਦਾ ਨਹੀਂ ਹੋ ਸਕਦਾ ਇਹਦੇ 'ਚ, ਜਿਹਨਾਂ ਨੂੰ ਕਾਮਰੇਡ ਕਹਿੰਦੇ ਆ ਉਹ ਜਥੇਬੰਦੀਆਂ, ਜਾਂ ਹਿੰਦੂ ਭਰਾ ਜਿਹੜੇ ਸਾਡੇ ਪਿੰਡਾਂ 'ਚ ਖੇਤਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਸੀ ਸੰਗਤ ਕਹਿ ਦਿੰਦੇ ਆ, ਉਹਨਾਂ ਨੇ ਵੀ ਜਾਣਾ ਹੁੰਦਾ। ਪਰ ਕਿਤੇ ਨਾ ਕਿਤੇ ਇਹ ਡਰ ਸੀ ਮਨ ਦੇ ਵਿੱਚ ਕਿ ਭਾਈ ਉੱਥੇ ਐਸੇ ਬੰਦੇ ਬੈਠੇ ਜਿਹੜੇ ਕਹਿੰਦੇ ਆ ਵੀ ਮਾਰ ਦਿਆਂਗੇ, ਕੁੱਟ ਦਿਆਂਗੇ ਜੇ ਕੋਈ ਆਇਆ, ਕਿ ਇਹ ਨਹੀਂ ਪਤਾ ਕਿ ਕਿਹਨੂੰ ਕਾਮਰੇਡ ਕਹਿ ਕੇ ਲੱਤ ਵੱਢ ਦੇਣੀ ਹੈ ਜਾਂ ਕਿਹਨੂੰ ਕਾਮਰੇਡ ਕਹਿ ਕੇ ਸਿਰ 'ਚ ਡਾਂਗ ਮਾਰਨੀ ਹੈ। ਨਹੀਂ ਦੇਖੋ, ਮੈਂ ਬਾਈ ਜੀ ਨਾ ਜਦੋਂ ਮੋਰਚਾ ਸ਼ੁਰੂ ਹੁੰਦਾ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਮੈਂ ਇੱਕ ਕੈਮਰੇ ਦੇ ਅੱਗੇ ਗੱਲ ਕਰਦਾ ਰਿਹਾ ਕਿ ਇਹ ਜਿਹੜਾ ਮੋਰਚਾ ਇਹ ਇਕੱਲਾ ਕੌਮ ਦੇ ਵਾਸਤੇ ਨਹੀਂ ਮੋਰਚਾ ਲੱਗਾ, ਇਨਸਾਨੀਅਤ ਦਾ ਵੀ ਮੋਰਚਾ। ਦੂਜੀ ਗੱਲ ਇਹ ਸਾਡੀ ਕੌਮ ਦੀ ਸਕੂਲਿੰਗ ਹੋਣੀ ਹੈ ਤੇ ਸਾਡੀ ਕੌਮ ਕਿਤੇ ਨਾ ਕਿਤੇ ਰਿਜਿਡ ਹੋ ਚੁੱਕੀ ਹੈ, ਜਿਹੜੀ ਕੱਟੜਵਾਦ ਦੀ ਸ਼ਿਕਾਰ ਹੋ ਚੁੱਕੀ ਆ, ਤੇ ਕੱਟੜਤਾ ਸਭ ਤੋਂ ਖਤਰਨਾਕ ਹੁੰਦੀ ਆ। ਤੇ ਹੌਲੀ ਹੌਲੀ ਮੈਂ ਕਹਿੰਦਾ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀ ਸ਼ੁਰੂ 'ਚ ਵਿਰੋਧ ਵੀ ਹੋਇਆ ਕੁਝ ਗੱਲਾਂ ਦਾ, ਪਰ ਉਹੀ ਨੌਜਵਾਨਾਂ ਨਾਲ ਜਦੋਂ ਬੈਠ ਕੇ ਗੱਲ ਕਰਦੇ ਸੀ, ਦੇਖੋ ਕੁਝ ਕਾਮਰੇਡੀ ਧਿਰਾਂ ਜਦੋਂ ਉੱਥੇ ਆਉਂਦੀਆਂ ਸੀ ਜਿਹਨਾਂ ਨੂੰ ਖੱਬੇ ਪੱਖੀ ਕਿਹਾ ਜਾਂਦਾ, ਜਿਹੜੇ ਬਕਾਇਦਾ ਕੀ ਹੈ ਜਿਵੇਂ ਦਰਸ਼ਨਪਾਲ ਜੀ ਦੀ ਜਥੇਬੰਦੀ ਆ, ਹੋਰ ਬੜੀਆਂ ਜਥੇਬੰਦੀਆਂ ਨੇ, ਉਹਨਾਂ ਦੇ ਵਿੰਗ ਨੇ, ਕਿਸਾਨੀ ਵਿੰਗ ਬਣੇ ਹੋਏ ਆ, ਉਹ ਜਦੋਂ ਉੱਥੇ ਆਉਂਦੇ ਸੀ ਤਾਂ ਕੁਝ ਵੀਰਾਂ ਨੇ ਉੱਥੇ ਵਿਰੋਧਤਾ ਕਰਨੀ ਚਾਹੀ, ਪਰ ਜਦੋਂ ਉਹਨਾਂ ਨਾਲ ਕੀ ਆ ਬੈਠ ਕੇ ਗੱਲ ਕਰਦੇ ਸੀ ਤਾਂ ਸਾਡੇ ਦੇਖੋ ਮੁੰਡੇ ਉੱਥੇ ਬੜੇ ਸੁਹਿਰਦ ਮੁੰਡੇ ਬੈਠੇ ਆ, ਉਹ ਸਮਝ ਵੀ ਜਾਂਦੇ ਸੀ। ਉਸ ਤੋਂ ਬਾਅਦ ਦਰਸ਼ਨਪਾਲ ਜੀ ਦੀ ਪ੍ਰੈਸ ਕਾਨਫਰੰਸ ਵੀ ਹੁੰਦੀ ਹੈ, ਉਹ ਸਟੇਜ ਤੇ ਵੀ ਬੋਲਦੇ ਆ ਤੇ ਲਗਾਤਾਰ ਮੋਰਚੇ ਦੇ 31 ਮੈਂਬਰੀ ਜਥੇ ਦੀ ਵੀ ਅਗਵਾਈ ਕਰਦੇ ਆ, ਉਹ ਨਿਰੋਲ ਕਾਮਰੇਡੀ ਧਿਰ ਕਹਾਉਂਦੀ ਆ ਆਪਦੇ ਆਪ ਨੂੰ। ਉਸ ਤੋਂ ਬਿਨਾਂ ਹੋਰ ਬੜੀਆਂ ਸੰਸਥਾਵਾਂ ਨੇ ਉੱਥੇ, ਮੁਸਲਮਾਨ ਵੀਰ ਮਾ ਕੇ ਮਲੇਰਕੋਟਲੇ ਤੋਂ ਜਾ ਕੇ ਚੌਲਾਂ ਦਾ ਲੰਗਰ ਲਗਾਉਂਦੇ ਆ, ਹੁਣ ਵੀ ਮਾ ਕੇ ਜਾ ਰਹੇ ਆ। ਇਸੇ ਤਰੀਕੇ ਨਾਲ ਉਸ ਮੋਰਚੇ ਦੇ ਵਿੱਚ ਦੇਖੋ ਮੈਂ ਤਾਂ ਹੀ ਕਹਿਣਾ ਕਿ ਕੌਮ ਦੀ ਸਕੂਲਿੰਗ ਹੋਣੀ ਜ਼ਰੂਰੀ ਸੀ, ਉਹ ਸਕੂਲਿੰਗ ਉੱਥੇ ਹੋ ਰਹੀ ਆ ਦਿਨੋਂ ਦਿਨ। ਕੀ ਆ ਲੋਕਾਂ 'ਚ ਰਿਜਿਡਿਟੀ, ਕਿਉਂਕਿ ਜਿੰਨਾ ਚਿਰ ਅਸੀਂ ਕੱਟੜਤਾ ਘਟਾਉਂਦੇ ਨਹੀਂ, ਜੇਕਰ ਅਸੀਂ ਗੱਲ ਕਰਦੇ ਆ ਨਾ, ਅਸੀਂ ਕੇ ਥੋੜਾ ਜਿਹਾ ਆਪਣੇ ਆਪ ਨੂੰ ਜ਼ਿਆਦਾ ਐਕਸਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸੀਂ ਘੈਂਟ ਆ, ਪਰ ਮੈਂ ਕਹਿੰਦਾ ਸਾਡੇ ਤੋਂ ਘੈਂਟ ਵੀ ਕੋਈ ਨਹੀਂ। ਪਰ ਸਾਨੂੰ ਉਹਦੇ ਵਾਸਤੇ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਆ, ਖਾਲਿਸਤਾਨ ਦੀਆਂ ਗੱਲਾਂ ਚੱਲ ਪੈਂਦੀਆਂ ਨੇ, ਉੱਥੇ ਮੋਰਚੇ 'ਚ ਵੀ ਹੁੰਦੀਆਂ ਨੇ। ਅਸੀਂ ਖਾਲਿਸਤਾਨ ਦੇ ਉਸ ਦੇ ਵਿਰੋਧੀ ਆ ਜਿਹੜਾ ਤਲਵਾਰ ਨਾਲ ਬਣਾਇਆ ਜਾਂਦਾ, ਠੀਕ ਹੈ, ਜਿਹੜਾ ਵਿਚਾਰ ਨਾਲ ਖਾਲਸਾ ਰਾਜ ਦੀ ਗੱਲ ਕਰਦਾ ਸੀ ਉਹਦੇ ਹਮੈਤੀ ਆ। ਭਗਤ ਸਿੰਘ ਕਿਹਦੇ ਖਿਲਾਫ ਲੜਿਆ? ਉਹ ਅੰਗਰੇਜ਼ਾਂ ਖਿਲਾਫ ਲੜਿਆ ਜਿਨ੍ਹਾਂ ਨੇ ਖਾਲਸਾ ਰਾਜ ਖਤਮ ਕੀਤਾ। ਹੁਣ ਭਗਤ ਸਿੰਘ ਨੂੰ ਕੋਈ ਕਹਿ ਦੇ ਕਿ ਭਗਤ ਸਿੰਘ ਸਿੱਖਾਂ ਦੀ ਲੜਾਈ ਨਹੀਂ ਲੜਿਆ, ਕੌਮ ਦੀ ਲੜਾਈ ਨਹੀਂ ਲੜਿਆ, ਉਦੋਂ ਕੌਮ ਦੀ ਕੋਈ ਲੜਾਈ ਹੈ ਨਹੀਂ ਸੀ, ਉਦੋਂ ਲੜਾਈ ਤਾਂ ਅੰਗਰੇਜ਼ਾਂ ਨਾਲ ਸੀ। ਕੌਮ ਦੇ ਵਿੱਚ ਜਿਹੜੀ ਕੀ ਹੈ ਗਿਰਾਵਟ ਆਈ ਸੀ, ਮੈਂ ਕਹਿਣਾ ਦੇਖੋ ਹੀਰੇ ਨੂੰ ਅਸੀਂ ਸਿੱਟ ਨਹੀਂ ਸਕਦੇ, ਉਹਨੂੰ ਸਾਫ਼ ਕਰਨਾ ਜ਼ਰੂਰੀ ਹੈ। ਜੇ ਚਿੱਕੜ ਦੇ ਵਿੱਚ ਆ ਸਾਡੇ ਧਰਮ 'ਚ ਕੋਈ ਗਿਰਾਵਟ ਆਈ, ਉਹ ਦੂਰ ਹੋਣੀ ਬਹੁਤ ਜ਼ਰੂਰੀ ਆ। ਇਹ ਹੀਰਾ ਉਹ ਹੀਰਾ ਮੈਂ ਕਹਿਣਾ ਵੀ ਉਦੋਂ ਕੀਮਤੀ ਕੋਈ ਧਰਮ ਮੈਂ ਕਿ ਹੈ ਨਹੀਂ, ਕੋਈ ਫਲਸਫਾ ਹੈ ਨਹੀਂ ਮੈਂ ਕਹਿਣਾ, ਠੀਕ ਹੈ ਨਾ। ਉਹਦੇ ਵਾਸਤੇ ਅਸੀਂ ਉੱਥੇ ਜਦੋਂ ਗੱਲਾਂ ਕੀਤੀਆਂ, ਨੌਜਵਾਨਾਂ ਨਾਲ ਗੱਲਾਂ ਕੀਤੀਆਂ, ਤਾਂ ਨੌਜਵਾਨਾਂ ਨੇ ਹੌਲੀ ਹੌਲੀ ਮੋਟੀਵੇਟ ਵੀ ਹੋਣਾ ਸ਼ੁਰੂ ਕੀਤਾ, ਉਹ ਗੱਲ ਨੂੰ ਸਮਝਣ ਵੀ ਲੱਗੇ। ਤਾਂ ਕੱਟੜਤਾ ਹੌਲੀ ਹੌਲੀ ਕੀ ਆ ਮੋਰਚੇ ਦੇ ਵਿੱਚੋਂ ਸ਼ੁਰੂਆਤੀ ਦਿਨਾਂ 'ਚ ਕੱਟੜਤਾ ਰਹੀ ਆ, ਉਹ ਕੱਟੜਤਾ ਹੌਲੀ ਹੌਲੀ ਖਤਮ ਹੋਈ ਤੇ ਉਸ ਤੋਂ ਬਾਅਦ ਨੌਜਵਾਨਾਂ ਨੇ ਸਮਝਣਾ ਵੀ ਸ਼ੁਰੂ ਕੀਤਾ ਕਿਉਂਕਿ ਸਾਨੂੰ ਸਪੋਰਟ ਦੀ ਹਰ ਵਰਗ ਦੀ ਲੋੜ ਆ। ਬਾਕੀ ਇਹ ਜਿਹੜਾ ਲੜਾਈ ਆ ਇਹ ਇਕੱਲੀ ਸਿੱਖ ਕੌਮ ਦੀ ਲੜਾਈ ਨਹੀਂ ਹੈ। ਸਭ ਤੋਂ ਵੱਡੀ ਬਾਈ ਜੀ ਮੈਂ ਕਹਿੰਦਾ ਇੱਕ ਤੁਹਾਡੇ ਚੈਨਲ ਥਰੂ ਮੈਂ ਇੱਕ ਗੱਲ ਜ਼ਰੂਰ ਸਪਸ਼ਟ ਕਰਨਾ ਚਾਹਣਾ ਕਿ ਭਾਈ ਹਵਾਰਾ ਜੀ ਨੇ ਮੋਰਚਾ ਇਕੱਲੇ ਬੰਦੀ ਸਿੰਘਾਂ ਦੀ ਰਿਹਾਈ ਖਾਤਰ ਨਹੀਂ ਕਿਹਾ ਲਾਉਣ ਨੂੰ। ਸਭ ਤੋਂ ਪਹਿਲੀ ਮੰਗ ਉਹਨਾਂ ਨੇ ਕੀ ਕਹੀ ਆ, ਉਹ ਕਹਿੰਦੇ ਤੇ ਮੇਨ ਮੰਗ ਵੀ ਇਹੀ ਆ ਕਿ ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇ ਬੇਅਦਬੀ ਹੁੰਦੀ ਆ ਤਾਂ ਉਹਦੇ ਤੇ ਇੱਕ ਸਖਤ ਕਾਨੂੰਨ ਬਣੇ। ਮੈਂ ਕਹਿੰਦਾ ਘੱਟੋ ਘੱਟ UAPA ਲੱਗੇ ਅਸਲ ਦੇ ਵਿੱਚ, ਤਾਂ ਨਹੀਂ ਉਮਰ ਕੈਦ ਦੀ ਸਜ਼ਾ ਦਾ ਘੱਟੋ ਘੱਟ ਪ੍ਰਾਵਧਾਨ ਹੋ ਜੇ ਜੇਕਰ ਕੋਈ ਕਿਸੇ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ। ਜੇ 7 ਸਟੇਟਾਂ ਦੇ ਵਿੱਚ ਗਊ ਹੱਤਿਆ ਤੇ ਉਮਰ ਕੈਦ ਰੱਖੀ ਜਾ ਸਕਦੀ ਆ, ਅਸੀਂ ਪ੍ਰਗਟ ਗੁਰਾਂ ਕੀ ਦੇਹ ਮੰਨਦੇ ਆ ਸਾਡੇ ਗੁਰੂ ਨੂੰ, ਫਿਰ ਇਹਦੇ ਤੇ ਜੇਕਰ ਸਖਤ ਸਜ਼ਾ ਰੱਖ ਦਿੱਤੀ ਜਾਵੇ। ਦੇਖੋ ਬੇਅਦਬੀਆਂ ਹੁੰਦੀਆਂ ਨਹੀਂ, ਕਰਵਾਈਆਂ ਜਾਂਦੀਆਂ। ਸਿਆਸਤ ਦੇ ਵਿੱਚ ਕੀ ਆ ਬਹੁਤ ਕੁਝ ਕਰਵਾਇਆ ਜਾਂਦਾ, ਇਸੇ ਕਰਕੇ ਅੱਜ ਬਾਦਲ ਕੀ ਜੜ ਪੱਟੀ ਗਈ ਆ। ਤੇ ਮੈਂ ਕਹਿੰਦਾ ਵੀ ਉਹ ਬੇਅਦਬੀਆਂ ਆਪੇ ਹੀ ਬੰਦ ਹੋ ਜਾਣਗੀਆਂ ਜਦੋਂ ਬੰਦੇ ਨੂੰ ਪਤਾ ਕਿ ਸਜ਼ਾ ਕੋਈ ਨਹੀਂ ਮਿਲਣੀ। ਬੇਲੇਬਲ ਆਫੈਂਸ ਰੱਖ ਰੱਖਿਆ, 3 ਸਾਲ ਦੀ ਸਜ਼ਾ ਰੱਖ ਰੱਖੀ ਆ। ਤਾਂ ਮੈਂ ਕਹਿੰਦਾ ਵੀ ਇਕੱਲਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਦੇ, ਇਹਦੇ 'ਚ ਗੀਤਾ, ਕੁਰਾਨ, ਬਾਈਬਲ, ਕਿਸੇ ਵੀ ਧਾਰਮਿਕ ਗ੍ਰੰਥ ਦੀ ਜੇ ਸਾਡੀ ਇੱਥੇ ਧਰਤੀ ਤੇ ਬੇਅਦਬੀ ਹੁੰਦੀ, ਕਿਉਂਕਿ ਸਾਡੇ ਗੁਰੂ ਨੇ ਸ਼ਹਾਦਤਾਂ ਦਿੱਤੀਆਂ ਨੇ। ਮੈਂ ਕਿ ਹਿੰਦੂ ਸਮਾਜ ਦੀ ਜਦੋਂ ਗੱਲ ਕਰਦੇ ਆ, ਕਈ ਕਹਿ ਦਿੰਦੇ ਕਿ ਹਿੰਦੂ ਸਮਾਜ ਵਿੱਚ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਆ। ਤਾਂ ਮੈਂ ਕਹਿੰਦਾ ਅਸੀਂ ਸਾਰੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਖਾਤਰ ਉੱਥੇ ਬੈਠੇ ਆ। ਤਾਂ ਉਹਦੇ ਵਿੱਚ ਹਰ ਧਰਮ ਦੇ ਬੰਦੇ ਨੂੰ ਕੀ ਅਸੀਂ ਆਵਾਜ਼ ਮਾਰ ਰਹੇ ਹਾਂ ਕਿ ਆ ਕੇ ਸਾਡਾ ਸਾਥ ਦਿਓ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜੇਕਰ ਅਸੀਂ ਇੱਕ ਪਾਸੇ ਛੱਡ ਵੀ ਦੇਈਏ ਤਾਂ ਇੱਕ ਉਹ ਹਿਊਮੈਨਿਟੇਰੀਅਨ ਗਰਾਊਂਡ ਤੇ ਗੱਲ ਕਰੀਏ ਇਨਸਾਨੀਅਤ ਦੇ ਨਾਤੇ, ਤਾਂ ਮੈਂ ਕਹਿੰਦਾ ਉਹਨਾਂ ਨੂੰ ਬਾਹਰ ਆਉਣਾ ਨਹੀਂ ਬਣਦਾ। ਜੇ ਰਾਜੀਵ ਗਾਂਧੀ ਦੇ ਕਾਤਲ ਬਾਹਰ ਆ ਗਏ, ਬਿਲਕਿਸ ਬਾਨੋ ਦੇ ਕਾਤਲ ਬਾਹਰ ਛੱਡੇ ਜਾ ਸਕਦੇ ਆ ਜਿਹੜੇ ਜਰਾਇਮ ਮਗੇ ਬਹੁਤ ਗੰਦਾ ਕ੍ਰਾਈਮ ਕਰਦੇ ਆ, ਹੀਨੀਅਸ ਕ੍ਰਾਈਮ ਹੁੰਦਾ, ਤਾਂ ਫਿਰ ਸਾਡੇ ਬੰਦੀ ਸਿੰਘ ਜਿਹੜੇ ਕੀ ਆ ਆਪਣੇ ਢੰਗ ਨਾਲ ਜੇ ਅਸੀਂ ਦੇਖਿਆ ਜਾਵੇ ਤਾਂ ਉਹਨਾਂ ਨੇ ਇੱਕ ਕਤਲੋਗਾਰ ਦੇ ਦੌਰ ਨੂੰ ਠੱਲ ਪਾਈ ਸੀ, ਜਿਹੜਾ ਹੁਣ ਪੰਜਾਬ 'ਚ ਦੁਬਾਰੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਸ ਨੂੰ ਠੱਲ ਪਾਈ ਗਈ ਸੀ। ਤੇ ਇਸੇ ਕਰਕੇ ਅਸੀਂ ਕਹਿੰਦੇ ਆ ਕਿ ਸਾਡੇ ਲੋਕਾਂ ਨੂੰ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਆ ਕਿ ਉਸ ਮੋਰਚਾ ਉਹ ਇਕੱਲੇ ਪਾਰਟੀਕੂਲਰ ਕੋਈ ਸਿੱਖਾਂ ਦਾ ਮੋਰਚਾ ਨਹੀਂ ਹੈ, ਉਹ ਪੂਰੀ ਇਨਸਾਨੀਅਤ ਦੀ ਖਾਤਰ ਲੱਗਿਆ, ਪੰਜਾਬ 'ਚ ਸੁਹਿਰਦ ਸ਼ਾਂਤੀ ਕਾਇਮ ਕਰਨ ਵਾਸਤੇ ਲੱਗਿਆ। ਤੇ ਅਸੀਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦੇ ਹਾਂ
ਕਿ ਅਸੀਂ ਇੱਕ ਸ਼ਾਂਤੀ ਦੇ ਨਾਲ ਉਹ ਲੜਾਈ ਲੜ ਰਹੇ ਹਾਂ, ਕੋਈ ਬਿਨਾਂ ਹਥਿਆਰਾਂ ਤੋਂ ਵਿਚਾਰ ਦੀ ਲੜਾਈ ਆ। ਤੇ ਸਾਡੇ ਨਾਲ ਟੇਬਲ ਟਾਕ ਦੇ ਉੱਤੇ ਜੇਕਰ ਬੈਠ ਕੇ ਕੋਈ ਵੀ ਧਿਰ ਸਾਡੇ ਨਾਲ ਗੱਲ ਕੀਤੀ ਹੈ, ਜਦੋਂ ਵੀ ਉੱਥੇ ਗੱਲਬਾਤ ਵਾਸਤੇ ਆਏ ਆ, ਬਾਈ ਉਹਨਾਂ ਕੋਲੇ ਜਵਾਬ ਕੋਈ ਨਹੀਂ ਸਾਡੀ ਗੱਲ ਦਾ। ਜਦੋਂ ਅਸੀਂ ਕਹਿ ਦਿੰਦੇ ਆ ਕਿ ਸਾਡੇ ਚਾਰੇ ਮੁੱਦਿਆਂ 'ਚੋਂ ਇੱਕ ਵੀ ਗੈਰ ਸੰਵਿਧਾਨਕ ਦੱਸੋ, ਤਾਂ ਸੰਵਿਧਾਨਕ ਮੰਗਾਂ ਨੇ, ਤਾਂ ਉਹਨਾਂ ਕੋਲੇ ਜਵਾਬ ਕੋਈ ਨਹੀਂ ਹੁੰਦਾ। ਤਾਂ ਇਸੇ ਕਰਕੇ ਮੈਂ ਕਹਿੰਦਾ ਵੀ ਜਦੋਂ ਲੋਕਾਂ ਨੇ ਇਹ ਚੀਜ਼ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੇ ਦਿਮਾਗ 'ਚ ਵੜ ਗਈ ਤੇ ਲੋਕਾਂ ਨੇ ਉੱਥੇ ਪੂਰੀ એનર્ਜੀ ਨਾਲ ਕੰਮ ਕਰਨਾ ਸ਼ੁਰੂ ਕੇ ਜਾਣਾ ਸ਼ੁਰੂ ਕਰਤਾ। ਹੁਣ ਕਈ ਲੋਕ ਡਰ ਰਹੇ ਨੇ, ਇੱਕ ਮਾਹੌਲ ਜਿਹੜਾ ਹੁਣ ਬਣਾਇਆ ਜਾ ਰਿਹਾ। ਮੈਂ ਅੱਜ ਬੇਨਤੀ ਕਰਨਾ ਚਾਹੁੰਦਾ, ਅੱਜ ਪੰਜਾਬ ਦੇ ਵਿੱਚ ਕੁਝ ਹਾਲਾਤ ਇਹੋ ਜਿਹੇ ਅੱਜ ਵੀ, ਜੇ ਅੱਜ ਗੱਲ ਕਰੀਏ ਉਹ ਬੰਗਾਲੀ ਪੁਲ ਵੱਜਦਾ ਜਿਹੜਾ ਮੈਂ ਕਿ ਉੱਥੇ ਅੱਜ ਲਾਠੀ ਚਾਰਜ ਹੁੰਦਾ, ਹਾਲਾਂਕਿ ਉੱਥੇ ਸ਼ਾਂਤੀਪੂਰਵਕ ਲੋਕ ਬੈਠੇ ਸੀ, ਕਿਸੇ ਨੇ ਵਿਰੋਧ ਨਹੀਂ ਕੀਤਾ ਸੀ। ਉੱਥੇ DIG ਪੰਜਾਬ ਪੁਲਿਸ ਦਾ ਰੋਕ ਵੀ ਰਿਹਾ ਸੀ, ਪਰ ਜਿਹੜੀਆਂ ਸੈਂਟਰਲ ਫੋਰਸਿਸ ਨੇ ਉਹਨਾਂ ਤੇ ਉੱਥੇ ਗੱਡੀਆਂ ਵੀ ਭੰਨੀਆਂ ਤੇ ਲਾਠੀ ਚਾਰਜ ਵੀ ਕੀਤਾ, ਹਾਲਾਂਕਿ ਸ਼ਾਂਤਮਈ ਪ੍ਰੋਟੈਸਟ ਸੀ, ਕਿਸੇ ਨੇ ਮੂਹਰੋਂ ਵਿਰੋਧ ਨਹੀਂ ਕੀਤਾ। ਤਾਂ ਇਹ ਮੈਂ ਕਹਿੰਦਾ ਵੀ ਭਗਵੰਤ ਮਾਨ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ, ਮੁੱਖ ਮੰਤਰੀ ਨੂੰ ਦੇਖਣਾ ਚਾਹੀਦਾ ਕਿ ਜਿਹੜੀਆਂ ਸੈਂਟਰਲ ਫੋਰਸਿਸ ਆ ਗਈਆਂ ਉਹ ਸਾਡੇ ਬੰਦਿਆਂ ਨਾਲ ਧੱਕਾ ਤਾਂ ਨਹੀਂ ਨਾ ਕਰ ਰਹੀਆਂ, ਕਿਤੇ ਉਹ ਚੀਜ਼ ਨੂੰ ਕਿਤੇ ਦੁਬਾਰਾ ਹੋਰ ਅਗਰੈਸਿਵ ਹੋ ਕੇ ਉਹ ਰੂਪ ਹੋਰ ਵਿਗੜ ਜੇ, ਅਸੀਂ ਸੁਧਾਰਦੇ ਜਿਹੜਾ ਕੀ ਆ ਮਾਹੌਲ ਨੂੰ ਹੋਰ ਨਾ ਵਿਗਾੜ ਕੇ ਬਹਿ ਜਾਈਏ। ਇਸੇ ਕਰਕੇ ਅਸੀਂ ਤੁਹਾਡੇ ਚੈਨਲ ਥਰੂ ਵੀ ਕਹਿੰਦੇ ਆ ਕਿ ਪੰਜਾਬ ਸਰਕਾਰ ਘੱਟੋ ਘੱਟ ਇਹ ਚੀਜ਼ ਇੰਸ਼ੋਰ ਕਰੇ ਤੇ ਜਿਹੜਾ ਉੱਥੇ ਨੁਕਸਾਨ ਹੋਇਆ ਉਹ ਸਰਕਾਰ ਭਰੇ ਜ਼ਰੂਰ, ਕਿਉਂਕਿ ਉੱਥੇ ਕਿਸੇ ਬੰਦੇ ਨੇ ਵਿਰੋਧ ਨਹੀਂ ਕੀਤਾ ਤੇ ਬਜ਼ੁਰਗਾਂ ਦੇ ਉੱਥੇ ਕੀ ਆ ਲਾਠੀ ਚਾਰਜ ਵੀ ਕੀਤਾ ਗਿਆ, ਹਾਲਾਂਕਿ ਪੰਜਾਬ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਉੱਥੇ, ਇਹ ਉਹਨਾਂ ਨੇ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੈਂਟਰਲ ਫੋਰਸਿਸ ਨੇ ਕੀਤਾ। ਇਹ ਚੀਜ਼ ਇੰਸ਼ੋਰ ਕੀਤੀ ਜਾਵੇ ਕਿ ਕਿਤੇ ਪੰਜਾਬ ਦਾ ਮਾਹੌਲ ਦੁਆਰੇ ਵਿਗੜੇ ਨਾ, ਇਹ ਸਟੇਟ ਸਰਕਾਰ ਨੂੰ ਚਾਹੀਦਾ। ਅੱਛਾ, ਤੁਸੀਂ ਇੱਕ ਗੱਲ ਕੀਤੀ ਕਿ ਅਸੀਂ ਉਸ ਖਾਲਿਸਤਾਨ ਦੇ ਪੱਖ ਦੇ ਵਿੱਚ ਆ ਜਿਹੜਾ ਹਥਿਆਰ ਨਾਲ ਨਹੀਂ ਵਿਚਾਰਨਾ, ਤੇ ਅਮਰਤਪਾਲ ਸਿੰਘ ਤਾਂ ਇਹ ਕਹਿੰਦੇ ਕਿ ਹਥਿਆਰਾਂ ਬਿਨਾ ਤਾਂ ਗੱਲ ਹੀ ਨਹੀਂ ਬਣਨੀ, ਕਿ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੋਰੀਆ, ਉਹ ਹਰ ਗੱਲ ਤੇ ਇਹ ਕਹਿੰਦੇ ਰਹੇ ਆ। ਇੱਕ ਉਹਨਾਂ ਕੋਲ ਪੱਕੀ ਗੁਰਬਾਣੀ ਦੀ ਇਹ ਤੁਕ ਹੁੰਦੀ ਸੀ, ਕਹਿੰਦੇ ਵੀ ਸਿਰ ਦਿੱਤੇ ਬਿਨਾ ਤਾਂ ਰਾਜ ਆਉਣਾ ਹੀ ਨਹੀਂ, ਕਹਿੰਦੇ। ਹੁਣ ਦੇਖੋ ਬਾਈ ਜੀ, ਮੈਂ ਕਹਿਣਾ ਵੀ ਜਿਵੇਂ ਜਿਵੇਂ ਅਸੀਂ ਨਾ ਵਿਚਰਦੇ ਹਾਂ, ਮੈਂ ਇਸੇ ਕਰਕੇ ਕਹਿਣਾ ਭਗਤ ਸਿੰਘ 23 ਸਾਲ ਦਾ ਉਹਦਾ ਸਫ਼ਰ ਦੇਖੋ, ਹੁਣ ਮੇਰਾ ਜਿੰਨਾ ਕੁ ਸਫ਼ਰ ਆ, ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਇੱਕ ਨਾ ਅਕਸਰ ਗੁਰਬਾਣੀ ਮੈਂ ਵੀ ਕਈ ਵਰਤਦਾ ਰਿਹਾ ਸੀ, ਕਹਿੰਦੇ ਸੀ ਕਿ ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਮੈਨੂੰ ਇੱਕ ਬੜੇ ਬਜ਼ੁਰਗ ਸਿਰਤਮਾ ਕੇ ਸੱਜਣ ਨੇ ਉਸ ਗੱਲ ਦੀ ਸਹੀ ਡੈਫੀਨੇਸ਼ਨ ਸਮਝਾਈ ਜੀ, ਮੈਂ ਉਹ ਜ਼ਰੂਰ ਸਾਂਝੀ ਕਰਦਾ ਦਰਸ਼ਕਾਂ ਨਾਲ, ਉਹਦੇ ਨਾਲ ਸਾਰਾ ਪੋਜੀਸ਼ਨ ਸਾਫ਼ ਹੋ ਜਾਣੀ ਆ। ਉਹ ਕਹਿੰਦਾ ਰਾਜ ਬਿਨਾ ਨਾ ਧਰਮ ਚੱਲੇ ਹੈ, ਪੌਲ ਜਿਹੜਾ ਗਲਤ ਜਗ੍ਹਾ ਤੇ ਦਿੱਤਾ ਜਾਂਦਾ, ਰਾਜ ਬਿਨਾ ਕਹਿੰਦੇ ਵੀ ਰਾਜ ਬਿਨਾ ਕਹਿੰਦੇ ਧਰਮ ਨਹੀਂ ਚੱਲ ਸਕਦਾ, ਮਤਲਬ ਕੀ ਹੈ ਰਾਜ ਨੂੰ ਧਰਮ ਤੋਂ ਉੱਪਰ ਰੱਖਿਆ ਗਿਆ। ਤਾਂ ਉਦੋਂ ਬਾਅਦ ਕਹਿੰਦਾ ਧਰਮ ਬਿਨਾ ਸਭ ਦਲੇ ਮਲੇ ਹੈ, ਧਰਮ ਨੂੰ ਫਿਰ ਅਸੀਂ ਸੁਪਰੀਮ ਵੀ ਕਹਿ ਰਹੇ ਹਾਂ। ਅਸਲੀਅਤ ਦੇ ਵਿੱਚ ਪੌਜ ਦੀ ਗਲਤ ਜਗ੍ਹਾ ਤੇ ਆਇਆ ਹੋਇਆ। ਪੌਜ ਕਿੱਥੇ ਆ? ਪੌਜ ਦਾ ਰਾਜ ਤੇ, ਰਾਜ ਬਿਨਾ ਨਾ ਧਰਮ ਚੱਲੇ ਹੈ, ਰਾਜ ਬਿਨਾ ਧਰਮ ਤੋਂ ਚੱਲ ਹੀ ਨਹੀਂ ਸਕਦਾ। ਇਹ ਅਸਲੀਅਤ ਆ, ਕਿਉਂਕਿ ਪੁਰਾਣੇ ਸਮੇਂ 'ਚ ਅਸੀਂ ਰਾਜੇ ਮਹਾਰਾਜੇ ਦੇਖਦੇ ਸੀ ਤਾਂ ਹਿੰਦੂ ਰਾਜੇ ਵੀ ਨਾਲ ਪੁਰੋਹਿਤ ਨੂੰ ਬਿਠਾਉਂਦੇ ਸੀ। ਮੁਸਲਮਾਨ ਕੀ, ਅਸੀਂ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਸਜ਼ਾ ਦਿੱਤੀ ਜਾਂਦੀ ਹੈ ਤਾਂ ਕਾਜੀ ਤੋਂ ਪਹਿਲਾਂ ਉਹਦਾ ਗੁਨਾਹ ਮਾ ਕੇ ਪੁੱਛਿਆ ਜਾਂਦਾ, ਕਹਿੰਦਾ ਗੁਨਾਹ ਨਹੀਂ ਬਣਦਾ, ਤਾਂ ਫਿਰ ਉਹਨਾਂ ਤੋਂ ਇੱਕ ਸਵਾਲ ਕਰਕੇ ਉਹਦਾ ਗੁਨਾਹ ਪ੍ਰੂਵ ਕੀਤਾ ਜਾਂਦਾ, ਉਹਨੂੰ ਪੁੱਛਿਆ ਜਾਂਦਾ ਕਿ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ, ਤਾਂ ਉਹ ਕਹਿੰਦੇ ਅਸੀਂ ਸੈਨਾ ਇਕੱਠੀ ਕਰਕੇ ਤੁਹਾਡੇ ਤੇ ਫਿਰ ਅਟੈਕ ਕਰਾਂਗੇ, ਚੜ੍ਹਾਈ ਕਰਾਂਗੇ। ਤਾਂ ਉਹ ਕਾਜੀ ਫਿਰ ਡਿਸਾਈਡ ਕਰਦਾ। ਮਤਲਬ ਕੀ ਹੈ ਵੀ ਧਰਮ ਨੂੰ ਉੱਪਰ ਰੱਖਿਆ ਗਿਆ। ਤੇ ਸਾਡੇ ਜੇਕਰ ਅਸੀਂ ਸਿੰਬੋਲਿਕ ਤੌਰ ਤੇ ਦੇਖੀਏ ਅਕਾਲ ਤਖਤ ਤੇ, ਮੈਂ ਕਹਿਣਾ ਵੀ ਅਸੀਂ ਦਰਬਾਰ ਸਾਹਿਬ ਦੇਖੀਏ ਜੀ, ਅਕਾਲ ਤਖਤ ਦੇ ਵਿੱਚ ਬਾਈ ਜੀ ਜਦੋਂ ਤੁਸੀਂ ਖੜ ਕੇ ਮਾ ਕੇ ਮੱਥਾ ਟੇਕਦੇ ਹੋ ਨਾ, ਨਤਮਸਤਕ ਹੁੰਦੇ ਹੋ, ਤਾਂ ਤੁਹਾਡਾ ਜਿਹੜਾ ਮਾ ਕੇ ਚਿਹਰਾ ਗਾ ਉਹ ਤੁਹਾਡਾ ਕੀ ਹੈ ਦਰਬਾਰ ਸਾਹਿਬ ਵੱਲ ਹੁੰਦਾ, ਹਰਿਮੰਦਰ ਸਾਹਿਬ ਵੱਲ। ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਹਾਂ ਤਾਂ ਸਾਡੀ ਪਿੱਠ ਹੁੰਦੀ ਆ ਕਿਹੜੇ ਪਾਸੇ? ਜਿਹੜਾ ਆਪਣਾ ਅਕਾਲ ਤਖਤ ਆ। ਮਤਲਬ ਕੀ ਹੈ ਵੀ ਜਦੋਂ ਅਸੀਂ ਸਿਆਸਤ ਦੀ ਗੱਲ ਕਰਨੀ ਉਦੋਂ ਧਰਮ ਮੂਹਰੇ ਰੱਖਣਾ, ਤੇ ਜਦੋਂ ਧਰਮ ਦੀ ਗੱਲ ਕਰਨੀ ਉਦੋਂ ਦਿਮਾਗ ਦੇ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਇਹ ਸਾਡੇ ਮਾ ਕੇ ਮਤਲਬ ਕੀ ਆ ਵੀ ਰਾਜ ਬਿਨਾਂ ਨਾ ਧਰਮ ਚੱਲੇ, ਰਾਜ ਬਿਨਾਂ ਧਰਮ ਤੋਂ ਨਹੀਂ ਚੱਲ ਸਕਦਾ। ਧਰਮੀ ਰਾਜੇ ਹੁੰਦੇ ਸੀ, ਉਹਨਾਂ ਨੂੰ ਅੱਜ ਵੀ ਲੋਕ ਯਾਦ ਕਰਦੇ ਆ। ਧਰਮ ਬਿਨਾਂ ਸਭ ਦਲੇ ਮਲੇ, ਧਰਮ ਬਿਨਾਂ ਸਭ ਚੀਜ਼ ਕੀ ਆ? ਨਾਸ਼ ਆ। ਮੈਂ ਕਹਿੰਦਾ ਧਰਮ ਕੋਈ ਵੀ ਨਹੀਂ ਮਾੜਾ, ਹਿੰਦੂ ਆ, ਮੁਸਲਮਾਨ, ਸਿੱਖ ਹੈ, ਤਾਂ ਹਰ ਧਰਮ ਦੇ ਵਿੱਚ ਇਹੀ ਚੀਜ਼ ਹੈ। ਮੈਂ ਹਮੇਸ਼ਾ ਇਹੀ ਚੀਜ਼ ਨੂੰ ਐਕਸਪਲੇਨ ਪਹਿਲਾਂ ਕਰਦਾ ਰਿਹਾ, ਪਰ ਉਹਨਾਂ ਬਜ਼ੁਰਗ ਨੇ ਮੇਰੀ ਸੋਚ ਹੀ ਬਦਲਤੀ ਹੈ। ਬਾਕੀ ਹਥਿਆਰਾਂ ਦੀ ਗੱਲ ਕੀ ਹੈ, ਅੱਜ ਸਭ ਤੋਂ ਮਜ਼ਬੂਤ ਹਥਿਆਰ ਦੇਖੋ, ਭਗਤ ਸਿੰਘ ਨੇ ਕਿਹਾ ਬੰਬ ਬੰਦੂਕਾਂ ਨਾਲ ਇਨਕਲਾਬ ਨਹੀਂ ਆਉਂਦੇ, ਇਨਕਲਾਬ ਦੀ ਤਲਵਾਰ ਵਿਚਾਰ ਦੀ ਸਾਣ ਤੇ ਤੇਜ਼ ਹੁੰਦੀ ਆ। ਤਾਂ ਬੰਬ ਬੰਦੂਕਾਂ ਦੀ ਲੋੜ ਜਦੋਂ ਪੈਂਦੀ ਆ ਉਦੋਂ ਵਰਤਣੇ ਪੈਂਦੇ ਸੀ, ਉਦੋਂ ਵਰਤੇ ਆ। ਹਵਾਰੇ ਵਰਗਿਆਂ ਨੇ ਵਰਤੇ ਆ। ਉਹ ਕਿਉਂ ਵਰਤੇ ਆ? ਕਿਉਂਕਿ ਉਹਨਾਂ ਕੋਲੇ ਕੋਈ ਰਸਤਾ ਹੀ ਨਹੀਂ ਬਚਿਆ ਸੀ। ਮੈਂ ਕਹਿੰਦਾ ਜੀ ਬੇਅੰਤ ਸਿੰਘ ਨੂੰ ਕਿਹੜਾ ਕਾਨੂੰਨ ਆ ਜਿਹੜਾ ਸਜ਼ਾ ਦੇ ਦਿੰਦਾ? ਅਸੀਂ ਸਾਰੇ ਜਾਣਦੇ ਹਾਂ। ਤਾਂ ਉਹਨਾਂ ਕੋਲੇ ਕੋਈ ਪਾਸਾ ਨਹੀਂ ਬਚਿਆ ਸੀ, ਉਹਨਾਂ ਨੂੰ ਉਹ ਜਿਹੜਾ ਕੀ ਹੈ ਕਰਨਾ ਪਿਆ। ਭਗਤ ਸਿੰਘ ਵਰਗਿਆਂ ਨੇ ਵੀ ਕੀਤਾ, ਉਹਨਾਂ ਨੇ ਵੀ ਬੰਬ ਬਲਾਸਟ ਕੀਤੇ ਆ। ਤਾਂ ਕਦੋਂ ਕੀਤੇ ਆ? ਜਦੋਂ ਕੋਈ ਰਸਤਾ ਉਹਨਾਂ ਕੋਲੇ ਰਿਹਾ ਨਹੀਂ ਸੀ। ਪਰ ਅੱਜ ਹਾਲਾਤ ਉਹ ਨਹੀਂ ਹੈਗੇ। ਅੱਜ ਸਾਡੇ ਕੋਲ ਸਭ ਤੋਂ ਵੱਡਾ ਹਥਿਆਰ ਸਾਡਾ ਗਿਆਨ ਆ। ਅੱਜ ਅਸੀਂ ਵਰਲਡ ਪੋਲੀਟਿਕਸ ਜੇਕਰ ਸਮਝ ਲਈਏ, ਅਸੀਂ ਦੁਨੀਆ ਦੇ ਵਿੱਚ ਸਿਸਟਮ ਸਮਝ ਲਈਏ, ਤੇ ਸਾਨੂੰ ਇੰਨੀ ਗੱਲ ਸਮਝ ਆ ਜਾਏ ਵੀ ਸਾਡੇ ਪੰਜਾਬ ਨਾਲੋਂ ਜਰਖੇਜ ਖਿੱਤੇ ਹੀ ਕੋਈ ਨਹੀਂ, ਸਾਡੇ ਜਵਾਕ ਆਪੇ ਬਾਹਰ ਜਾਣੋਂ ਬੰਦ ਹੋ ਜਾਣ। ਪਰ ਉਹਦੇ ਵਾਸਤੇ ਸਟੇਟਹੁੱਡ ਨੂੰ ਚਲਾਉਣਾ ਕਿਵੇਂ ਆ? ਉਹਦੇ ਵਾਸਤੇ ਇੱਕ ਸਮਝ ਵੀ ਡਿਵੈਲਪ ਕਰਨੀ ਪਊਗੀ, ਤੇ ਸਮਝ ਡਿਵੈਲਪ ਸਾਨੂੰ ਉਹ ਲੋਕ ਵੀ ਮੂਹਰੇ ਲਿਆਉਣੇ ਪੈਣਗੇ। ਅਸਲ 'ਚ ਸਾਨੂੰ ਅੱਜ ਖਤਮ ਕੀਤਾ ਹੋਇਆ ਲੀਡਰਸ਼ਿਪ ਦੀ ਘਾਟ ਨੇ। ਮੈਂ ਅਕਸਰ ਗੱਲ ਕਰਦਾ ਹੁੰਦਾ, ਮੈਂ ਕਹਿਣਾ ਵੀ ਮੈਂ ਖਾਲਿਸਤਾਨ ਨਹੀਂ, ਮੈਂ ਕਹਿਣਾ ਵੀ ਖਾਲਿਸਤਾਨ ਮੈਂ ਬਣਦਾ ਦੇਖਿਆ ਜੇ ਅਸੀਂ ਖਾਲਸਾ ਰਾਜ ਨਾਲ ਨੂੰ ਕੰਪੇਅਰ ਕਰੀਏ। ਹੁਣ ਖਾਲਿਸਤਾਨ ਕਹੀਦਾ ਮਾ ਕੇ ਉਹ ਹਥਿਆਰਬੰਦ ਮਾ ਕੇ ਰਾਜ ਦੀ ਗੱਲ ਕਰਦੇ ਆ। ਮੈਂ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜਿਹੜਾ ਸਾਡਾ ਸੁਪਨਾ,
ਅਸਲ ਖਾਲਿਸਤਾਨ ਕੀ ਆ, ਤਰਜਮਾਨੀ ਉਹ ਸੁਪਨੇ ਦੀ ਕਰਦਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਇਸੇ ਕਰਕੇ ਲੋਕ ਖਾਲਿਸਤਾਨ ਨੂੰ ਚਾਹੁੰਦੇ ਆ। ਮੈਂ ਕਹਿਣਾ ਕੀ ਆ ਵੀ ਖਾਲਿਸਤਾਨ ਮੈਂ ਬਣਦਾ ਦੇਖਿਆ ਪੰਜਾਬ 'ਚ, ਪਰ ਚੱਲਦਾ ਨਹੀਂ ਦੇਖਿਆ। ਹੁਣ ਕਈ ਕਹਿ ਦਿੰਦੇ ਆ, ਮੇਰੇ ਨਾਲ ਜਦਾਈ ਵੀ ਕਰਦੇ, ਤੂੰ ਕਾਹਦਾ ਖਾਲਿਸਤਾਨ ਬਣਦਾ ਦੇਖਿਆ। ਮੈਂ ਕਹਿਣਾ ਵੀ ਜਦੋਂ ਪਿੰਡ 'ਚ ਬਜ਼ੁਰਗਾਂ ਨਾਲ ਵਿਚਰਦੇ ਆ ਨਾ, ਅਸੀਂ 3000 ਪਿੰਡ ਬਾਈ ਜੀ ਪਰਸਨਲੀ ਕੱਢਿਆ ਹੋਇਆ ਪਿੰਡਾਂ 'ਚ ਜਾ ਕੇ। ਜਦੋਂ ਜਾਂਦੇ ਆ ਤਾਂ ਲੋਕ ਬਜ਼ੁਰਗ ਇੱਕੋ ਗੱਲ ਕਹਿੰਦੇ ਆ ਕਿ ਅਸੀਂ ਜਿਹੜੀ ਵੋਟ ਪਾਈ ਉਹ ਪੰਥ ਨੂੰ ਪਾਈ ਆ। ਪੰਥ ਨੂੰ ਵੋਟ ਪਾ ਕੇ ਮੈਂ 4 ਵਾਰੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਣਦਾ ਦੇਖ ਲਿਆ। ਤਾਂ ਕੀ ਉਹ ਖਾਲਸਾ ਰਾਜ ਨਹੀਂ ਸੀ? ਪਰ ਰੌਲਾ ਚਲਾਉਣ ਵਾਲੇ ਲੋਕ ਮਾੜੇ ਸੀ। ਅੱਜ ਸਾਨੂੰ ਚੰਗੇ ਆਗੂਆਂ ਦੀ ਲੋੜ ਆ। ਉਹ ਆਗੂ ਸਾਡੇ ਜੇਲ੍ਹ 'ਚ ਡੱਕੇ ਹੋਏ ਆ, ਉਹਨਾਂ ਨੂੰ ਬਾਹਰ ਕਢਾਉਣ ਵਾਸਤੇ ਅਸੀਂ ਕੌਮੀ ਇਨਸਾਫ ਮੋਰਚਾ ਲਾਇਆ ਹੋਇਆ। ਇਸੇ ਕਰਕੇ ਅਸੀਂ ਕਹਿਣਾ ਕਿ ਜਿਹੜੇ ਲੋਕਾਂ ਦੀ ਕੋਈ ਕੁਰਬਾਨੀ ਆ, ਬਾਕੀ ਹਵਾਰੇ ਵਰਗਿਆਂ ਨਾਲੋਂ ਜਿਹੜੇ ਬੰਦਿਆਂ ਨੇ ਕੀ ਆ ਸਭ ਕੁਝ ਹੁੰਦੇ ਸੁਣਦੇ ਉਹ ਲੜਾਈ ਲੜੀ। ਪੰਜਾਬ 'ਚ ਮੇਰੇ ਖਿਆਲ ਨੌਜਵਾਨ ਨਹੀਂ ਕੋਈ ਇੱਥੇ ਹੋਣਾ ਸੀ ਜੋ ਸਟੈਪ ਨਾ ਲੈਂਦੇ। ਇੱਕ ਵੀ ਝੂਠਾ ਪੁਲਿਸ ਮੁਕਾਬਲਾ ਉਦੋਂ ਬਾਅਦ ਨਹੀਂ ਪੰਜਾਬ 'ਚ ਹੋਇਆ ਬੇਅੰਤ ਸਿੰਘ ਦੇ ਮਰਡਰ ਤੋਂ ਬਾਅਦ। ਤਾਂ ਮੈਂ ਕਹਿਣਾ ਉਹ ਖੀਰਲਾ ਹਥਿਆਰ ਵਰਤਣਾ ਜਦੋਂ ਵਰਤਣਾ, ਪਰ ਅਸੀਂ ਸਭ ਤੋਂ ਪਹਿਲਾਂ ਹੀ ਉਹ ਚੱਕ ਕੇ ਬਹਿ ਜਾਂਦੇ ਹਾਂ। ਮੈਂ ਅਕਸਰ ਗੱਲ ਕਰਦਾ, ਮੋਰਚੇ 'ਚ ਵੀ ਗੱਲ ਕਰਦਾ ਕਿ ਅਸੀਂ ਬੱਬਰ ਸ਼ੇਰ ਬਾਹਰ ਕਢਾਉਣੇ ਆ, ਤੇ ਉਹਨਾਂ ਦੇ ਬਾਹਰ ਕਢਾਉਣ 'ਚ ਕੀ ਆ, ਅਜਾ ਸਰਕਾਰਾਂ ਕਹਿੰਦੀਆਂ ਨੇ ਕਿ ਉਹ ਆਦਮਖੋਰ ਨੇ, ਤੇ ਅਸੀਂ ਨੰਗੀਆਂ ਕਿਰਪਾਨਾਂ ਲੈ ਕੇ ਖੁਦ ਆਦਮਖੋਰ ਸਾਬਤ ਕਰਨ ਤੇ ਨਿਕਲੇ ਹੋਏ ਆ। ਤਾਂ ਨੰਗੀਆਂ ਕਿਰਪਾਨਾਂ ਨਾਲ ਨਹੀਂ, ਸਾਨੂੰ ਕੀ ਆ ਤਲਵਾਰ ਨਾਲ ਨਹੀਂ, ਵਿਚਾਰ ਨਾਲ ਸਾਨੂੰ ਖਾਲਸਾ ਰਾਜ ਦੇ ਹਮਾਇਤੀ ਹੋ ਕੇ ਟੇਬਲ ਟਾਕ ਤੇ ਅਸੀਂ ਹਰਾ ਸਕਦੇ ਹਾਂ। ਉਹਨਾਂ ਕੋਲੇ ਜਵਾਬ ਕੋਈ ਨਹੀਂ ਕਿਸੇ ਗੱਲ ਦਾ। ਤਾਂ ਇਸੇ ਕਰਕੇ ਮੈਂ ਇਹੀ ਬੇਨਤੀ ਕਰਦਾ ਸਮੁੱਚੀ ਸੰਗਤ ਨੂੰ ਵੀ ਕੌਮੀ ਇਨਸਾਫ ਮੋਰਚੇ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਵਾਸਤੇ ਸਾਥ ਦਿਓ। ਉੱਥੇ ਮਾਹੌਲ ਜਿਹੜਾ ਹੈਗਾ ਉਹ ਤੁਸੀਂ ਜਾ ਕੇ ਹੀ ਦੇਖ ਸਕਦੇ ਹੋ। ਤੁਹਾਡੇ ਜੋ ਕਈ ਭਰਾ ਜਾਂਦੇ ਨੇ ਉੱਥੇ ਜਾ ਕੇ ਦੇਖਿਆ ਹੋਇਆ। ਇੱਕਾ ਦੁੱਕਾ ਜਿਹੜੀਆਂ ਘਟਨਾਵਾਂ ਹੋਈਆਂ ਨੇ ਉਹਨਾਂ ਘਟਨਾਵਾਂ ਤੋਂ ਸਬਕ ਵੀ ਸਿੱਖਿਆ, ਸਬਕ ਸਿੱਖ ਕੇ ਹੁਣ ਪੂਰੀ ਤਰ੍ਹਾਂ ਮਾ ਕੇ ਉਹ ਆ। ਤਾਂ ਡਰਨ ਦੀ ਕੋਈ ਲੋੜ ਨਹੀਂ ਹੈ। ਉਸ ਮੋਰਚੇ ਦੇ ਵਿੱਚ ਜਿਸ ਤਰੀਕੇ ਦੇ ਮਾ ਕੇ ਗੁਰੂ ਮਹਾਰਾਜ ਦਾ ਮਾ ਕੇ ਪ੍ਰਕਾਸ਼ ਕੀਤਾ ਹੋਇਆ, ਤੇ ਨਿਹੰਗ ਸਿੰਘ ਜਿਹੜੇ ਜਥੇਬੰਦੀਆਂ ਹੈਗੀਆਂ ਉਹ ਵੀ ਬੜੇ ਮਾ ਕੇ ਸੁਹਿਰਦ ਨੇ ਉਸ ਗੱਲ ਪ੍ਰਤੀ, ਉਹ ਜਾਣਦੇ ਨੇ। ਤੇ ਹੁਣ ਸੰਗਤ ਨੂੰ ਬੇਨਤੀ ਇਹੀ ਕਰਦੇ ਆ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਵੱਧ ਤੋਂ ਵੱਧ ਸੰਗਤ ਵੱਡੀ ਗਿਣਤੀ 'ਚ ਪਹੁੰਚੇ। ਤੇ ਮੈਂ ਕਹਿਣਾ ਬੇਸ਼ੱਕ ਕੋਈ ਧਿਰਾ, ਹੁਣ ਕਈ ਬੰਦੇ ਕਾਮਰੇਡਾਂ ਨੂੰ ਕਹਿ ਦਿੰਦੇ, ਸਾਨੂੰ ਕਾਮਰੇਡ ਕਹਿ ਦਿੰਦੇ ਆ। ਮੈਂ ਕਹਿਣਾ ਯਾਰ ਜੇ ਕਾਮਰੇਡ ਕੌਮ ਦੇ ਮੁੱਦਿਆਂ ਦੇ ਉੱਤੇ ਆ ਕੇ ਤੁਹਾਡੇ ਨਾਲ ਖੜਦੇ ਆ ਤਾਂ ਇਦੋਂ ਵੱਡੀ ਜਿੱਤ ਕੀ ਹੈ ਸਾਡੀ ਮਾ ਕੇ ਕੌਮ ਦੀ। ਠੀਕ ਹੈ ਨਾ, ਚਾਰੇ ਮੁੱਦੇ ਸਾਡੇ ਕੌਮ ਦੇ ਮੁੱਦੇ ਨੇ, ਉਹਨਾਂ ਮੁੱਦਿਆਂ ਤੇ ਤੁਹਾਡੇ ਨਾਲ ਜੇ ਕੋਈ ਵੀ ਧਿਰ ਆ ਕੇ ਖੜਦੀ ਆ। ਹੁਣ ਕੱਲ ਤੁਹਾਨੂੰ ਮੈਂ ਦੱਸਦਾ, ਮੈਨੂੰ ਇਟਲੀ ਤੋਂ ਫੋਨ ਆਉਂਦਾ, ਤੇ ਫੋਨ 'ਚ ਉਹ BSP ਦੇ ਬਾਹਰਲੇ ਵਿੰਗ ਦੇ ਮਾ ਕੇ ਉਹਨਾਂ ਨੇ ਕਰੀਮਪੁਰੀ ਜੀ ਨਾਲ ਵੀ ਗੱਲ ਮਾ ਕੇ ਕੀਤੀ। ਉਹ ਕਹਿੰਦੇ ਉਹ ਮੋਰਚੇ 'ਚ ਆਉਣਾ ਚਾਹੁੰਦੇ ਆ। ਮੈਂ ਕਿਹਾ ਜੀ ਮੋਸਟ ਵੈਲਕਮ ਆ। ਉਹ ਕਹਿੰਦੇ ਜੀ ਪਹਿਲਾਂ ਧਾਮੀ ਸਾਹਿਬ ਦਾ ਵਿਰੋਧ ਹੋਇਆ, ਤਾਂ ਮੈਨੂੰ ਸਪਸ਼ਟ ਕੀਤਾ ਕਿ ਉਹ ਵਿਰੋਧ ਨਹੀਂ ਹੋਇਆ ਸੀ। ਧਾਮੀ ਸਾਹਿਬ ਨੂੰ ਮਨਾ ਕਰਨ ਦੇ ਬਾਵਜੂਦ ਉਹ ਆਏ, ਆ ਕੇ ਉਹਨਾਂ ਨੇ ਮੋਰਚੇ ਦੇ ਖਿਲਾਫ ਕੀ ਆ ਉੱਥੇ ਟੀਕਾ ਮਾ ਕੇ ਟਿੱਪਣੀਆਂ ਵੀ ਕੀਤੀਆਂ। ਉਸ ਤੋਂ ਬਾਅਦ ਨੌਜਵਾਨਾਂ ਨਾਲ ਆਪ ਉਹ ਭਿੜੇ। ਤਾਂ ਮੈਂ ਕਹਿਣਾ ਵੀ ਕੋਈ ਵੀ ਉੱਥੇ ਧਿਰ ਆਉਂਦੀ ਆ, ਅਸੀਂ ਤਾਂ ਪੂਰੇ ਅਕਾਲੀਆਂ ਨੂੰ ਵੀ ਸੱਦਾ ਦਿੰਦੇ ਆ ਵੀ ਜਿਹੜੇ ਅਕਾਲੀ ਨੇ, ਅਸਲ ਅਕਾਲੀ ਨੇ, ਠੀਕ ਹੈ ਨਾ, ਜਿਨ੍ਹਾਂ ਨੇ ਕੌਮ ਨੂੰ ਜਾਣਦੇ, ਜਿਨ੍ਹਾਂ ਨੇ ਕੌਮ ਖਾਤਰ ਘਾਲੀਆਂ ਨੇ, ਜਿਨ੍ਹਾਂ ਦੇ ਪਿਓ ਦਾਦੇ ਮਾ ਕੇ ਲੜਾਈਆਂ ਲੜੇ ਆ, ਉਹ ਅਕਾਲੀ ਉੱਥੇ ਕੀ ਆ ਖੁੱਲ੍ਹ ਕੇ ਵਿਚਰਨ ਜੇ ਤੁਹਾਡੇ ਅੰਦਰ ਸੱਚਾਈ ਆ। ਮੈਂ ਕਹਿਣਾ ਬਾਦਲਾਂ ਦੇ ਅਕਾਲੀ ਉੱਥੇ ਨਾ ਆਉਣ, ਪਰ ਜਿਹੜੇ ਅਸਲ ਅਕਾਲੀ ਨੇ, ਕਿਉਂਕਿ ਅਕਾਲੀ ਦਲ ਨੇ ਬਾਈ ਜੀ ਉਹ ਲੜਾਈਆਂ ਲੜੀਆਂ ਕੌਮ ਦੀ ਬਹਾਲੀ ਵਾਸਤੇ। SGPC ਜੇ ਅੱਜ ਮਾ ਕੇ ਬਣੀ ਆ ਤਾਂ ਉਹਦੇ ਵਾਸਤੇ ਅਕਾਲੀਆਂ ਨੇ ਬੜੀਆਂ ਮਾ ਕੇ ਜਾਚਨਾਵਾਂ ਵੀ ਝੱਲੀਆਂ ਨੇ, ਕੁਰਬਾਨੀਆਂ ਵੀ ਕੀਤੀਆਂ ਨੇ। ਅਸੀਂ ਸਮੁੱਚੇ ਅਕਾਲੀਆਂ ਨੂੰ ਵੀ ਬੇਨਤੀ ਕਰਦਾ, ਮੈਂ ਤਾਂ ਕਹਿਣਾ ਉਸ ਮੋਰਚੇ 'ਚ ਵੱਧ ਚੜ੍ਹ ਕੇ ਹਿੱਸਾ ਲਓ ਤੇ ਆਪਣਾ ਕੰਮ ਸਾਂਭੋ, ਕਿਉਂਕਿ ਇਹ ਕੰਮ ਅਕਾਲੀ ਦਲ ਵਾਲਿਆਂ ਦਾ ਅਸਲ ਦੇ ਵਿੱਚ ਜਿਹੜਾ ਕੀ ਆ ਉੱਥੇ ਹੋਰ ਵਰਗਾਂ ਦੇ ਹੋਰ ਮਾ ਕੇ ਲੋਕ ਕਰ ਰਹੇ। ਉਹ ਅੱਗੇ ਕਰ ਰਹੇ। ਅੱਛਾ ਇੱਕ ਗੱਲ ਦੱਸੋ, ਹੁਣ ਆਪਾਂ ਗੱਲ ਕਰਦੇ ਹਾਂ ਜੋ ਹੁਣ ਚੱਲ ਰਿਹਾ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ, ਕਿਵੇਂ ਦੇਖਦੇ ਹੋ? 18 ਤਰੀਕ ਦਾ ਜਿਹੜਾ ਚੱਲਿਆ ਹੋਇਆ ਆਪਰੇਸ਼ਨ ਚੱਲਿਆ ਹੋਇਆ, ਅੱਜ 22 ਤਰੀਕ ਹੋ ਗਈ, ਲਗਭਗ 5 ਦਿਨ ਦੇ ਕਰੀਬ ਦਾ ਸਮਾਂ ਇਹਦੇ ਵਿੱਚ ਹੋ ਗਿਆ। ਇੰਟਰਨੈਟ ਵੀ ਬੰਦ ਰਿਹਾ, ਵੱਖ-ਵੱਖ ਤਰੀਕੇ ਦੇ ਨਾਲ 144 ਵੀ ਲੱਗੀ ਕਈ ਜ਼ਿਲ੍ਹਿਆਂ ਦੇ ਵਿੱਚ। ਕੀ ਲੱਗਦਾ ਵੀ ਗ੍ਰਿਫਤਾਰੀ ਐਡੀ ਵੱਡੀ ਸੀ ਵੀ ਇੰਨਾ ਟਾਈਮ ਲੱਗ ਗਿਆ ਸਾਰੇ ਪੰਜਾਬ ਪੁਲਿਸ ਵਿੱਚ ਇਹਦੇ ਐਂਟਰ ਹੈ, BSF ਵਰਗੀਆਂ ਯਾਨੀ ਕਿ ਨੀਮ ਫੌਜੀ ਬਲ ਵੀ ਇਹਦੇ 'ਚ ਹੈ, ਫਿਰ ਐਡੀ ਕਿ ਜਾਂ ਕਿਸ ਤਰੀਕੇ ਦੇ ਨਾਲ ਗ੍ਰਿਫਤਾਰੀ ਨੂੰ ਵੱਡੀ ਬਣਾਇਆ ਜਾ ਰਿਹਾ? ਦੇਖੋ ਸਾਰਾ ਕੁਝ ਮੈਂ ਕਹਿਣਾ ਵੀ ਪਹਿਲਾਂ ਵੀ ਬਹੁਤ ਚੀਜ਼ਾਂ ਜਿਹੜੀਆਂ ਚੀਜ਼ਾਂ ਸਟੇਟ ਦੇ ਫੇਵਰ ਜਾਂਦੀਆਂ ਉਹਨਾਂ ਨੂੰ ਵੱਡਾ ਕੀਤਾ ਜਾਂਦਾ, ਇਹ ਫੇਵਰ 'ਚ ਜਾਂਦੀ ਆ। ਹੁਣ ਅਸੀਂ ਪਹਿਲਾਂ ਵੀ ਗੱਲ ਕਰਦੇ ਹਾਂ ਵੀ ਜੇ ਖਾਲਿਸਤਾਨ ਤੇ ਹਿੰਦੁਸਤਾਨ ਦੀ ਜੰਗ ਦਾ ਨੈਰੇਟਿਵ ਬਣਾਇਆ ਜਾਊ ਤਾਂ ਉਹਦਾ ਫਾਇਦਾ ਕਿਹਨੂੰ ਹੋਣਾ? ਸੈਂਟਰ ਨੂੰ ਹੋਣਾ। 84 ਤੋਂ ਬਾਅਦ ਸਾਡੇ ਤੇ ਕਤਲੇਆਮ ਆ ਕੇ ਸਾਡਾ ਕੀ ਹੈ, ਉੱਥੇ ਦੰਗੇ ਵੀ ਹੋਏ, ਦਿੱਲੀ ਸਭ ਕੁਝ ਹੋਇਆ, ਅਸੀਂ ਮਾ ਕੇ ਤਸ਼ੱਦਦ ਝੱਲਿਆ। ਤੇ 84 ਤੋਂ ਬਾਅਦ ਸਭ ਤੋਂ ਵੱਧ ਵੋਟਾਂ ਕਿਹਨਾਂ ਨੂੰ ਪਈਆਂ? ਕਾਂਗਰਸ ਨੂੰ ਸਭ ਤੋਂ ਵੱਧ ਕਲੀਨ ਮੈਜੋਰਟੀ ਮਿਲੀ ਆ। ਤਾਂ ਇਹ ਸੈਂਟਰ ਦੇ ਕੀ ਆ ਮਾ ਕੇ ਸੂਤ ਵੀ ਆਉਂਦਾ ਹਰੇਕ ਧਿਰ ਤੇ, ਤਾਂ ਉਹਨਾਂ ਵਾਸਤੇ ਪੋਜ਼ੀਟਿਵ ਵੀ ਜਾਂਦਾ। ਪਰ ਮੈਂ ਕਹਿਣਾ ਵੀ ਜਿਹੜਾ ਹੁਣ ਚੱਲ ਰਿਹਾ ਸਿਸਟਮ ਆ ਇਹਦੇ ਵਿੱਚ ਦੇਖੋ ਸਥਿਤੀ ਸਪਸ਼ਟ ਆ ਵੀ ਮੈਂ ਕਹਿਣਾ ਪੰਜਾਬ 'ਚ ਗੈਂਗਸਟਰ ਸ਼ਰੇਆਮ ਤੁਰੇ ਫਿਰਦੇ ਨੇ। ਮੈਂ ਕਿਹਾ ਉਹਨਾਂ ਨੂੰ ਪੁਲਿਸ ਨਹੀਂ ਫੜ ਰਹੀ, ਪੰਜਾਬ ਪੁਲਿਸ ਦੇ ਵੱਸ ਦੀ ਗੱਲ ਹੁੰਦੀ ਉਹਨੂੰ ਫੜ ਲੈਂਦੇ। ਦੇਖੋ ਇੱਕ ਜ਼ਰੂਰ ਮੈਂ ਪੰਜਾਬ ਪੁਲਿਸ ਦੀ ਇਹ ਗੱਲੋਂ ਸਿਫਤ ਕਰਦਾ ਕਿ ਜਿਹੜਾ ਹੁਣ ਤੱਕ ਸਿਸਟਮ ਚੱਲਿਆ, ਮੈਂ ਕਈ ਥਾਵਾਂ ਦੇ ਨੇ ਪਰਸਨਲੀ ਅਸੀਂ ਅਪਰੋਚ ਕਰ ਰਹੇ ਹਾਂ ਵੀ ਕੋਈ ਗਲਤ ਮੁੰਡੇ ਜਿਹੜੇ ਚੱਕੇ ਜਾ ਰਹੇ ਆ ਅਸੀਂ ਉਹਨਾਂ ਦਾ ਫੇਵਰ ਕਰੀਏ। ਪਰ ਕਈ ਮਾ ਕੇ ਜਿਹੜੇ ਮੈਂ ਕਿਹਾ ਅਜੇ ਤੱਕ ਜਿਹੜੀ ਪੁਲਿਸ ਆ ਉਹ ਬੜੇ ਤਰੀਕੇ ਨਾਲ ਕੰਮ ਕਰ ਰਹੀ ਆ, ਕਿਸੇ ਨਾਲ ਕੋਈ ਧੱਕਾ ਮੁੱਕੀ ਅਜੇ ਤੱਕ ਹੋਇਆ ਨਹੀਂ ਉਹ ਜਿਹੜਾ ਕਰ ਰਹੇ ਆ। ਪਰ ਜਿਹੜੇ ਸੈਂਟਰਲ ਫੋਰਸ ਨੇ ਉਹ ਬਹੁਤ ਥਾਵਾਂ 'ਤੇ ਧੱਕਾ ਕਰ ਰਹੀਆਂ ਨੇ, ਜਿਵੇਂ ਅੱਜ ਲੇਟੈਸਟ ਜਿਹੜੀ ਘਟਨਾ ਹੋਈ ਆ। ਇਸੇ ਕਰਕੇ ਮੈਂ ਅਪੀਲ ਕਰਦਾ ਕਿ ਉਹ ਚੀਜ਼ਾਂ ਨੂੰ
ਸੁਹਿਰਦਤਾ ਨਾਲ ਸਟੇਟ ਸਰਕਾਰ ਰੋਕ ਸਕਦੀ ਹੈ ਪੰਜਾਬ ਸਰਕਾਰ ਨੂੰ ਇਹ ਚੀਜ਼ ਇਨੀਸ਼ੀਏਟਿਵ ਲੈਣਾ ਪਊ, ਨਹੀਂ ਮਾਹੌਲ ਵਿਗੜ ਸਕਦਾ। ਬਾਕੀ ਜਿਹੜਾ ਤੁਸੀਂ ਗੱਲ ਕਰ ਰਹੇ ਵੀ 5 ਦਿਨ ਹੋ ਗਏ, ਦੇਖੋ ਇਹ ਚੀਜ਼ ਪੋਸੀਬਲ ਵੀ ਹੈਗੀ ਆ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਪਹਿਲਾਂ ਗੈਂਗਸਟਰ ਕਿਹੜਾ ਤੁਰੇ ਨਹੀਂ ਫਿਰਦੇ। ਮਾਕੇ ਜਿਹੜਾ ਕਤਲ ਕਰਕੇ ਸਿੱਧੂ ਮੂਸੇਵਾਲੇ ਦਾ ਸ਼ਰੇਆਮ 2 ਬੰਦੇ ਪੰਜਾਬ 'ਚ ਵਿਚਰਦੇ ਰਹੇ, ਮੋਗੇ ਜ਼ਿਲ੍ਹੇ 'ਚ ਇਹਨਾਂ ਜ਼ਿਲ੍ਹਿਆਂ 'ਚ ਹੀ ਤੁਰੇ ਫਿਰੇ ਆ, ਤਾਂ ਪੁਲਿਸ ਨੇ ਉਹ ਕਿਹੜਾ ਫੜੇ ਨੇ ਜਾਂ ਫੜੇ ਗਏ ਆ ਉਹਨਾਂ ਤੋਂ। ਤਾਂ ਇਸ ਕਰਕੇ ਆ ਕਿ ਹਰ ਚੀਜ਼ ਪੋਸੀਬਲ ਹੈਗੀ ਆ, ਇਹ ਗੱਲ ਨਹੀਂ ਹੈ। ਬਾਕੀ ਨੈੱਟ ਜਦੋਂ ਬੰਦ ਹੋ ਜਾਂਦਾ, ਮੈਂ ਕਹਿੰਦਾ ਵੀ ਨੈੱਟ ਚੱਲਦਾ ਰਹਿਣਾ ਚਾਹੀਦਾ ਸੀ, ਤਾਂ ਮੇਰੇ ਖਿਆਲ 'ਚ ਛੇਤੀ ਫੜੇ ਜਾਂਦੇ, ਕਿਉਂਕਿ ਕੋਈ ਨਾ ਕੋਈ ਜਿਹੜਾ ਹੈਗਾ, ਲੋਕ ਤੁਹਾਨੂੰ ਪੁਲਿਸ ਨੂੰ ਵੀ ਸੁਨੇਹਾ ਦੇ ਨਹੀਂ ਸਕਦੇ, ਤੇ ਮੈਂ ਕਹਿੰਦਾ ਪੁਲਿਸ ਨੂੰ ਕਈ ਲੋਕ ਹੈਗੇ ਆ, ਠੀਕ ਹੈ ਨਾ, ਕੋਈ ਸੁਨੇਹਾ ਜੇ ਕਿਸੇ ਨੇ ਦੇਣਾ ਵੀ ਹੈਗਾ। ਬਾਕੀ ਇੱਕ ਸਾਡੀ ਇਹ ਹੈਗੀ ਆ ਵੀ ਜਿਹੜਾ ਕਸੂਰਵਾਰ ਹੈਗਾ ਉਹਨੂੰ ਸਜ਼ਾ ਮਿਲੇ, ਪਰ ਜਿਹੜਾ ਨਹੀਂ ਕਸੂਰਵਾਰ, ਲੋਕਾਂ ਦੇ ਸਾਹਮਣੇ ਸਥਿਤੀ ਸਪਸ਼ਟ ਹੋਣੀ ਬਹੁਤ ਜ਼ਰੂਰੀ ਆ। ਹੁਣ ਲੋਕ ਜਿਹੜੇ ਹੈਗੇ ਆ, ਦੇਖੋ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਆ, ਹੁਣ ਲੋਕ ਉਸ ਚੀਜ਼ ਨੂੰ ਇਸੇ ਕਰਕੇ ਲੋਕਾਂ 'ਚ ਮਾਹੌਲ ਜਿਹੜਾ ਆਪਾਂ ਥੋੜ੍ਹਾ ਅਗਰੈਸ਼ਨ ਆਇਆ ਹੋਇਆ, ਬਾਹਰ ਵੀ ਫੋਰਨ ਕੰਟਰੀ 'ਚ ਵੀ ਅਗਰੈਸ਼ਨ ਆਇਆ ਹੋਇਆ, ਲੋਕ ਸਾਨੂੰ ਵੀ ਕਹਿ ਰਹੇ ਆ, ਪਰ ਅਸੀਂ ਕਹਿੰਦੇ ਆ ਕਿ ਹਰ ਚੀਜ਼ ਸਪਸ਼ਟ ਹੋਣੀ ਚਾਹੀਦੀ ਆ। ਤੇ ਹੁਣ ਉਹ ਟਾਈਮ ਨਹੀਂ ਰਿਹਾ ਕਿ ਸਰਕਾਰਾਂ ਜਿਵੇਂ ਪਹਿਲਾਂ ਧੱਕਾ ਕਰੇ, ਸਾਡੇ ਕੋਲੇ ਫੋਨ ਹੈਗੇ ਆ, ਕੈਮਰੇ ਹੈਗੇ ਆ। ਹੁਣ ਜੇਕਰ ਇਹ ਇਸ ਤਰੀਕੇ ਨਾਲ ਕਰਦੇ ਆ ਵੀ ਹੋ ਸਕਦਾ ਵਾ ਕਿ ਅੰਮ੍ਰਿਤਪਾਲ ਸਿੰਘ ਕੇ ਅਰੈਸਟ ਹੋ ਵੀ ਸਕਦੇ ਆ, ਜਿਵੇਂ ਪਿੱਛੇ ਤੱਕੜ ਸਾਹਿਬ ਨੇ ਰਿਪੋਰਟ ਦਿੱਤੀ, ਕਹਿੰਦੇ 11:40 ਤੇ ਜੀ ਅਰੈਸਟ ਹੋ ਗਏ ਸੀ 19 ਤਰੀਕ ਨੂੰ। ਉਹਨਾਂ ਨੇ ਪੂਰਾ ਕਲੀਅਰ ਕੱਟ ਕੇ ਮੈਸੇਜ ਵੀ ਦਿੱਤਾ, ਕਹਿੰਦੇ ਮੈਂ IG ਸਾਹਿਬ ਨਾਲ ਵੀ ਗੱਲ ਕੀਤੀ, ਉੱਥੇ ਸੁਖਚੈਨ ਸਿੰਘ ਗਿੱਲ ਜੀ ਨਾਲ ਗੱਲ ਕੀਤੀ। ਤਾਂ ਜਿਸ ਢੰਗ ਨਾਲ ਗੱਲਾਂ ਆ ਰਹੀਆਂ ਨੇ, ਪਰ ਇਹ ਨਹੀਂ ਲੱਗਦਾ ਵੀ ਗਨ ਪੁਆਇੰਟ ਤੋਂ ਕਹਿੰਦੇ ਵੀ ਗਨ ਪੁਆਇੰਟ ਤੇ ਸਾਡੇ ਤੇ ਸੀ, ਤਾਂ ਜੇ ਗਨ ਪੁਆਇੰਟ ਤੋਂ ਤੁਹਾਡੇ ਕੋਲੋਂ ਕੋਈ ਬੰਦਾ ਚਲਿਆ ਜਾਂਦਾ ਤਾਂ ਇਹ ਪੁਲਿਸ ਦੀ ਨਲਾਇਕੀ ਆ। ਦੂਸਰੀ ਗੱਲ ਇਹ ਆ ਕਿ ਮੈਂ ਕਹਿੰਦਾ ਵੀ ਐਡਾ ਕੋਈ ਹੀਨੀਅਸ ਕ੍ਰਾਈਮ ਕਿਸੇ ਵੱਲੋਂ ਵੀ ਪੰਜਾਬ ਦੇ ਵਿੱਚ ਅਜੇ ਤੱਕ ਹੋਇਆ ਨਹੀਂ, ਖਾਸ ਕਰਕੇ ਵਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਕੋਈ ਐਡਾ ਕ੍ਰਾਈਮ ਨਹੀਂ ਹੋਇਆ ਸੀ, ਠੀਕ ਹੈ ਨਾ। ਜੇ ਤੁਹਾਨੂੰ ਕੋਈ ਗਲਤੀ ਲੱਗਦੀ ਸੀ, ਤੁਸੀਂ ਉਹਨੂੰ ਪਹਿਲਾਂ ਵੀ ਰੋਕ ਸਕਦੇ ਸੀ, ਜੇ ਕੋਈ ਗਲਤ ਲੱਗਦੀ ਹੈ। ਹੁਣ NSA ਲਾਈ ਗਈ ਆ ਲੋਕਾਂ ਤੇ, ਠੀਕ ਹੈ ਨਾ, ਉਹ ਕੌਮੀ ਸੁਰੱਖਿਆ ਐਕਟ ਉਹਨਾਂ ਦੇ ਵਰਤਿਆ ਗਿਆ। ਅਸੀਂ ਕੌਮੀ ਇਨਸਾਫ ਮੋਰਚਾ ਲੈ ਕੇ ਕਾਹਦੇ ਵਾਸਤੇ ਲੜ ਰਹੇ ਹਾਂ? ਕੌਮੀ ਸੁਰੱਖਿਆ ਦੀ ਗੱਲ ਹੀ ਅਸੀਂ ਕਰਦੇ ਹਾਂ। ਸਾਡੀ ਕੌਮ ਸੁਰੱਖਿਅਤ ਹੈ ਨਹੀਂ, ਇਸੇ ਕਰਕੇ ਤਾਂ ਕੌਮੀ ਸੁਰੱਖਿਆ ਮੋਰਚਾ ਲੱਗਿਆ, ਕੌਮੀ ਇਨਸਾਫ ਮੋਰਚਾ। ਸਾਨੂੰ ਕੌਮ ਨੂੰ ਜੇ ਇਨਸਾਫ ਮਿਲ ਜਾਂਦਾ ਤਾਂ ਤੁਹਾਨੂੰ NSA ਲਾਉਣ ਦੀ ਲੋੜ ਹੀ ਨਹੀਂ ਪੈਣੀ ਸੀ। ਹੁਣ NSA ਲਾਉਣ ਦੀ ਲੋੜ ਕਿਉਂ ਪੈ ਰਹੀ ਹੈ? ਕਿਉਂਕਿ ਕੌਮ ਦੇ ਵਿੱਚ ਦੇਖੋ ਇਹ ਚੀਜ਼ ਨੂੰ ਹੈਂਡਲ, ਸਿੱਖ ਮੁੱਦਿਆਂ ਨੂੰ ਐਡਰੈਸ ਕਰਨ ਦੀ ਲੋੜ ਆ। ਹੁਣ ਇਹ ਲਾਅ ਐਂਡ ਆਰਡਰ ਦਾ ਮੁੱਦਾ ਬਣਾ ਰਹੇ ਆ ਪੰਜਾਬ ਦੇ ਵਿੱਚ, ਇਹ ਬਹੁਤ ਗਲਤ ਆ। ਸੈਂਟਰ ਵੀ ਬਣਾ ਰਹੀ ਆ, ਸਟੇਟ ਵੀ ਬਣਾ ਰਹੀ ਆ। ਸਟੇਟ ਕਿਤੇ ਕਿਤੇ ਫੇਲੀਅਰ ਆ ਸਟੇਟ ਦਾ, ਜਿਹੜੇ ਬਾਹਰੋਂ ਟੁਕੜੀਆਂ ਮੰਗਾਈਆਂ ਜਾ ਰਹੀਆਂ ਨੇ, ਇਹ ਕਿਤੇ ਨਾ ਕਿਤੇ ਸਟੇਟ ਸਰਕਾਰ ਦੇ ਮੱਥੇ ਤੇ ਵੀ ਕਲੰਕ ਆ ਵੀ ਤੁਹਾਡੇ ਕੋਲ ਇੰਨੀ ਨਫਰੀ ਹੋਣ ਦੇ ਬਾਵਜੂਦ ਤੁਸੀਂ ਕੰਟਰੋਲ ਨਹੀਂ ਕਰ ਸਕਦੇ। ਤਾਂ ਇਹ ਚੀਜ਼ਾਂ ਇਹਨਾਂ ਦੀ ਵੀ ਨਲਾਇਕੀ ਸਾਬਤ ਕਰਦੀਆਂ ਨੇ। ਦੂਸਰੀ ਮੇਨ ਗੱਲ ਇਹ ਆ ਕਿ ਸਿੱਖ ਮੁੱਦਿਆਂ ਨੂੰ ਜੇ ਪ੍ਰੋਪਰਲੀ ਐਡਰੈਸ ਹੋ ਜੇ ਤਾਂ ਕੌਮ ਨੂੰ ਇਨਸਾਫ ਮਿਲ ਜੇ। ਕੌਮੀ ਇਨਸਾਫ ਮੋਰਚਾ ਜਿਹਦੇ ਵਾਸਤੇ ਬੈਠਾ, ਤਾਂ ਜਿਹੜੇ ਕੌਮੀ ਸੁਰੱਖਿਆ ਜਿਹੜੇ ਐਕਟ ਨੇ ਇਹ ਵਰਤਣ ਦੀ ਲੋੜ ਨਹੀਂ ਪੈਣੀ ਪੰਜਾਬ 'ਚ। ਇਹਦੇ ਪ੍ਰਤੀ ਦੀ ਸੈਂਟਰ ਸਰਕਾਰ ਵੀ ਸੁਹਿਰਦ ਹੋਣ ਦੀ ਲੋੜ ਆ। ਤਾਂ NSA ਵਰਗੇ ਕਾਨੂੰਨ ਮੈਂ ਕਹਿਣਾ ਵੀ ਸਾਡੇ ਪੰਜਾਬ 'ਚ ਤਾਂ ਲਾਗੂ ਵੈਸੇ ਨਹੀਂ ਕਰਨੇ ਬਣਦੇ, ਠੀਕ ਹੈ ਨਾ, ਕਿਉਂਕਿ ਕੌਮ ਤਾਂ ਤਸ਼ੱਦਦ ਚੱਲ ਰਹੀ ਆ ਤੇ ਤੁਸੀਂ ਤਸ਼ੱਦਦ ਹੋਰ ਕਰ ਰਹੇ ਹੋ। ਇਸ ਕਰਕੇ ਇਹਨੂੰ ਰੋਕਣ ਵਾਸਤੇ ਅਸੀਂ ਤਾਂ ਇਹੀ ਗੱਲ ਕਰਦੇ ਹਾਂ ਵੀ ਕੌਮ ਨੂੰ ਇਨਸਾਫ ਦਿਓ, ਰੀਕਾਉਂਸੀਲੇਸ਼ਨ ਹੋਵੇ 84 ਦੀ, ਤੇ ਰੀਕਾਉਂਸੀਲੇਸ਼ਨ ਹੋ ਕੇ ਉਹ ਦੇਖੋ ਇੱਕ ਭੁੱਬਲ ਬਣੀ ਬੈਠੀ ਆ, ਤੇ ਖਾਲਿਸਤਾਨ ਦਾ ਲਫ਼ਜ਼ ਵੀ ਭੁੱਬਲ ਬਣ ਗਿਆ। ਇਹਨੂੰ ਠਾਰ ਕੇ ਦੇਖਣ ਦੀ ਲੋੜ ਆ। ਠਾਰ ਕੇ ਦੇਖੋ ਉਹਦੇ ਅੰਦਰ ਹੈ ਕੀ, ਲੋਕਾਂ ਦੇ ਅੰਦਰ ਸੇਕ ਕਾਹਦਾ, ਉਹ ਸੇਕ ਨੂੰ ਦੂਰ ਕਰ ਦਿਓ। ਮੈਂ ਕਹਿਣਾ ਵੀ ਇਹ ਕੌਮ ਤੁਹਾਡੇ ਨਾਲ ਕੀ ਹੈ, ਵਿਚਰੂ ਵੀ। ਅਸੀਂ ਕਿਹੜਾ ਮਾ ਕੇ ਕਿਸੇ ਨੂੰ ਅਲੱਗ ਥਲੱਗ ਭਾਲਦੇ ਹਾਂ। ਅਸੀਂ ਇਸੇ ਮਾ ਕੇ ਮੁਲਕ ਦੇ ਖਾਤਰ, ਮੈਂ ਕਹਿਣਾ ਵੀ ਖਾਲਿਸਤਾਨ ਇੱਕ ਛੋਟੇ ਟੁਕੜੇ ਦੀ ਗੱਲ ਕਰਦੇ ਹਾਂ। ਮੁਲਕ ਸਾਡਾ 90% ਕੁਰਬਾਨੀਆਂ ਸਾਡੀਆਂ ਨੇ, ਫਿਰ ਅਸੀਂ ਕੀ ਉਹਦੇ ਸੰਤੁਸ਼ਟ ਨਹੀਂ ਹੈ। ਪਰ ਸੰਤੁਸ਼ਟ ਸਾਡੀ ਕੌਮ ਜਿਹੜੀ ਕੀ ਅੱਜ ਭੰਬਲ ਭੂਸੇ 'ਚ ਪਈ ਆ, ਉਹ ਪਾਈ ਗਈ ਆ। ਪਹਿਲਾਂ ਵੀ ਸੈਂਟਰ ਵੱਲੋਂ ਪਾਈ ਹੈ, ਸੈਂਟਰ ਸਰਕਾਰਾਂ ਵੱਲੋਂ, ਕਾਂਗਰਸ ਨੇ ਤਸ਼ੱਦਦ ਕੀਤਾ, ਤੇ ਹੁਣ ਇਹ ਸਰਕਾਰ ਨੂੰ ਇਹੀ ਕਹਿਣਾ ਕਿ ਤੁਸੀਂ ਇਨਸਾਫ ਦਿਓ। ਸਾਡੇ ਤੇ ਕੀ ਆ, ਉਸ ਨਾਂ ਦੇ ਕੌਮੀ ਸੁਰੱਖਿਆ ਐਕਟ ਲਾ ਕੇ ਸਾਡੇ ਦੇ ਕੀ ਆ, ਨੌਜਵਾਨਾਂ ਤੇ ਹੋਰ ਤਸ਼ੱਦਦ ਨਾ ਕਰੋ। ਇਹਦੇ ਸਿੱਟੇ ਕੀ ਆ, ਹੋ ਸਕਦਾ ਖਤਰਨਾਕ ਬਣ, ਕਿਉਂਕਿ ਨੌਜਵਾਨਾਂ ਦੇ ਅੰਦਰ ਜਿਹੜਾ ਬਲਦਾ ਭੁੱਬਲ ਆ, ਤੇ ਨੌਜਵਾਨੀ ਕੁਝ ਵੀ ਕਰ ਸਕਦੀ ਆ। ਉਹਦੇ ਵਾਸਤੇ ਬੇਨਤੀ ਅਸੀਂ ਇਹੀ ਕਰਦੇ ਹਾਂ ਸੈਂਟਰ ਨੂੰ ਵੀ, ਸਟੇਟ ਨੂੰ, ਕਿ ਇਹ ਜਿਹੜੇ ਕੌਮ ਦੇ ਮੁੱਦੇ ਨੂੰ ਐਡਰੈਸ ਕੀਤਾ ਜਾਵੇ। ਅੰਮ੍ਰਿਤਪਾਲ ਸਿੰਘ ਸਿਰ ਦੇਣ ਦੀਆਂ ਗੱਲਾਂ, ਹਰ ਵਕਤ ਕੁਰਬਾਨੀ, ਸਿਰ ਦੇਣ ਦੀਆਂ ਗੱਲਾਂ ਕਰਦੇ ਸੀ। ਕੀ ਲੱਗਦਾ ਨਹੀਂ ਵੀ ਜਦੋਂ ਠੀਕ ਹੈ ਪੁਲਿਸ ਲੱਗ ਗਈ ਹੈ ਪਿੱਛੇ, ਉਹਨਾਂ ਨੂੰ ਚਾਹੇ ਇੱਕ ਜਗ੍ਹਾ ਇਕੱਠ ਕਰਕੇ ਜਾਂ ਉਹਦੇ ਸਾਥੀ ਬੁਲਾ ਕੇ ਇਕੱਠੇ ਗ੍ਰਿਫਤਾਰੀ ਦੇ ਦੇਣੀ ਚਾਹੀਦੀ ਸੀ ਕਿ ਠੀਕ ਹੈ। ਉਦੋਂ ਵੀ ਕਹਿੰਦੇ ਸੀ ਕਿ ਸਾਥੀਆਂ ਸਮੇਤ, ਜਦੋਂ ਨਾਲੇ ਗਏ ਆ ਤਾਂ ਕਹਿੰਦੇ ਸਾਥੀਆਂ ਸਮੇਤ ਗ੍ਰਿਫਤਾਰੀ ਦੇਣ ਆ ਰਹੇ ਆ। ਬਾਅਦ 'ਚ ਭਾਵੇਂ ਪੁਲਿਸ ਸਟੇਸ਼ਨ 'ਤੇ ਕਬਜ਼ਾ ਕਰ ਲਿਆ, ਕੁਛ ਕਰ ਲਿਆ, ਤਾਂ ਹੁਣ ਕੀ ਲੱਗਦਾ ਨਹੀਂ ਸੀ ਕਿ ਵੀ ਠੀਕ ਹੈ ਜੀ, ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਕੋਈ ਗਲਤ ਕਰ ਰਿਹਾ, ਮੈਂ ਕੁਰਬਾਨੀ ਦਿੰਦਾ, ਮੈਂ ਦਿੰਦਾ ਗ੍ਰਿਫਤਾਰੀ, ਇੰਨਾ ਚੱਕਰ 'ਚ ਪੈਣ ਦੀ ਕੀ ਲੋੜ ਸੀ ਜੇ ਸਿਰ ਦੇਣ ਵਾਲਾ ਬੰਦਾ ਹੁਣ ਗ੍ਰਿਫਤਾਰੀ ਤੋਂ ਡਰੀ ਜਾਂਦਾ? ਦੇਖੋ ਸਰਕਾਰ ਨੇ ਜਿਸ ਢੰਗ ਨਾਲ ਐਕਟ ਕੀਤਾ, ਉਸ ਢੰਗ ਨਾਲ ਹੁਣ ਆਪਾਂ ਦੇਖੋ ਇਹ ਹਾਲਾਤ ਉਹ ਜਾਣਦੇ ਆ। ਇਹ ਸਾਹਮਣੇ ਹੁਣ ਸਰਕਾਰ ਜੇ ਢੰਗ ਨਾਲ ਐਕਟ ਕੀਤਾ, ਸਰਕਾਰ ਨੇ ਰਸਤੇ 'ਚ ਘੇਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ, ਸਰਕਾਰ ਘਰੋਂ ਵੀ ਫੜ ਸਕਦੀ ਸੀ। ਹੋਰ ਵੀ ਜਿਹੜੇ ਸਰਕਾਰ ਨੇ ਜਿਸ ਢੰਗ ਨਾਲ ਕਹਿੰਦੇ 60 ਗੱਡੀਆਂ ਨੇ 3 ਗੱਡੀਆਂ ਦਾ ਪਿੱਛਾ ਕੀਤਾ, ਤਾਂ ਜਿਸ ਢੰਗ ਨਾਲ ਹਾਲਾਤ ਪੈਦਾ ਕੀਤੇ ਗਏ ਆ, ਹੁਣ ਉਹ ਦੱਸ ਸਕਦੇ ਆ ਕਿ ਉਹਨਾਂ ਨੇ ਕੀ ਮਹਿਸੂਸ ਕੀਤਾ ਹੋਊਗਾ। ਜਿਸ ਢੰਗ ਨਾਲ ਹੁਣ ਨੈਰੇਟਿਵ ਪੇਸ਼ ਕੀਤਾ ਜਾ ਰਿਹਾ ਜੀ, ਉਹਨਾਂ ਨੂੰ ਭਗੌੜਾ ਕਿਹਾ ਜਾ ਰਿਹਾ। ਕਿਸੇ ਨੂੰ ਤੁਸੀਂ ਭਗੌੜਾ ਨਹੀਂ ਕਹਿ ਸਕਦੇ। 2 ਮਹੀਨਿਆਂ ਦਾ ਘੱਟੋ ਘੱਟ ਟਾਈਮ ਪੀਰੀਅਡ ਕੀ ਆ ਉਹ ਕਰਕੇ ਉਸ ਤੋਂ ਬਾਅਦ ਤੁਸੀਂ ਕਿਸੇ ਨੂੰ ਭਗੌੜਾ ਕਹਿ ਸਕਦੇ ਹੋ। ਉਹ ਸ਼ਰੇਆਮ ਜਦੋਂ ਤੁਸੀਂ ਗੱਲ ਕੀਤੀ, ਉਹ ਕਹਿ ਰਿਹਾ ਸੀ ਮੈਨੂੰ ਅਰੈਸਟ ਕੀਤਾ ਜਾਵੇ, ਅਸੀਂ ਜਾ ਕੇ ਗ੍ਰਿਫਤਾਰੀ ਦਿੰਦੇ ਹਾਂ। ਤਾਂ
ਇੰਨੀ ਸਟੇਟ ਨੂੰ ਡਰ ਕਾਹਦਾ ਹੋ ਗਿਆ ਸੀ ਵੀ ਸਟੇਟ ਮਾ ਕੇ ਜਿਹੜੀ ਜਾਂ ਪੁਲਿਸ ਨੂੰ ਕੀ ਡਰ ਹੋ ਗਿਆ ਸੀ, ਪੁਲਿਸ ਨੂੰ ਉਹਦੇ ਵਾਸਤੇ ਕਲੀਅਰ ਕੱਟ ਲੋਕਾਂ 'ਚ ਮੈਸੇਜ ਦਿੰਦੇ। ਜਿਹੜੀਆਂ ਗੱਲਾਂ ਹੁਣ ਫਲੈਸ਼ ਹੋ ਰਹੀਆਂ ਨੇ ਇਹ ਫਲੈਸ਼ ਕਰਕੇ ਉਸ ਤੋਂ ਬਾਅਦ ਉਹਨੂੰ ਮਾ ਕੇ ਕੀ ਹੈ ਪੇਸ਼ ਹੋਣ ਵਾਸਤੇ ਕਹਿੰਦੇ। ਅੱਜ ਨੈਰੇਟਿਵ ਕੀ ਹੈ, ਲੋਕਾਂ ਨੂੰ ਇਹ ਲੱਗਦਾ ਕਿ ਉਹਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ। ਠੀਕ ਹੈ ਨਾ, ਇਹ ਸਾਨੂੰ ਵੀ ਲੱਗੂਗਾ ਨਾ ਕਿ ਜਾਣਬੁੱਝ ਕੇ ਬਦਨਾਮ ਕੀਤਾ। ਪਹਿਲਾਂ ਫਿਰ ਸਰਕਾਰ ਸੁੱਤੀ ਪਈ ਸੀ, ਪਹਿਲਾਂ ਇੰਟੈਲੀਜੈਂਸੀ ਕਿੱਥੇ ਸੀ, ਪਹਿਲਾਂ ਉਹਦਾ ਮਾ ਕੇ ਜਿਹੜਾ ਕਹਿੰਦੇ ISI ਨਾਲ ਸੰਪਰਕ ਸੀਗੇ ਜੀ। ਪਹਿਲਾਂ ਜੇ ਇਹ ਗੱਲਾਂ ਪਹਿਲਾਂ ਨਸ਼ਰ ਕਰ ਦਿੱਤੀਆਂ ਜਾਂਦੀਆਂ ਤੇ ਜੇ ਤੁਹਾਡੇ ਕੋਲੇ ਸੋਲਿਡ ਕੋਈ ਪ੍ਰੂਫ ਹੁੰਦੇ ਤਾਂ ਮੈਂ ਕਹਿੰਦਾ ਫਿਰ ਲੋਕਾਂ ਨੇ ਵੀ ਉਹਦਾ ਸਾਥ ਨਹੀਂ ਦੇਣਾ ਸੀ। ਅੱਜ ਲੋਕ ਸਾਥ ਕਿਉਂ ਦਿੰਦੇ ਆ? ਕਿਉਂਕਿ ਨੈਰੇਟਿਵ ਸਰਕਾਰ ਨੇ ਗਲਤ ਸਿਰਜਿਆ। ਸਰਕਾਰ ਨੇ ਇਹ ਚੀਜ਼ ਕੀ ਆ ਮਗਰੋਂ ਜੇ ਬਾਹਰ ਲੈ ਕੇ ਆਉਂਦੇ ਆ ਤਾਂ ਸਾਨੂੰ ਤਾਂ ਇਹ ਲੱਗਣੀ ਆ ਕਿ ਉਹ ਹੋ ਸਕਦਾ ਉਹ ਦਰੁਸਤ ਹੋਵੇ। ਇਹ ਚੀਜ਼ ਤਾਂ ਦੇਖੋ ਉਹਨਾਂ ਦੇ ਪੇਸ਼ ਹੋਣ ਤੇ ਸਪਸ਼ਟ ਹੋਣੀ ਆ, ਉਹ ਚੀਜ਼ ਉਹੀ ਜਵਾਬ ਦੇ ਸਕਦੇ ਆ। ਬਾਕੀ ਜਿਹੜੀ ਗੱਲ ਕਿ ਜਿਵੇਂ ਉਹਨਾਂ ਨੂੰ ਭਗੌੜਾ ਬਣਾ ਰਹੇ ਆ, ਜਿਸ ਢੰਗ ਨਾਲ ਨੈਰੇਟਿਵ ਬਣਾਇਆ ਜਾ ਰਿਹਾ ਤਾਂ ਉਸ ਢੰਗ ਨਾਲ ਜਿਵੇਂ ਮੈਂ ਕਹਿੰਦਾ ਵੀ ਦੋਨੇ ਪੱਖ ਨੇ ਇਹਦਾ ਮਿਲਣ ਤੇ ਸਪਸ਼ਟ ਮੈਂ ਕਹਿੰਦਾ ਸਪਸ਼ਟ ਜਦੋਂ ਮੂਹਰੇ ਆਉਣਾ ਅਜੇ ਬਹੁਤ ਗੱਲਾਂ ਹੋਰ ਸਾਹਮਣੇ ਆਉਣੀਆਂ ਨੇ। ਪਰ ਸਟੇਟ ਨਾਲ ਅਸੀਂ ਇੱਕੋ ਗੱਲ ਕਹਿੰਦੇ ਕਿ ਸਟੇਟ ਨਾਲ ਅਸੀਂ ਹਥਿਆਰ ਨਾਲ ਲੜਾਈ ਨਹੀਂ ਲੜ ਸਕਦੇ। ਸਟੇਟ ਨਾਲ ਲੜਨ ਵਾਸਤੇ ਸਾਨੂੰ ਮੈਂ ਕਿ ਜਿਵੇਂ ਸਿਰ ਦੇਣ ਦੀ ਲੋੜ ਤਾਂ ਪਹਿਲਾਂ ਵੀ ਕਹਿ ਦੇਣਾ, ਸਿਰ ਦੇਣ ਦੀ ਨਹੀਂ ਸਿਰ ਵਰਤਣ ਦੀ ਲੋੜ ਆ। ਜਿਹੜਾ ਸਿਰ ਦੇਣ ਦੀ ਜਿੱਥੇ ਲੋੜ ਹੈਗੀ ਅਸੀਂ ਉੱਥੇ ਸਿਰ ਡਾਏ ਵੀ ਆ। 8 ਤਰੀਕ ਨੂੰ ਜਦੋਂ ਪਤਾ ਸੀਗਾ ਕਿ ਇਹ ਦੋਨਾਂ ਪਾਸਿਓਂ ਮਰ ਸਕਦੇ ਉੱਥੇ ਸਿਰ ਲੈ ਕੇ ਅਸੀਂ ਖੜੇ ਵੀ ਆ। ਉਹ ਸਾਹਮਣੇ ਉਸ 8 ਤਰੀਕ ਦੇ ਤੁਸੀਂ ਵੀਡੀਓਗ੍ਰਾਫੀ ਦੇਖ ਸਕਦੇ ਹੋ। ਠੀਕ ਹੈ ਨਾ, ਪਰ ਮੈਂ ਕਹਿਣਾ ਵੀ ਸਿਰ ਉੱਥੇ ਦੇਣ ਦੀ ਵੀ ਲੋੜ ਨਹੀਂ। ਮੈਂ ਕਿ ਭੰਗ ਦੇ ਭਾਣੇ ਕੰਧ 'ਚ ਟੱਕਰ ਮਾਰਦੀ। ਹੁਣ ਸਾਨੂੰ ਇਹੀ ਵਾਰਸ ਪੰਜਾਬ ਦੇ ਵਾਲੇ ਪ੍ਰਧਾਨ ਮੰਤਰੀ ਬਾਜੇ ਕੇ ਵਾਲੇ ਨੇ ਜਦੋਂ ਆ ਕੇ ਸਾਨੂੰ ਮੋਰਚੇ 'ਚ ਖੜ ਕੇ, ਜਿਹੜੇ ਮੋਰਚੇ ਉਹਨਾਂ ਦਾ ਕੋਈ ਲੱਲਾ ਨਹੀਂ ਖੱਖਾ ਨਹੀਂ, ਠੀਕ ਹੈ, ਜਦੋਂ ਮੋਰਚਾ ਕਾਮਯਾਬ ਉਦੋਂ ਬਾਅਦ ਆ ਕੇ ਉੱਥੇ ਮੋਰਚੇ 'ਚ ਬਹਿੰਦੇ ਆ ਤੇ ਮੋਰਚੇ ਨੂੰ ਖੜਾ ਕਰਨ ਵਾਲੇ ਬਲਵਿੰਦਰ ਸਿੰਘ ਤੇ ਜਾਂ ਸਾਡੇ ਤੇ ਇੱਕ ਕਮੈਂਟ ਕੀਤਾ ਜਾਂਦਾ ਵੀ ਅਸੀਂ ਲੱਤਾਂ ਤੋੜਾਂਗੇ, ਨਾਲੇ 'ਚ ਵੱਢ ਕੇ ਸਿੱਟਾਂਗੇ। ਇੱਕ ਹੋਰ ਉੱਥੇ ਕੀ ਆ ਖਾਲਸਾ ਸੀ, ਉਹ ਖਾਲਸਾ ਜੀ ਅੱਜ ਕੱਲ੍ਹ ਮਾ ਕੇ ਕਹਿੰਦੇ ਕੀ ਆ 2 ਦਿਨ ਹੋ ਗਏ ਉਹਨਾਂ ਨੇ ਵੀ ਚੋਲਾ ਲਾਤਾ ਗਾ। ਪਰ ਮੈਂ ਕਹਿਣਾ ਵੀ ਜੇ ਤੁਸੀਂ ਕਿਸੇ ਸਟੈਂਡ ਤੇ ਖੜੇ ਹੋ, ਠੀਕ ਹੈ ਨਾ, ਹੁਣ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਕਈ ਬੰਦੇ ਸਿੰਪਥੀ ਕਰ ਰਹੇ ਨੇ, ਪਰ ਮੈਂ ਕਹਿਣਾ ਵੀ ਜਿਹੜੀ ਉਹਨੇ ਸ਼ਬਦਾਵਲੀ ਬਲਵਿੰਦਰ ਸਿੰਘ ਦੇ ਖਿਲਾਫ ਵਰਤੀ ਆ, ਮੇਰੇ ਖਿਲਾਫ ਵਰਤੀ ਆ, ਬਹੁਤ ਦੇ ਖਿਲਾਫ ਵਰਤਦੇ ਆ। ਹੁਣ ਉਹਨਾਂ ਲੋਕਾਂ ਦਾ ਕੀ ਕਰੈਕਟਰ ਨਹੀਂ ਹੈ? ਰਵੀ ਸਿੰਘ ਦੇ ਖਿਲਾਫ ਵੀ ਇਹਨਾਂ ਦੇ ਕਈ ਬੰਦੇ, ਮੈਂ ਇੱਕ ਗੱਲ ਸਪਸ਼ਟ ਪਹਿਲਾਂ ਬੋਲਦਾ ਰਿਹਾ, ਸਭ ਤੋਂ ਜਿਹੜੀ ਨੈਗੇਟਿਵ ਗੱਲ, ਮੈਂ ਅੰਮ੍ਰਿਤਪਾਲ ਦਾ ਮੈਂ ਕਿ ਵਿਰੋਧੀ ਨਹੀਂ ਸੀ, ਪਰ ਅੰਮ੍ਰਿਤਪਾਲ ਦੇ ਜਿਹੜੇ ਨਾਲ ਫੇਸਬੁੱਕੀਏ ਜਿਹੜੇ ਸੀਗੇ ਨਾ ਉਹਦੇ ਮਗਰ ਫੌਜ, ਅੱਜ ਵੀ ਅਸੀਂ ਵਿਰੋਧੀ ਆ। ਉਹਨਾਂ ਦੀ ਸ਼ਬਦਾਵਲੀ ਇੰਨੀ ਗੰਦੀ ਹੁੰਦੀ ਸੀ। ਹਾਂ, ਜਿਨ੍ਹਾਂ ਤੁਸੀਂ ਬਘੇਲੇ ਵਰਗੇ ਦੀ ਗੱਲ ਕਰਦੇ ਉਹਨਾਂ ਨੇ ਸਾਡੀ ਪੋਸਟ ਵੀ ਪਾਈ, ਉਹਨਾਂ ਨੇ ਰਵੀ ਸਿੰਘ ਤੇ ਅਟੈਕ ਕੀਤਾ। ਯਾਰ ਸਾਡੀ ਤਾਂ ਯਾਰ ਕਾਤ ਹੀ ਕੁਛ ਨਹੀਂ। ਰਵੀ ਸਿੰਘ ਜਿਹੜੇ ਬੰਦੇ ਨੇ ਕੌਮ ਦੀ ਖਾਤਰ ਕੌਮ ਦਾ ਨਾਂ ਦੁਨੀਆ 'ਚ ਪਹੁੰਚਾਇਆ, ਮੈਂ ਕਹਿੰਦਾ ਸਾਡੇ ਵਾਂਗੂ ਮੁੱਲ ਅਵਾਰਡ ਨਹੀਂ ਮਿਲਦੇ ਬਾਹਰਲੇ ਮੁਲਕਾਂ 'ਚ, ਉਹ ਬੰਦੇ ਨੇ ਕਿੱਥੋਂ ਤੱਕ ਪਹੁੰਚਾਇਆ। ਕੌਮੀ ਇਨਸਾਫ ਮੋਰਚੇ 'ਚ ਮੁੱਢ ਤੋਂ ਲੈ ਕੇ ਅੱਜ ਤੱਕ ਉਹ ਨਾਲ ਖੜੇ ਆ। ਉਹਨਾਂ ਨੇ ਸਪਸ਼ਟ ਕਿਹਾ ਵਾ ਵੀ ਮੈਂ ਕਹਿੰਦਾ ਵੀ ਕਿਸੇ ਤੋਂ ਫੰਡਿੰਗ ਦੀ ਵੀ ਲੋੜ ਨਹੀਂ, ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਕੌਮੀ ਇਨਸਾਫ ਮੋਰਚੇ 'ਚ ਉਹ ਕਹਿੰਦੇ ਸਾਡੇ ਵੱਲੋਂ ਹਾਜ਼ਰ ਆ। ਯਾਰ ਉਹ ਬੰਦੇ ਨੂੰ ਮੈਂ ਕਿ ਕੀ ਆ, ਇਹ ਬੰਦੇ ਟਾਰਗੇਟ ਕਰ ਰਹੇ ਨੇ, ਇਹ ਬੰਦੇ ਉਹਨਾਂ ਦੀ ਕੀ ਆ ਕਰੈਕਟਰ ਅਸੈਸੀਨੇਸ਼ਨ ਕੀਤਾ। ਪਰ ਉਹ ਬੰਦੇ ਦੇ ਬਾਰੇ ਜਾਈਏ, ਕੱਲ੍ਹ ਉਹ ਲਾਈਵ ਹੁੰਦੇ ਆ ਤੇ ਇਸ ਮੁੱਦੇ ਤੇ ਕਲੀਅਰ ਕੱਟ ਕਹਿੰਦੇ ਵੀ ਸਾਡੇ ਆਪਸ ਵਿੱਚ ਲੜਾਈ ਚੱਲਦੀ ਰਹੂਗੀ, ਪਰ ਮੁੰਡੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ। ਉਹਨਾਂ ਨੇ ਸਪਸ਼ਟ ਕੀਤਾ। ਮੈਂ ਕਹਿੰਦਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ, ਮੈਸੇਜ ਦਿੱਤਾ ਵੀ ਭਗਵੰਤ ਮਾਨ ਸਰਕਾਰ ਨੂੰ ਵੀ, ਸੈਂਟਰ ਨੂੰ ਵੀ ਕਿਹਾ ਕਿ ਪੰਜਾਬ ਨੂੰ ਦੁਆਰੇ ਹਾਲਾਤਾਂ ਉਹਨਾਂ 'ਚ ਖੜਾ ਨਾ ਕਰੋ, ਕਿਸੇ ਨਾਲ ਧੱਕਾ ਜਾਤੀ ਨਾ ਹੋਵੇ। ਅਸੀਂ ਵੀ ਇਹੀ ਮੈਸੇਜ ਦਿੰਦੇ ਹਾਂ ਵੀ ਕਿਸੇ ਨਾਲ ਧੱਕਾ ਮੁੱਕੀ ਜੇ ਕੋਈ ਕਰਦਾ ਤਾਂ ਅਸੀਂ ਉਹਨੂੰ ਕੀ ਆ ਕੰਡੈਮ ਕਰਦੇ ਹਾਂ। ਜਿੰਨਾ ਕੁ ਕਸੂਰ ਹੋਊਗਾ ਉਨੀ ਕੁ ਸਜ਼ਾ ਅਗਲੇ ਭੁਗਤ ਲੈਣਗੇ, ਜੇ ਕੋਈ ਕਸੂਰ ਹੋਊਗਾ ਵੀ, ਕਿਉਂਕਿ ਅਜੇ ਸਾਨੂੰ ਕੋਈ ਸਪਸ਼ਟ ਨਹੀਂ। ਨੈਰੇਟਿਵ ਬਹੁਤ ਸਿਰਜ ਲੈਂਦੇ ਆ ਸਟੇਟ, ਠੀਕ ਹੈ ਨਾ। ਤੁਸੀਂ ਹੁਣ ਮੋਰਚੇ ਜਾਓਗੇ? ਮੈਂ ਕਹਿੰਦਾ ਜੀ ਮੋਰਚਾ ਕੌਮ ਦਾ ਮੋਰਚਾ, ਜਾਵਾਂਗੇ ਕਿਉਂ ਨਹੀਂ। ਅਸੀਂ ਮੋਰਚੇ ਦੀ ਤਿਆਰੀ ਕਰ ਰਹੇ ਹਾਂ, ਬਾਹਰ ਰਹਿ ਕੇ ਕਰ ਰਹੇ ਹਾਂ। ਉੱਥੇ ਜਿਹੜੇ ਗਲਤ ਐਲੀਮੈਂਟ ਆ ਜਦੋਂ ਮੋਰਚੇ ਨੇ ਉਹਨਾਂ ਨੂੰ ਬਾਹਰ ਕਰ ਹੀ ਦੇਣਾ, ਕਿਉਂਕਿ ਮੋਰਚੇ ਨੇ ਵੀ ਉਹਨਾਂ ਨੂੰ ਦੇਖ ਲਿਆ। ਮੋਰਚੇ ਕੇ ਬਾਪੂ ਜੀ ਨਾਲ ਬਦਤਮੀਜ਼ੀ ਕੀਤੀ ਉਹਨਾਂ ਨੇ, ਇੱਕ ਵਾਰ ਨਹੀਂ 2-3 ਵਾਰ ਕੀਤੀ ਆ। ਤੇ ਹੁਣ ਕੀ ਆ, ਉਹਨਾਂ ਦਾ ਲਗਭਗ ਹੌਲੀ ਹੌਲੀ ਕਈ ਗੱਲਾਂ 'ਚ ਐਕਸਪੋਜ਼ ਵੀ ਹੋਏ ਆ ਉਹ ਬਹੁਤ। ਮਾ ਕੇ ਮੈਂ ਮੋਰਚੇ ਦੇ ਖਿਲਾਫ ਕੋਈ ਗੱਲ ਨਹੀਂ ਕਹਿਣੀ ਚਾਹੁੰਦਾ, ਕਿਉਂਕਿ ਮੋਰਚਾ ਸਾਡੀ ਕੌਮ ਦਾ ਮੋਰਚਾ। ਉਹਦੇ ਵਿੱਚ ਕੀ ਆ, ਬਾਪੂ ਜੀ ਵਰਗੇ ਨੇ ਮਾ ਕੇ ਜਦੋਂ ਉਹਨਾਂ ਦੇ ਉਹ ਮੋਰਚੇ 'ਚੋਂ ਬਾਹਰ ਹੋਣ, ਕਿਉਂਕਿ ਦੇਖੋ ਮੈਂ ਪਹਿਲਾਂ ਤੁਹਾਨੂੰ ਗੱਲ ਕੀਤੀ ਆ, ਸਿਰ ਦੇਣ ਦੀ ਤੇ ਸਿਰ ਕੰਧ 'ਚ ਮਾਰਨ 'ਚ ਫਰਕ ਆ। ਅਸੀਂ ਜੇ ਉੱਥੇ ਜਾ ਕੇ ਖੜ ਜਾਂਦੇ ਉੱਥੇ ਮੋਰਚੇ ਟਕਰਾਅ ਹੋਣਾ ਹੀ ਹੋਣਾ ਸੀ, ਕਿਉਂਕਿ ਉਹਨਾਂ ਨੇ ਕੀ ਹੈ ਜਿਹੜੇ ਸ਼ਬਦਾਵਲੀ ਸਾਡੇ ਖਿਲਾਫ ਵਰਤੀ, ਕਿਉਂਕਿ ਉਹਨਾਂ ਲੋਕਾਂ ਦੀ ਸੋਚ ਹੀ ਉਨੀ ਗਾ। ਅਸੀਂ ਉੱਥੇ ਜਾ ਕੇ ਸਿਰ ਦੇਣ ਨਾਲੋਂ ਜਿੱਥੇ ਸਿਰ ਦੀ ਲੋੜ ਹੋਊ ਉੱਥੇ ਨਾ ਤਾਂ ਰੁਪਿੰਦਰ ਪਿੱਛੇ ਹਟੇ, ਨਾ ਬਲਵਿੰਦਰ ਪਿੱਛੇ ਹਟੇ, ਨਾ ਲੋਕ ਅਧਿਕਾਰ ਲਹਿਰ ਦਾ ਹੋਰ ਸੱਜਣ ਪਿੱਛੇ ਹਟੇ। ਪਰ ਅਸੀਂ ਸਿਰ ਵਰਤਣ ਕੇ, ਅਸੀਂ ਸਿਰ ਵਰਤਣਾ ਜਿੰਨਾ ਕੁ ਸਾਨੂੰ ਸਮਝ ਹੈਗੀ ਆ ਉਹਦੇ ਮੁਤਾਬਕ ਪਹਿਲਾਂ ਸਿਰ ਵਰਤਾਂਗੇ। ਜੇ ਫਿਰ ਵੀ ਸਾਡਾ ਸਿਰ ਲੈਣ ਦੀ ਕੋਈ ਦੇਣ ਦੀ ਨੌਬਤ ਆਈ ਤਾਂ ਸਿਰ ਦੇਣ ਨੂੰ ਵੀ ਤਿਆਰ ਰਹਾਂਗੇ। ਸਿਰ ਦੇਣ ਨੂੰ ਤਿਆਰ। ਅੱਛਾ, ਇੱਕ ਆਖਰ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ, ਭਾਈ ਹਵਾਰਾ ਸਿੰਘ ਦੀ ਚਿੱਠੀ ਦਾ ਜੋ ਬੱਬੂ ਮਾਨ ਨੂੰ ਲਿਖੀ ਆ ਉਹਦੇ ਤੇ ਵੀ ਸਵਾਲ ਉੱਠੇ ਕਿ ਭਾਈ ਹਵਾਰਾ ਹੁਣ ਐਡੀ ਮਾੜੀ ਥਾਂ ਤੇ ਆ ਗਿਆ ਵੀ ਬੱਬੂ ਮਾਨ ਵਰਗੇ ਨਚਾਰਿਆਂ ਨੂੰ ਜਾਂ ਇਹਨਾਂ ਨੂੰ ਚਿੱਠੀਆਂ ਲਿਖੂਗਾ। ਤੁਹਾਡੀ ਜਾਂ ਤੁਹਾਡੀ ਜਥੇਬੰਦੀ ਜਾਂ ਤੁਹਾਡੇ ਕਿਸੇ ਸਾਥੀ ਦੀ ਭਾਈ ਹਵਾਰਾ ਨਾਲ ਮੁਲਾਕਾਤ ਹੋਈ ਹੋਵੇ ਤੇ ਉਹਨਾਂ ਦਾ ਕੀ ਸਟੈਂਡ ਹੈ? ਮੈਨੂੰ ਇੱਕ ਗੱਲ ਦੱਸਿਓ, ਖਾਲਿਸਤਾਨ ਤੇ ਜਾਂ ਇਹ ਸਾਰੀ ਮੂਵਮੈਂਟ ਤੇ ਉਹਨਾਂ ਦਾ ਕੀ ਸਟੈਂਡ ਹੈ? ਦੇਖੋ, ਅਸੀਂ ਪਹਿਲਾਂ ਵੀ ਇੱਕ ਗੱਲ ਕਹੀ ਸੀ, ਅਸੀਂ ਵਾਰ-ਵਾਰ ਮਾ ਕੇ ਲੋਕਾਂ ਨਾਲ ਵੀ ਇਹ ਗੱਲ ਕਰਦੇ ਰਹਿੰਦੇ ਹਾਂ ਕਿ ਉਹਨਾਂ ਦੇ ਬਾਹਰ ਆਉਣ ਦੇ ਜਿਹੜੀ ਸਭ ਤੋਂ ਵੱਡੀ ਮਾ ਕੇ ਦਿੱਕਤ ਆ ਉਹ ਕੀ ਆ, ਖਾਲਿਸਤਾਨ ਦਾ ਨੈਗੇਟਿਵ ਨੈਰੇਟਿਵ ਆ। ਖਾਲਸਾ ਰਾਜ ਕੀ ਅਸੀਂ ਚਾਹੁੰਦੇ ਹਾਂ, ਸਾਡੇ ਦਿਲ ਦਾ ਸੁਪਨਾ, ਹਰ ਪੰਜਾਬੀ ਦਾ ਸੁਪਨਾ, ਪਰ ਖਾਲਿਸਤਾਨ ਜਿਹੜਾ ਨੈਗੇਟਿਵ ਨੈਰੇਟਿਵ ਆ ਉਹਨਾਂ ਦੇ ਬਾਹਰ ਆਉਣ 'ਚ ਦਿੱਕਤ ਵੀ ਪੈਦਾ ਕਰਦਾ, ਠੀਕ ਹੈ ਨਾ। ਉਹ ਵੀ ਜਾਣਦੇ ਆ। ਅਸੀਂ ਕਹਿੰਦੇ ਹਾਂ ਕਿ ਜੇ ਲੋਕਾਂ ਦੀ ਕਹਿਣੀ ਹੈ ਕੋਈ ਖਾਲਿਸਤਾਨ ਪਿੱਛੇ ਗਏ ਆ,
ਤਾਂ ਮੈਂ ਕਹਿਣਾ ਕਿ ਉਹ ਬਾਹਰ ਆ ਕੇ ਫੈਸਲਾ ਲੈਣ, ਉਹਨਾਂ ਨੇ ਜੋ ਕਰਨਾ। ਅੱਜ ਜਿਹੜੀ ਚੀਜ਼ ਉਹਨਾਂ ਦੇ ਬਾਹਰ ਰਿਹਾਈ ਦੇ ਵਿੱਚ ਦਿੱਕਤ ਖੜੀ ਕਰਦੀ ਆ, ਅਸੀਂ ਉਹਦਾ ਜ਼ਿਕਰ ਨਾ ਕਰੀਏ। ਸਾਡੀ ਤਾਂ ਇੰਨੀ ਕੁ ਸੋਚ ਆ। ਭਾਈ ਸਾਹਿਬ ਨਾਲ ਵੀ ਅਸੀਂ ਇਹ ਗੱਲ ਕਰਮਾ ਕੇ ਕੀ ਉਹਨਾਂ ਦਾ ਸੁਨੇਹਾ ਪੜਾਇਆ, ਬੱਬੂ ਮਾਨ ਨਾਲ ਤੁਸੀਂ ਸੁਨੇਹਾ ਦੇਣ ਦੀ ਗੱਲ ਕੀਤੀ ਆ। ਭਾਈ ਸਾਹਿਬ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਹਰ ਉਸ ਸ਼ਖਸ ਕੋਲੇ ਪਰਸਨਲੀ ਜਾਣਾ। ਸਾਨੂੰ ਸੁਨੇਹਾ ਵੀ ਕੀ ਆ, ਨਿੱਜੀ ਤੌਰ ਤੇ ਲੱਗਿਆ ਉਹਨਾਂ ਦਾ। ਉਹਦੇ ਵਾਸਤੇ ਅਸੀਂ, ਮੈਂ ਕਹਿੰਦਾ ਮੋਰਚਾ ਲੋਕ ਤਾਂ 26 ਜਨਵਰੀ ਤੋਂ ਬਾਅਦ ਜਾਣਨ ਲੱਗੇ ਆ, ਪਰ ਉਦੋਂ ਪਹਿਲਾਂ ਜਿਹੜੀਆਂ ਮੀਟਿੰਗਾਂ ਹੋਈਆਂ ਜਿਹਦੇ ਪਿੱਛੇ ਮਿਹਨਤ ਬਲਵਿੰਦਰ ਸਿੰਘ ਨੇ, ਮੈਂ ਕਿ ਲਗਭਗ ਮੈਂ ਕਹਿਣਾ ਵੀ 4-5 ਮਹੀਨੇ ਬੌਰਿਆਂ ਵਾਂਗੂ ਪੰਜਾਬ 'ਚ ਘੁੰਮੇ ਆ। ਹਰ ਇੱਕ ਉਸ ਆਗੂ ਕੋਲੇ ਪੁੱਛ ਕੇ ਗਏ ਜਿਹਦੇ ਕੋਲ ਵੀ ਉਹਨਾਂ ਨੇ ਕਿਹਾ ਵੀ ਹਰ ਇੱਕ ਸਿੰਗਰ ਕੋਲੇ ਜਾਣਾ। ਬਕਾਇਦਾ ਉਹਨਾਂ ਨੂੰ ਪੁੱਛਦੇ ਰਹੇ ਵੀ ਆਹ ਬੰਦੇ ਜਿਹੜੇ ਆ ਲੋਕਾਂ ਨੂੰ ਇਫੈਕਟ ਕਰਦੇ ਆ। ਲੋਕ ਦੇਖੋ, ਬੱਬੂ ਮਾਨ ਦਾ ਆਪਦਾ ਔਰਾ, ਉਹਨੂੰ ਬੜੇ ਲੋਕ ਫੋਲੋ ਕਰਦੇ ਆ। ਉਹਦਾ ਬੇਸ਼ੱਕ ਵਿਰੋਧ ਵੀ ਹੈਗਾ, ਠੀਕ ਹੈ ਨਾ। ਵਿਰੋਧ ਤਾਂ ਸਾਡਾ ਹਰੇਕ ਬੰਦੇ ਦਾ ਵਿਰੋਧ ਹੁੰਦਾ। ਵਿਰੋਧ ਤਾਂ ਬਾਬੇ ਨਾਨਕ ਨੂੰ ਨਹੀਂ ਲੋਕਾਂ ਨੇ ਬਖਸ਼ਿਆ, ਠੀਕ ਹੈ ਨਾ। ਪਰ ਸਾਨੂੰ ਕੌਮੀ ਇਨਸਾਫ ਮੋਰਚੇ 'ਚ ਹਰ ਬੰਦੇ ਦੀ, ਹਰ ਵਰਗ ਦੀ, ਹਰ ਧਿਰ ਦੀ ਲੋੜ ਆ। ਅਸੀਂ ਜਾਵਾਂਗੇ, ਅਸੀਂ ਕੱਲ ਨੂੰ ਵੀ ਜਾਵਾਂਗੇ, ਕੱਲ ਨੂੰ ਵੀ ਮਿਹਨਤ ਤਰਲਾ ਕਰਾਂਗੇ, ਕਿਉਂਕਿ ਲੋਕ ਕੀ ਆ ਇਹੀ ਚੀਜ਼ ਸੋਚਦੇ ਆ। ਉੱਥੇ ਜਾ ਕੇ ਜਿਹੜਾ ਨੈਰੇਟਿਵ ਖੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਹੁਣ ਉੱਥੇ ਕਈ ਲੋਕ ਵਿਰੋਧ ਕਰਦੇ ਸੀ। ਕਿਸਾਨ ਜਥੇਬੰਦੀਆਂ ਦਾ ਇੱਕ ਦੋ ਨੇ ਵਿਰੋਧ ਕਰਨਾ ਚਾਹਿਆ, ਤਾਂ ਅਸੀਂ ਇਹੀ ਗੱਲ ਆਖੀ ਸੀ ਕਿ ਜੇ ਤੁਸੀਂ ਵਿਰੋਧ ਕਰਨਾ ਨਾ ਮੋਰਚੇ 'ਚੋਂ ਬਾਹਰ ਜਾ ਕੇ ਅਗਲੇ ਦੇ ਘਰੇ ਜਾ ਕੇ ਕਰੋ। ਇੱਥੇ ਇੱਕ ਪਲੇਟਫਾਰਮ ਬਣਿਆ ਹੋਇਆ, ਇਹ ਕੌਮ ਦਾ ਪਲੇਟਫਾਰਮ ਆ। ਕੌਮ ਦੇ ਮੁੱਦਿਆਂ ਤੇ ਜੇ ਬੰਦਾ ਤੁਹਾਡੀ ਕੋਈ ਹਮਾਇਤ ਕਰਨਾ ਆਉਂਦਾ, ਤੁਸੀਂ ਇੱਥੇ ਵਿਰੋਧ ਨਹੀਂ ਕਰ ਸਕਦੇ। 2 ਚੌਂਕ ਟੱਪ ਕੇ ਕਰੋ ਵਿਰੋਧ ਜਿਹਨੇ ਕਰਨਾ। ਇੱਥੇ ਵਿਰੋਧ ਕਰਨ ਦਾ ਕੀ ਮਤਲਬ ਆ? ਜਿਹੜਾ ਬੰਦਾ ਉੱਥੇ ਵਿਰੋਧ ਕਰੂਗਾ, ਇਹਦਾ ਮਤਲਬ ਮੋਰਚੇ ਦਾ ਹਮਾਇਤੀ ਨਹੀਂ, ਮੋਰਚੇ ਦਾ ਵਿਰੋਧੀ ਆ। ਤੇ ਉਹਨਾਂ ਦੇ ਪਿਛਲੇ ਟਾਈਮ ਦੇ ਵਿੱਚ ਸਖਤ ਐਕਸ਼ਨ ਵੀ ਲਿਆ ਕਮੇਟੀ ਵੱਲੋਂ, ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਕਮੇਟੀ ਨੇ ਪੂਰੀ ਤਰ੍ਹਾਂ ਜਿਹੜੀ ਤਾਲਮੇਲ ਕਮੇਟੀ ਆ ਉਹ ਇਸ ਪ੍ਰਤੀ ਕੀ ਆ, ਪੂਰੀ ਸੁਹਿਰਦਾ। ਤੇ ਜਿਹੜਾ ਬੰਦਾ ਮੋਰਚੇ ਨੂੰ ਖਰਾਬ ਕਰਨ ਦੀ ਕਿਸੇ ਦਾ ਵੀ ਵਿਰੋਧ ਕਰੂ, ਮੈਂ ਕਹਿੰਦਾ ਜਿਹੜਾ ਬੰਦਾ ਮੋਰਚੇ 'ਚ ਆ ਗਿਆ ਉਹ ਬੰਦਾ 4 ਮੁੱਦਿਆਂ ਤੇ ਸਹਿਮਤ ਹੋ ਕੇ ਆ ਰਿਹਾ ਨਾ, ਤੇ ਕੌਮ ਦੇ ਮੁੱਦਿਆਂ ਤੇ ਜਿਹੜਾ ਮਰਜ਼ੀ ਆ, ਭਾਵੇਂ ਕੱਲ ਸਾਡੇ ਖਿਲਾਫ ਰਿਹਾ, ਠੀਕ ਹੈ ਨਾ, ਉਹ ਜੇ ਉੱਥੇ ਆ ਕੇ ਸਾਡੇ ਨਾਲ ਖੜੂਗਾ ਤੇ ਕੌਮ ਦੇ ਮੁੱਦਿਆਂ ਤੇ ਸਾਡਾ ਸਾਥ ਦੇਊਗਾ, ਅਸੀਂ ਉਹ ਬੰਦੇ ਦਾ ਵੈਲਕਮ ਕਰਾਂਗੇ। ਤੇ ਉਹਦਾ ਵਿਰੋਧ ਕਰਨ ਵਾਲੇ ਬੰਦੇ ਦਾ ਕੀ ਆ, ਮੋਰਚੇ ਦੇ 'ਚ ਉਹਨੂੰ ਬਾਹਰ ਕੱਢਿਆ ਜਾਊਗਾ। ਬਹੁਤ ਬਹੁਤ ਧੰਨਵਾਦ ਰੁਪਿੰਦਰ ਜੀ, ਬਹੁਤ ਬਹੁਤ ਧੰਨਵਾਦ। ਤਾਂ ਗੱਲਬਾਤ ਕੀਤੀ ਰੁਪਿੰਦਰ, ਲੋਕ ਅਧਿਕਾਰ ਲਹਿਰ ਤੋਂ ਸਾਡੇ ਨਾਲ ਸਨ। ਉਹਨਾਂ ਨੇ ਕਿਹਾ ਕਿ ਅਸੀਂ ਮੌਕਾ ਦੇਖਿਆ, ਸਾਨੂੰ ਲੱਗਿਆ ਕਿ ਹੁਣ ਇੱਥੇ ਜੋ ਹਾਲਾਤ ਆ ਉਹ ਇੱਕ ਤਰੀਕੇ ਦੇ ਨਾਲ ਸਾਡੇ ਖਿਲਾਫ ਬਣਾਏ ਜਾ ਰਹੇ ਆ, ਪਰ ਉਹਨਾਂ ਕਹਿੰਦੇ ਮੋਰਚੇ ਨੂੰ ਸੱਟ ਨਾ ਵੱਜੇ, ਮੋਰਚਾ ਪਿੱਛੇ ਨਾ ਜਾਵੇ, ਕਿਉਂਕਿ ਮੋਰਚਾ ਕੌਮੀ ਇਨਸਾਫ ਮੋਰਚਾ ਹੈ ਤੇ ਉਹਨਾਂ ਲੋਕਾਂ ਦੇ ਲਈ ਲੱਗਿਆ ਜਿਨ੍ਹਾਂ ਨੇ ਕੌਮ ਲਈ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਕੌਮ ਦੀਆਂ ਕੁਝ ਖਾਸ ਮੰਗਾਂ ਦੇ ਉੱਤੇ, ਕੁਝ ਜ਼ਰੂਰੀ ਮੰਗਾਂ ਦੇ ਉੱਤੇ ਮੋਰਚਾ ਲੱਗਿਆ ਹੋਇਆ। ਨਾਲ ਹੀ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਤੇ ਵੀ ਕਿਹਾ ਕਿ ਅਸੀਂ ਪਹਿਲੇ ਦਿਨੋਂ ਹੀ ਕਹਿ ਦਿੱਤਾ ਸੀ ਕਿ ਜੋ ਉਹ ਕਹਿ ਰਹੇ ਨੇ ਅਸੀਂ ਉਹਦੇ ਹੱਕ 'ਚ ਨਹੀਂ, ਅਸੀਂ ਅਜਨਾਲਾ ਘਟਨਾ ਦੇ ਹੱਕ 'ਚ ਨਹੀਂ, ਪਰ ਫਿਰ ਵੀ ਜੇਕਰ ਕਿਸੇ ਨੌਜਵਾਨ ਤੇ ਨਜਾਇਜ਼ ਕੋਈ ਕਾਰਵਾਈ ਹੁੰਦੀ ਹੈ ਜਾਂ ਕੋਈ ਨੱਕਾ ਫਸਾਇਆ ਜਾਂਦਾ ਹੈ, ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਹਾਲੇ ਤੱਕ ਸੁਹਿਰਦਾ ਇਹ ਚੀਜ਼ ਦੇ ਉੱਤੇ, ਪਰ ਫਿਰ ਵੀ ਜੇ ਕੋਈ ਗਲਤ ਹੁੰਦਾ ਤਾਂ ਅਸੀਂ ਉਸ ਦੇ ਖਿਲਾਫ ਹਾਂ। ਪਰ ਮੋਰਚੇ ਦੇ ਨਾਲ ਅਸੀਂ ਅੱਜ ਵੀ ਹਾਂ, ਕੱਲ੍ਹ ਵੀ ਹਾਂ, ਕਿਉਂਕਿ ਮੋਰਚਾ ਕਿਸੇ ਇੱਕ ਦਾ ਨਹੀਂ, ਸਮੁੱਚੀ ਕੌਮ ਦਾ ਹੈ। ਕੈਮਰਾ ਪਰਸਨ ਹਿਮਤਾਜ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਅਵਾਜ਼ TV।